ਪੱਖ ਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਚੰਡੀਗੜ੍ਹ ਤੋਂ ਪ੍ਰਭਮੀਤ ਸਿੰਘ ਜੀ, ਸੀਪੀ ਸਿੰਘ ਜੀ ਅਤੇ ਮੋਹਾਲੀ ਤੋਂ ਸਾਡੇ ਨਾਲ ਜੁੜ ਰਹੇ ਨੇ ਸਬਦੀਸ਼ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਬੀਕੇ ਡਿਬੇਟ ਨੰਬਰ 1 ਚ ਗੱਲ ਕਰਾਂਗੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਇਲੈਕਸ਼ਨਾਂ ਦੇ ਰਿਜ਼ਲਟ ਦੀ। ਤੁਸੀਂ ਸਾਰੇ ਹੀ ਹੁਣ ਤੱਕ ਜਾਣਦੇ ਹੋਗੇ ਕਿ ਰਿਜ਼ਲਟ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰਿਜ਼ਲਟ ਕੱਲ ਆਊਟ ਹੋ ਚੁੱਕੇ ਨੇ। 46 ਵਿੱਚੋਂ 35 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਆ। 46 ਵਿੱਚੋਂ 35 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਆ ਤੇ 7 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਿਹਨੂੰ ਕਿ ਤੁਸੀਂ ਸਰਨਾ ਧੜਾ ਜਾਂ ਸਰਨਾ ਗਰੁੱਪ ਵੀ ਕਹਿ ਦਿੰਦੇ ਜੋ, ਉਹ ਗਰੁੱਪ ਜੇਤੂ ਆ। ਈਵਨ ਦੋ ਕਿ ਸਰਨਾ ਸਾਹਿਬ ਆਪਣੀ ਸੀਟ ਹਾਰ ਚੁੱਕੇ ਨੇ, ਪਰ 7 ਮੈਂਬਰ ਉਹਨਾਂ ਦੀ ਪਾਰਟੀ ਦੇ ਜੇਤੂ ਹੋਏ ਨੇ। ਜੇ ਪਿਛਲੀ ਵਾਰ ਦੀਆਂ ਚੋਣਾਂ ਤੇ ਰਿਜ਼ਲਟ ਮਾਰੀਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ 'ਚ 36 ਅਤੇ ਸਰਨਾ ਗਰੁੱਪ ਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਗਰੁੱਪ ਦੇ ਹੱਥ ਵਿੱਚ 8 ਸੀਟਾਂ ਆਈਆਂ ਸੀ। 4 ਸੀਟਾਂ ਐਰਕੀ ਦੂਜੇ 2 ਇੰਡੀਪੈਂਡੈਂਟ ਕੈਂਡੀਡੇਟ ਤੇ 2 ਇੱਕ ਹੋਰ ਧੜੇ ਦੇ ਹੱਥ ਵਿੱਚ ਆਈਆਂ ਨੇ। ਰਿਜ਼ਲਟ ਕਾਫੀ ਇੰਟਰਸਟਿੰਗ ਰਿਹਾ। ਪੰਜਾਬ ਇਲੈਕਸ਼ਨ ਤੋਂ ਬਾਅਦ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਇਲੈਕਸ਼ਨਾਂ ਉੱਤੇ ਸਭ ਦੀ ਨਿਗਾਹ ਬਣੀ ਹੋਈ ਸੀ। ਜੇ ਰਾਜਨੀਤੀ ਦੀ ਜਾਂ ਰਣਨੀਤੀ ਦੀ ਗੱਲ ਕਰਾਂ ਤੇ ਜੋ ਰਣਨੀਤੀ ਪੰਜਾਬ ਦੇ ਵਿੱਚ ਇਸਤੇਮਾਲ ਕੀਤੀ ਗਈ ਸੀ, ਉਹੀ ਰਣਨੀਤੀ ਦਾ ਲਗਭਗ ਇਸਤੇਮਾਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਕੀਤਾ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤੁਸੀਂ ਕਹਿ ਸਕਦੇ ਜੋ ਕੀਤਾ ਵੀ ਗਿਆ ਵਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਉਠਾਏ ਗਏ, ਪੰਜਾਬ 'ਚ ਨਸ਼ੇ ਦੇ ਮੁੱਦੇ ਉਠਾਏ ਗਏ, ਪਰ ਸ਼੍ਰੋਮਣੀ ਅਕਾਲੀ ਦਲ ਦੁਆਰਾ ਆਪਣਾ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਇਲੈਕਸ਼ਨ ਲੜਨ ਦੀ ਗੱਲ ਕੀਤੀ ਗਈ ਸੀ। ਤੇ ਲੱਗਦਾ ਵਾ ਕਿ ਦਿੱਲੀ ਦੀ ਸੰਗਤ ਨੂੰ ਕਿਤੇ ਨਾ ਕਿਤੇ ਜੋ ਸ਼੍ਰੋਮਣੀ ਅਕਾਲੀ ਦਲ ਦੁਆਰਾ ਕੀਤੇ ਗਏ ਕੰਮ ਸੀ, ਜੋ ਉਹਨਾਂ ਦੁਆਰਾ ਕੀਤੇ ਗਏ ਦਾਅਵੇ ਸੀ, ਉਹ ਪਸੰਦ ਆਏ ਨੇ ਅਤੇ ਦੂਜੇ ਧੜਿਆਂ ਨੂੰ ਸੰਗਤ ਨੇ ਰਿਜੈਕਟ ਕੀਤਾ ਵਾ। ਖਾਸ ਵੇਖਣ ਵਾਲੀ ਗੱਲ ਹੈ ਕਿ ਪੰਥਕ ਸੇਵਾ ਦਲ ਜੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੁਸੀਂ ਕੋਸ਼ਿਸ਼ ਕਹਿ ਸਕਦੇ ਜੋ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਇਲੈਕਸ਼ਨਾਂ 'ਚ ਹਿੱਸਾ ਲੈਣ ਦੀ, ਪੰਥਕ ਸੇਵਾ ਦਲ ਨੂੰ ਇੱਕ ਵੀ ਸੀਟ ਹੱਥ ਨਹੀਂ ਲੱਗੀ ਆ। ਈਵਨ ਦੋ ਕਾਂਗਰਸ ਅਤੇ ਆਮ ਆਦਮੀ ਪਾਰਟੀ ਬਾਰ-ਬਾਰ ਇਹ ਆਂਦੇ ਨੇ ਕਿ ਅਸੀਂ ਸੈਕੂਲਰ ਪਾਰਟੀਆਂ ਨੇ, ਅਸੀਂ ਗੁਰਦੁਆਰਾ ਇਲੈਕਸ਼ਨ ਹਿੱਸਾ ਨਹੀਂ ਲਵਾਂਗੇ, ਪਰ ਅਸੀਂ ਸਾਰੇ ਹੀ ਜਾਣਦੇ ਆ, ਤੁਸੀਂ ਵੀ ਸ਼ਾਇਦ ਕਾਫੀ ਹੱਦ ਤੱਕ ਮੇਰੇ ਨਾਲ ਐਗਰੀ ਹੋਗੇ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਜੋ ਲੀਡਰ ਸੀ ਕਿਤੇ ਨਾ ਕਿਤੇ ਆਪਣੇ ਪਸੰਦੀਦਾ ਕੈਂਡੀਡੇਟ ਨੂੰ ਜਿਤਾਉਣ ਦੀ ਜਾਂ ਆਪਣੀ ਪਸੰਦੀਦਾ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਸੀ। ਸਵਾਲ ਕੱਲ ਤੋਂ ਬਾਅਦ ਕਈ ਉੱਠਣ ਲੱਗ ਗਏ। ਅੱਜ ਮੈਨੂੰ ਦਿਨੇ ਕਈ ਫੋਨ ਵੀ ਆਏ ਤੇ ਕਈ ਸੱਜਣਾ ਨੇ ਪੁੱਛਿਆ ਕਿ ਦਿੱਲੀ ਵਿੱਚ ਕੀ ਹੋ ਗਿਆ, ਕੀ ਹੁਣ ਪੰਜਾਬ ਦੀ ਇਲੈਕਸ਼ਨ ਵਿੱਚ ਵੀ ਕੁਝ ਸਾਨੂੰ ਵੱਖਰਾ ਹੀ ਵੇਖਣ ਨੂੰ ਮਿਲੂਗਾ। ਆਮ ਤੌਰ ਤੇ ਉਹ ਲੋਕ ਜੋ ਕਿ ਕੈਨੇਡਾ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਉਡੀਕ ਕਰ ਰਹੇ ਨੇ ਪੰਜਾਬ 'ਚ, ਉਹਨਾਂ ਦੇ ਕਾਫੀ ਫੋਨ ਕਾਲ ਆਏ, ਪਰ ਸਾਰੀਆਂ ਚੀਜ਼ਾਂ ਤੇ ਨਿਗਾਹ ਮਾਰਾਂਗੇ। ਪਰ ਥੋੜੀ ਜੀ ਮੈਂ ਆਪਣੇ ਪੈਨਲਿਸਟ ਦੀ ਜ਼ਰੂਰ ਰਾਏ ਲੈਣੀ ਚਾਹੂੰਗਾ। ਸ਼ੁਰੂ ਕਰਦੇ ਹਾਂ ਅਜੀਤ ਸਿੰਘ ਜੀ ਤੋਂ। ਅਜੀਤ ਸਿੰਘ ਜੀ, ਰਿਜ਼ਲਟ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਆਇਆ ਵਾ। ਕੀ ਮੈਂ ਇਹ ਕਹਾਂ ਜੋ ਰਣਨੀਤੀ ਦਾ ਇਸਤੇਮਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਕੀਤਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਪੰਜਾਬ 'ਚ ਨਸ਼ਿਆਂ ਦੇ ਮੁੱਦੇ, ਲਗਭਗ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਸਰਸੇ ਡੇਰਾ ਦੀ ਸਪੋਰਟ ਲੈਣਾ, ਲਗਭਗ ਉਹੀ ਮੁੱਦੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਵੀ ਇਸਤੇਮਾਲ ਕੀਤੇ ਗਏ। ਕੀ ਤੁਸੀਂ ਕਹਿ ਸਕਦੇ ਜੋ ਕਿ ਪੰਜਾਬ ਅਤੇ ਦਿੱਲੀ ਵੱਖਰੀ ਰਾਜਨੀਤੀ ਜਾਂ ਵੱਖਰੀ ਰਣਨੀਤੀ ਬਣਾਉਣੀ ਚਾਹੀਦੀ ਸੀ, ਜਿਹਦੇ ਵਿੱਚ ਕੀ ਧੜੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਇਲੈਕਸ਼ਨ ਲੜ ਰਹੇ ਸੀ, ਉਹ ਇਸ ਚੀਜ਼ ਨੂੰ ਸਮਝਣ ਦੇ ਵਿੱਚ ਨਾਕਾਮਯਾਬ ਰਹੇ ਤੇ ਉਹਨਾਂ ਨੂੰ ਹਾਰ ਹੱਥ ਲੱਗੀ। ਅਜੀਤ ਜੀ। ਹਰਪ੍ਰੀਤ ਜੀ, ਅਸਲ ਗੱਲ ਇਹਦੇ ਵਿੱਚ ਸਾਹਮਣੇ ਇਹ ਆਉਂਦੀ ਹੈ ਕਿ ਜਿਹੜੇ ਅਕਾਲੀ ਦਲ ਤੋਂ ਵਿਰੋਧੀ ਧੜੇ ਸੀ ਉਹ ਕੀ ਕਹਿ ਰਹੇ ਸੀ, ਉਹ ਚੀਜ਼ ਬਹੁਤ ਮੈਟਰ ਨਹੀਂ ਕੀਤੀ ਹੈਗੀ ਚੋਣਾਂ ਦੇ ਵਿੱਚ। ਸਿਰਫ ਪਾਰਟੀਆਂ ਦਾ ਆਪਣਾ ਕੀਤਾ ਹੋਇਆ ਕੰਮ ਜਿਹੜਾ ਉਹ ਹੈ ਉਹ ਮੈਟਰ ਕਰ ਰਿਹਾ। ਕਿਉਂਕਿ ਜੇ ਪੰਜਾਬ ਦੇ ਵਿੱਚ ਜਿਵੇਂ ਜਾਪਦਾ ਸੀ ਕਿ ਅਕਾਲੀ ਦਲ ਨੂੰ ਇਸ ਵਾਰੀ ਘੱਟ ਸਪੋਰਟ ਮਿਲ ਰਹੀ ਹੈ,
ਤਾਂ ਪੰਜਾਬ ਦੇ ਲੋਕਾਂ ਦੇ ਆਪਣੇ ਮੁੱਦੇ, ਚਾਹੇ ਕਿਸਾਨਾਂ ਦੇ ਕਰਜ਼ਿਆਂ ਦਾ ਜਾਂ ਨਸ਼ਿਆਂ ਦਾ ਜਾਂ ਹੋਰ ਇਹੋ ਜਿਹੇ ਜਿਹੜੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਦੇ ਮੁੱਦੇ ਹੁੰਦੇ ਨੇ, ਉਹ ਭਾਰੂ ਸੀ। ਪਰ ਸ਼ਾਇਦ ਇਹ ਲੋਕੀ ਸਮਝਦੇ ਸੀ ਕਿ ਵਿੱਚੇ ਆਮ ਆਦਮੀ ਪਾਰਟੀ ਹੈ, ਵਿੱਚੇ ਜਿਹੜੀਆਂ ਖਾਸ ਕਰਕੇ ਤੁਸੀਂ ਕਹੋ ਜਿਹੜੀਆਂ ਆਪਣੇ ਆਪ ਨੂੰ ਸੋ ਕਾਲਡ ਪੰਥਕ ਧਿਰਾਂ ਕਹਾਉਂਦੀਆਂ ਨੇ, ਉਹਨਾਂ ਨੂੰ ਇਹ ਵੱਡਾ ਮੈਨੂੰ ਲੱਗਦਾ ਵਹਿਮ ਸੀ ਕਿ ਅਸੀਂ ਪੰਜਾਬ ਵਾਲੀ ਹਾਲਤ, ਕਿਉਂਕਿ ਪੰਜਾਬ ਇੱਕ ਸਰਕਾਰ ਹੈ, ਉੱਥੇ ਉਹਦੀਆਂ ਜ਼ਿੰਮੇਵਾਰੀਆਂ ਦਾ ਨਿਭਾਉਣਾ ਬਹੁਤ ਮੈਟਰ ਕਰਦਾ ਸੀ। ਪਰ ਇਹਨਾਂ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਸੀ ਕਿ ਇਹ ਸਿੱਧੀ ਸਾਡੀ ਜਿਹੜੀ ਕਾਰਗੁਜ਼ਾਰੀ ਹੈ, ਅਸੀਂ ਲੋਕਾਂ 'ਚ ਜਾ ਰਹੇ ਹਾਂ ਜਾਂ ਜੋ ਅਸੀਂ ਕੁਝ ਲੋਕਾਂ 'ਚ ਕਹਿ ਰਹੇ ਹਾਂ, ਉਹ ਚੀਜ਼ ਕਰਕੇ ਲੋਕ ਜਿਹੜੇ ਹੈਗੇ, ਜਿੰਨੀ ਕੁ ਵਿਰੋਧਤਾ ਉੱਥੇ ਹੋਈ ਹੈ, ਅਸਲੀ ਪੂਰੀ ਤਾਂ 11 ਮਾਰਚ ਨੂੰ ਪਤਾ ਲੱਗੇਗੀ, ਪਰ ਇਹਨਾਂ ਨੂੰ ਜਿਵੇਂ ਜਾਪਦਾ ਸੀ ਕਿ ਉੱਥੇ ਵਿਰੋਧਤਾ ਹੋ ਰਹੀ ਹੈ ਵੀ ਸ਼ਾਇਦ ਉਹਦੇ ਕਰਕੇ ਹੋ ਰਹੀ ਹੈ। ਅਸਲੀਅਤ ਇਹ ਹੈ ਕਿ ਕੰਮ ਦੇਖਦੇ ਨੇ ਲੋਕੀ, ਜਿਹੋ ਜਿਹੇ ਭਾਵਨਾਤਮਕ ਮੁੱਦੇ ਚਾਹੇ ਇਹ ਉਠਾਉਣ ਦੀ ਕੋਸ਼ਿਸ਼ ਕਰਦੇ ਸੀ, ਡੇਰਾ ਸਿਰਸਾ ਦੇ ਬਾਰੇ 'ਚ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਬਾਰੇ ਵਿੱਚ, ਉਹ ਕਿਸੇ ਮੁੱਦੇ ਨੂੰ ਮਾਨਤਾ ਨਹੀਂ ਦਿੱਤੀ ਗਈ। ਇੱਥੇ ਸਿਰਫ ਇਹ ਜਿਹੜਾ ਹੈਗਾ ਮਨਜੀਤ ਸਿੰਘ ਜੀਕੇ ਜਿਹੜਾ ਗਰੁੱਪ ਹੈ, ਜਿਹੜਾ ਕਿ ਐਫੀਲੀਏਟਡ ਆ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਨੂੰ, ਉਹਦੇ ਉੱਥੇ ਕੀਤੇ ਕੰਮਾਂ ਦੇ ਮੁਲਾਂਕਣ ਦੇ ਆਧਾਰ ਤੇ ਲੋਕਾਂ ਨੇ ਉਹਨਾਂ ਨੂੰ ਸਪੋਰਟ ਦਿੱਤੀ ਹੈ। ਇਸ ਤੋਂ ਇੱਕ ਚੀਜ਼ ਬਿਲਕੁਲ ਸਪਸ਼ਟ ਸਿੱਧ ਹੋ ਜਾਂਦੀ ਹੈ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਜਿਹੜਾ ਹੈਗਾ ਉੱਥੇ ਪੰਜਾਬ ਵਿੱਚ ਵੀ ਦਮ ਨਹੀਂ। ਵੱਖਰੀ ਗੱਲ ਹੈ 10 ਸਾਲਾਂ ਦੀ ਰਾਜ ਜਿਹੜਾ ਹੁੰਦਾ ਉਹ ਇਨਕੋਬੈਂਸੀ ਪੈਦਾ ਕਰ ਦਿੰਦਾ ਹੈ। ਔਰ ਜੇ ਸਰਬੱਤ ਖਾਲਸਾ ਦੇ ਵਿੱਚ ਏਡਾ ਬੜਾ ਇਕੱਠ ਹੋਇਆ ਸੀ, ਉਹ ਸਪਸ਼ਟ ਤੌਰ ਤੇ ਇਹ ਸੀ ਕਿ ਲੋਕਾਂ ਦੇ, ਸਿੱਖ ਸੰਗਤਾਂ ਦੇ ਹਿਰਦੇ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਕੇ ਬਲੂੰਦਰੇ ਹੋਏ ਸੀ। ਪਰ ਮੈਨੂੰ ਨਹੀਂ ਲੱਗਦਾ ਹੈਗਾ ਜਿਵੇਂ ਇਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਸਾਰਾ ਦਾ ਸਾਰਾ ਜਿਹੜਾ ਹੈਗਾ ਉਹ ਦੋਸ਼ ਉਹਨਾਂ ਦੇ ਸਿਰ ਮੜ ਦੀਏ। ਮੈਨੂੰ ਇਹਦਾ ਲੱਗਦਾ ਨਹੀਂ ਕਿ ਸੰਗਤਾਂ ਨੇ ਉਸ ਤਰ੍ਹਾਂ ਮਹਿਸੂਸ ਕੀਤਾ, ਕਿਉਂਕਿ ਜੇ ਉਹ ਗੱਲ ਹੁੰਦੀ ਤਾਂ ਦਿੱਲੀ ਦੇ ਸਿੱਖਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਹ ਓਨੀ ਦੁਖਦਾਈ ਹੈ ਜਿੰਨੀ ਪੰਜਾਬ ਦੇ ਲੋਕਾਂ ਨੂੰ ਹੈ। ਸੋ ਇਸ ਚੀਜ਼ ਦੇ ਵਿੱਚ ਸਪਸ਼ਟ ਆਉਂਦਾ ਕਿ ਇਹੋ ਜਿਹੇ ਬੜੇ ਭਾਵਨਾਤਮਕ ਵੀ ਨਹੀਂ ਕਹਿ ਸਕਦੇ ਹੈਗੇ ਕਿ ਕੂੜ ਪ੍ਰਚਾਰ ਵਾਲੇ ਮੁੱਦਿਆਂ ਦਾ ਜਦੋਂ ਆਸਰਾ ਲਿਆ ਜਾਂਦਾ ਹੈ ਤਾਂ ਉਹਦੇ ਨਾਲ ਕਾਮਯਾਬੀ ਜਿਹੜੀ ਹੈਗੀ ਉਹ ਨਹੀਂ ਲਈ ਜਾ ਸਕਦੀ। ਲੋਕਾਂ ਦੇ ਨਾਲ ਜੁੜ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਕੇ ਹੀ ਉਹਦੇ ਵਿੱਚ ਕਾਮਯਾਬੀ ਕੀਤੀ ਜਾ ਸਕਦੀ ਹੈ। ਜੇ ਪੰਜਾਬ ਦਾ ਰਿਜ਼ਲਟ ਕੱਲ ਨੂੰ ਕੋਈ ਇਸ ਤੋਂ ਡਿਫਰੈਂਟ ਆਉਂਦਾ ਹੈ ਤਾਂ ਮੈਨੂੰ ਇਹ ਸਮਝਾਂਗਾ ਕਿ ਸ਼ਾਇਦ ਉਸ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ 'ਚ ਅਕਾਲੀ ਦਲ ਉਹਨੇ ਪੂਰਾ ਨਹੀਂ ਉਤਰ ਸਕਿਆ ਹੈਗਾ, ਪਰ ਇਹਨਾਂ ਦਾ ਜਿਹੜਾ ਕੂੜ ਪ੍ਰਚਾਰ ਆ ਉਹਦਾ ਅਸਰ ਨਹੀਂ ਮੈਨੂੰ ਉਹਦੇ ਵਿੱਚ ਲੱਗਦਾ। ਜੀ ਸੀਪੀ ਸਿੰਘ ਜੀ, ਤੁਹਾਡੇ ਤੇ ਆਉਂਗਾ। ਜੇ ਮੈਂ ਕਹਾਂ ਤੇ ਪੰਜਾਬ ਦੀ ਇਲੈਕਸ਼ਨ 'ਚ ਵੀ ਜੇ ਅਸੀਂ ਵੇਖੀਏ ਤੇ ਪੋਲੀਟੀਕਲ ਪਾਰਟੀਆਂ ਸਿਰਫ ਇੱਕ ਦੂਜੇ ਦੀ ਬੁਰਾਈਆਂ ਕਰਦੀਆਂ ਰਹੀਆਂ, ਆਪਣੀਆਂ ਰਣਨੀਤੀਆਂ ਈਵਨ ਕਿ ਆਪਣੇ ਮੈਨੀਫੈਸਟੋ ਤੱਕ ਵੇਚਣ ਵਿੱਚ ਕਾਮਯਾਬ ਨਹੀਂ ਰਹੀਆਂ। ਆਮ ਆਦਮੀ ਪਾਰਟੀ, ਕਾਂਗਰਸ ਦੇ, ਜੇ ਮੈਂ ਇਲੈਕਸ਼ਨ ਕੈਂਪੇਨ ਦੀ ਗੱਲ ਕਰਾਂ, ਕਾਨਫਰੰਸ ਦੀ ਗੱਲ ਕਰਾਂ, ਉਹਨਾਂ ਦੇ ਮੰਚਾਂ ਤੋਂ ਖਾਸ ਤੌਰ ਤੇ ਹੀ ਸਿਰਫ 2-4 ਗੱਲਾਂ ਸੁਣਨ ਨੂੰ ਮਿਲਦੀਆਂ ਸੀ। ਈਵਨ ਦੋ ਕਿ ਜੇ ਮੈਂ ਕਹਾਂ ਕਿ ਚੁਟਕਲੇ ਜ਼ਿਆਦੇ ਤੇ ਕੰਮ ਦੀਆਂ ਗੱਲਾਂ ਘੱਟ ਸੀ, ਤੇ ਕਿਤੇ ਨਾ ਕਿਤੇ ਜੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਰਿਜ਼ਲਟ ਨਾਲ ਮਿਲਾ ਕੇ ਮੈਂ ਦੇਖਣਾ ਚਾਹਾਂ ਤੇ ਕੀ ਮੈਂ ਇਹ ਕਹਿ ਸਕਦਾ ਵਾਂ ਜੇ ਤੁਹਾਡੀ ਆਪਣੀ ਰਣਨੀਤੀ ਜਾਂ ਆਈਡੀਓਲੋਜੀ ਨਾ ਹੋਵੇ ਤੇ ਜਨਤਾ ਤੁਹਾਨੂੰ ਰਿਜੈਕਟ ਕਰ ਦਿੰਦੀ ਆ, ਹਮੇਸ਼ਾ ਸਿਰਫ ਦੂਜੇ ਦੀ ਬੁਰਾਈਆਂ ਤੇ ਤੁਸੀਂ ਇਲੈਕਸ਼ਨ ਨਹੀਂ ਜਿੱਤ ਸਕਦੇ? ਹਰਪ੍ਰੀਤ ਜੀ, ਅੱਜ ਦੀ ਡੇਟ ਦੇ ਵਿੱਚ ਜਿਹੜਾ ਵੋਟਰ ਹੈ ਬਹੁਤ ਸਿਆਣਾ ਹੋ ਗਿਆ। ਚੁਟਕਲੇ ਸੁਣਾ ਕੇ, ਤੁਸੀਂ ਜੁਮਲੇ ਸੁਣਾ ਕੇ ਜਾਂ ਝੂਠੇ ਵਾਅਦੇ ਜਾਂ ਸਿਰਫ ਸੁਪਨੇ ਦਿਖਾ ਕੇ ਲੋਕਾਂ ਨੂੰ ਨਹੀਂ ਭਰਮਾ ਸਕਦੇ। ਇਹ ਵਾਲੀ ਚੀਜ਼ ਇਸ ਵਾਰ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਿੱਧ ਕਰ ਦਿੱਤੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਵੋਟਾਂ ਦੇ ਵਿੱਚ ਉਹ ਟ੍ਰੈਡੀਸ਼ਨਲ ਫੈਕਟਰ ਸੀਗਾ ਜਿਹੜਾ ਕਾਫੀ ਦੇਰ ਤੋਂ ਚੱਲਦਾ ਆ ਰਿਹਾ ਸੀ, ਉਸ ਨੂੰ ਇੱਕ ਦਰਕਿਨਾਰ ਕਰ ਦਿੱਤਾ ਹੈ। ਔਰ ਇਸ ਵਾਰ ਈਵਨ ਤੁਸੀਂ ਦੇਖੋ ਐਨਾਲਿਸਿਸ ਦੇ ਕੋਲ ਵੀ ਕੋਈ ਕਿਆਸ ਨਹੀਂ ਹੈਗੇ ਕਿ ਇਲੈਕਸ਼ਨ ਜਿਹੜਾ ਉਹ ਕੀ ਰੁਖ ਲੈ ਕੇ ਰਿਜ਼ਲਟ ਸਾਡੇ ਸਾਹਮਣੇ ਆਏਗਾ। ਸੋ ਕਿਤੇ ਨਾ ਕਿਤੇ ਝੂਠੇ ਜੁਮਲੇ ਹੋ ਗਏ ਜਾਂ ਸਟੇਜਾਂ ਦੇ ਉੱਤੇ ਤੁਸੀਂ ਟਿਕਲੀਆਂ ਸੁਣਾਉਂਦੇ ਹੋ ਜਾਂ ਕਿਸੇ ਦਾ ਮਜ਼ਾਕ ਉਡਾਉਂਦੇ ਹੋ, ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਨੇ ਮੇਰੇ ਹਿਸਾਬ ਨਾਲ ਨਕਾਰ ਦਿੱਤੀਆਂ, ਜਿਹਦਾ ਰਿਜ਼ਲਟ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਦੇਖਿਆ। ਲੇਕਿਨ ਕਿਤੇ ਨਾ ਕਿਤੇ ਜਦੋਂ ਅਸੀਂ ਉਸ ਨੂੰ ਪੰਜਾਬ ਇਲੈਕਸ਼ਨ ਨਾਲ ਕੰਪੇਅਰ ਕਰਦੇ ਹਾਂ ਹਰਪ੍ਰੀਤ ਜੀ, ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਮੇਨ ਫੈਕਟਰ ਉੱਤੇ ਮੇਰੇ ਹਿਸਾਬ ਨਾਲ ਕੰਮ ਕੀਤਾ ਉਹ ਸੀਗਾ ਲੋਕਾਂ ਦੇ ਜਿਹੜੇ ਕੈਂਡੀਡੇਟ ਪਾਰਟੀ ਨੇ ਖੜਾਏ ਹੋਏ ਸੀ
ਉਹਨਾਂ ਪ੍ਰਤੀ ਉਹਨਾਂ ਦਾ ਜਿਹੜਾ ਝੁਕਾਓ ਸੀਗਾ ਉਹ ਕਿਸ ਤਰ੍ਹਾਂ ਦਾ ਸੀਗਾ। ਮਨਜੀਤ ਸਿੰਘ ਜੀਕੇ ਜਿਹੜੇ ਕਿ ਜੀਕੇ ਤੋਂ ਗ੍ਰੇਟਰ ਕਲਾਸ ਤੋਂ ਜਿੱਤ ਕੇ ਹੋਏ ਨੇ, ਉਹਨਾਂ ਦਾ ਜਿਹੜਾ ਸਾਥ ਸੀਗਾ ਜਾਂ ਉਹਨਾਂ ਦੀ ਜਿਹੜੀ ਛਵੀ ਹੈ ਲੋਕਾਂ ਦੇ ਵਿੱਚ ਬਹੁਤ ਵਧੀਆ ਹੈਗੀ ਹੈ। ਔਰ ਮੈਂ ਤਾਂ ਕਹੂੰਗਾ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸਟਰੋਂਗ ਕੈਂਡੀਡੇਟ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਚੋਂ ਨਿਕਲ ਕੇ ਮਿਲ ਗਿਆ ਮਨਜੀਤ ਸਿੰਘ ਜੀਕੇ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਉੱਥੇ ਆਪਣੀ ਜਿੱਤ ਕਰਕੇ ਔਰ 35 ਸੀਟਾਂ ਜਿਹੜੀਆਂ 46 ਦੇ ਵਿੱਚੋਂ ਲੈ ਕੇ ਇੱਕ ਤਰ੍ਹਾਂ ਨਾਲ ਕਲੀਨ ਸਵੀਪ ਕੀਤਾ। ਸੋ ਕਿਤੇ ਨਾ ਕਿਤੇ ਹਰਪ੍ਰੀਤ ਜੀ ਵੋਟਰ ਬਹੁਤ ਸਿਆਣਾ ਹੋ ਗਿਆ। ਜੇ ਅਸੀਂ ਬਾਰ-ਬਾਰ ਇੱਕੋ ਚੀਜ਼ ਨੂੰ ਰਿਪੀਟ ਕਰੀ ਜਾਵਾਂਗੇ ਸਟੇਜਾਂ ਦੇ ਉੱਪਰ, ਹਾਸਾ ਤਾਂ ਜ਼ਰੂਰ ਆਉਂਦਾ ਹੈ, ਲੋਕੀ ਇੰਜੋਏ ਵੀ ਬਹੁਤ ਕਰਦੇ ਨੇ, ਪਰ ਜਦੋਂ ਵੋਟ ਦੀ ਗੱਲ ਆਉਂਦੀ ਹੈ ਉਦੋਂ ਉਹ ਚੀਜ਼ ਜ਼ਰੂਰ ਸੋਚੀ ਜਾਂਦੀ ਹੈ ਕਿ ਮੈਂ ਜਿਹੜੀ ਸਪੀਚ ਸੁਣ ਕੇ ਆਇਆ ਉਹ ਕਿਸੇ ਦੀ ਖਿਲਾਫ ਸੀ ਜਾਂ ਮੇਰੇ ਮੁੱਦਿਆਂ ਦੀ ਗੱਲ ਹੋਈ ਹੈ। ਸੋ ਇਸ ਚੀਜ਼ ਨੂੰ ਲੋਕੀ ਜ਼ਿਆਦਾ ਐਨਲਾਈਜ਼ ਕਰਦੇ ਆ। ਜੇ ਥੋੜੀ ਜਿਹੀ ਮੈਂ ਤੁਹਾਨੂੰ ਮੈਂ ਹਰ ਵਾਰਡ ਦੀ ਇਲੈਕਸ਼ਨ ਦੇ ਰਿਜ਼ਲਟ ਤੁਹਾਡੇ ਨਾਲ ਸ਼ੇਅਰ ਨਹੀਂ ਕਰੂੰਗਾ, ਪਰ ਕੁਝ ਇੰਪੋਰਟੈਂਟ ਵਾਰਡ ਜ਼ਰੂਰ ਸ਼ੇਅਰ ਕਰੂੰਗਾ। ਮਨਜੀਤ ਸਿੰਘ ਜੀਕੇ ਸਾਹਿਬ ਨੂੰ 1230 ਵੋਟਾਂ ਨਾਲ ਜਿੱਤ ਹਾਜ਼ਰ ਹੋਈ ਆ। ਮਨਜਿੰਦਰ ਸਿੰਘ ਸਿਰਸਾ ਜਿਹਨਾਂ ਜੋ ਕਿ ਪੰਜਾਬੀ ਬਾਗ ਤੋਂ ਪਰਮਜੀਤ ਸਿੰਘ ਸਰਨਾ ਦੇ ਅਗੇਂਸਟ ਇਲੈਕਸ਼ਨ ਲੜ ਰਹੇ ਸੀ, ਲਗਭਗ 500 ਵੋਟਾਂ 497 ਵੋਟਾਂ ਤੋਂ ਜਿੱਤ ਹਾਜ਼ਰ ਹੋਈ ਆ। ਅਵਤਾਰ ਸਿੰਘ ਹਿੱਟ 701 ਵੋਟਾਂ ਤੋਂ ਜਿੱਤੇ ਨੇ। ਓਮਕਾਰ ਸਿੰਘ ਥਾਪੜ 307 ਵੋਟਾਂ ਤੋਂ ਜਿੱਤੇ ਨੇ। ਮਨਮੋਹਨ ਸਿੰਘ ਜੀ ਸਿਰਫ 15 ਵੋਟਾਂ ਤੋਂ ਜਿੱਤੇ ਨੇ। ਜਦਕਿ ਕੁਝ ਵਾਰਡ ਵਿੱਚ ਫਿਰ ਤੋਂ ਰੀਕਾਊਂਟਿੰਗ ਦੀ ਗੱਲ ਕੀਤੀ ਗਈ ਹੈ ਕੈਂਡੀਡੇਟ ਨਾਲ, ਖਾਸ ਕਰਕੇ ਉਹ ਇਲੈਕਸ਼ਨਾਂ ਜਿੱਥੇ 10 15 ਜਾਂ 20 ਜਾਂ 30 ਵੋਟਾਂ ਤੋਂ ਜਿੱਤ ਹਾਜ਼ਰ ਹੁੰਦੀ ਆ, ਉੱਥੇ ਆਮ ਤੌਰ ਤੇ ਹੀ ਜੋ ਹਾਰਿਆ ਹੋਇਆ ਕੈਂਡੀਡੇਟ ਹੁੰਦਾ ਵਾ ਉਹ ਰੀਕਾਊਂਟਿੰਗ ਦੀ ਅਰਜ਼ੀ ਜ਼ਰੂਰ ਦਿੰਦਾ ਵਾ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜੋ ਵੋਟਿੰਗ ਹੋਈ ਆ, ਇਹ ਮੈਨੂਅਲ ਕਾਊਂਟਿੰਗ ਹੋਈ ਆ, ਮੈਨੂਅਲ ਵੋਟਿੰਗ ਹੋਈ ਆ, ਤੇ ਗਲਤੀ ਦੇ ਵੀ ਉਮੀਦ ਹੁੰਦੇ ਆ, ਤੇ ਕੈਂਡੀਡੇਟ ਨੂੰ ਕਿਤੇ ਨਾ ਕਿਤੇ ਇਹ ਉਮੀਦ ਲੱਗਦੀ ਆ ਕਿ 10-15 ਵੋਟਾਂ ਜੇ ਇੱਧਰ ਉੱਧਰ ਹੋ ਗਈਆਂ ਤੇ ਮੇਰੀ ਹਾਰ ਜਿੱਤ ਵਿੱਚ ਬਦਲ ਸਕਦੀ ਆ। ਸਬਦੀਸ਼ ਜੀ। ਹਰਪ੍ਰੀਤ ਜੀ, ਕੱਲ ਇਸੇ ਵੇਲੇ ਜਦੋਂ ਰਿਜ਼ਲਟ ਹਾਲੇ ਆਉਣੇ ਸ਼ੁਰੂ ਨਹੀਂ ਸੀ ਹੋਏ, ਗਿਣਤੀ ਹੀ ਸ਼ੁਰੂ ਹੋਈ ਸੀ, ਤਾਂ ਮੇਰੇ ਕੋਲੇ ਇਹ ਸਵਾਲ ਫਿਰ ਵੀ ਪੁੱਛਿਆ ਗਿਆ ਸੀ ਕਿ ਕੀ ਬਣੇਗਾ। ਤਾਂ ਮੈਂ ਇੱਕੋ ਗੱਲ ਕੀਤੀ ਸੀ ਕਿ ਰਿਜ਼ਲਟ ਤਾਂ ਜਦੋਂ ਆਉਣਗੇ ਅਸੀਂ ਉਹਨਾਂ ਬਾਰੇ ਟਿੱਪਣੀ ਕੱਲ ਕਰ ਸਕਾਂਗੇ ਜਿਵੇਂ ਹੁਣ ਅਸੀਂ ਅੱਜ ਕਰ ਰਹੇ ਹਾਂ। ਪਰ ਇੱਕ ਗੱਲ ਬਹੁਤ ਕਲੀਅਰ ਆ ਕਿ ਪੰਜਾਬ ਦੇ ਵਿੱਚ ਜੋ ਕੁਝ ਵਾਪਰਦਾ, ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕੀ ਕਰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰਦੀ ਹੈ, ਇਹਨਾਂ ਦੋਨਾਂ ਦੇ ਖਿਲਾਫ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੌਣ ਕੀ ਕਰ ਰਿਹਾ, ਇਹ ਚੀਜ਼ਾਂ ਦਿੱਲੀ ਦੇ ਵਿੱਚ ਪੋਸਟਰ ਵਾਰ ਲੜਨ ਲਈ ਤਾਂ ਸਹਾਈ ਹੋ ਸਕਦੀਆਂ, ਦਿੱਲੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਤੱਤੇ ਠੰਡੇ ਬਿਆਨ ਦੇਣ ਲਈ ਤਾਂ ਸਹਾਈ ਹੋ ਸਕਦੀਆਂ, ਪਰ ਸ਼ਾਇਦ ਦਿੱਲੀ ਦੇ ਜਿਹੜਾ ਸਿੱਖ ਭਾਈਚਾਰਾ ਉਹਨੂੰ ਵੋਟਿੰਗ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਨਾ ਕਰ ਸਕਣ। ਇਹ ਗੱਲ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਸਾਬਤ ਹੋ ਚੁੱਕੀ ਹੈ। ਮੈਂ ਆਪਣੇ ਆਪ ਨੂੰ ਦਰੁਸਤ ਕਹਿਣ ਦੀ ਪ੍ਰਵਿਰਤੀ ਦੇ ਤਹਿਤ ਇਹ ਗੱਲ ਨਹੀਂ ਕਰ ਰਿਹਾ, ਮੈਂ ਜੋ ਸਿਰਫ ਕੱਲ ਕਿਹਾ ਸੀ ਉਸੇ ਗੱਲ ਨੂੰ ਕੰਟੀਨਿਊ ਕਰਦਾ ਹੋਇਆ ਇੱਕ ਅਗਲੀ ਗੱਲ ਇਹਦੇ ਨਾਲ ਬਹੁਤ ਦਿਲਚਸਪ ਜਿਹੜੀ ਆ ਉਹ ਜੋੜਨੀ ਚਾਹੁੰਦਾ। ਔਰ ਦਿੱਲੀ ਦੇ ਸਿੱਖ ਆਮ ਤੌਰ ਦੇ ਉੱਤੇ ਵੋਟਿੰਗ ਕਿਸ ਢੰਗ ਦੇ ਨਾਲ ਕਰਦੇ ਨੇ, ਕਿਸ ਨਜ਼ਰੀਏ ਨਾਲ ਕਰਦੇ ਨੇ, ਉਹ ਚੀਜ਼ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਦਿੱਲੀ ਦੇ ਸਿੱਖ ਪੰਜਾਬ ਦੇ ਸਿੱਖਾਂ ਦੀ ਤਰ੍ਹਾਂ ਜਾਂ ਪੰਜਾਬ ਦੇ ਭਾਈਚਾਰੇ ਦੀ ਤਰ੍ਹਾਂ ਵੋਟਿੰਗ ਨਹੀਂ ਕਰਦੇ। ਪੰਜਾਬ ਦੇ ਵਿੱਚ ਕਈ ਵਾਰ ਵੋਟਿੰਗ ਸੱਤਾਧਾਰੀ ਧਿਰ ਦੇ ਪੱਖ ਦੇ ਵਿੱਚ ਕੀਤੀ ਜਾਂਦੀ ਹੈ, ਕਈ ਵਾਰੀ ਸੱਤਾਧਾਰੀ ਧਿਰ ਦੇ ਖਿਲਾਫ ਪੂਰੀ ਇੱਕ ਲਹਿਰ ਦੀ ਸ਼ਕਲ ਦੇ ਵਿੱਚ ਵੋਟਿੰਗ ਹੋ ਜਾਂਦੀ ਹੈ। ਪਰ ਦਿੱਲੀ ਦੇ ਵਿੱਚ ਕਦੇ ਵੀ ਇਦਾਂ ਨਹੀਂ ਵਾਪਰਿਆ। ਦਿੱਲੀ ਦੇ ਵਿੱਚ ਬਿਲਕੁਲ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਉਸ ਧਿਰ ਨੂੰ ਜਿੱਤ ਪ੍ਰਾਪਤ ਕਰਵਾਈ ਜਾਵੇ ਜਿਹਦਾ ਕੇਂਦਰ ਵਿਚਲੀ ਸਰਕਾਰ ਦੇ ਨਾਲ ਬਹੁਤ ਗਹਿਰਾ ਨਾਤਾ ਹੋ ਸਕਦਾ। ਅਸੀਂ ਨੋਟ ਕਰ ਸਕਦੇ ਹਾਂ ਜਦੋਂ ਪੰਜਾਬ ਦੇ ਵਿੱਚ ਹਰ ਕੋਈ ਇਸ ਨੁਕਤੇ ਦੇ ਉੱਤੇ ਚੋਣ ਲੜਦਾ ਸੀ, ਪੰਜਾਬ ਦੇ ਵਿੱਚ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ, ਕਿ ਦਿੱਲੀ ਦੇ ਵਿੱਚ ਸਿੱਖ ਭਾਈਚਾਰੇ ਦਾ ਕਤਲੇਆਮ ਹੋਇਆ, ਪਰ ਦਿੱਲੀ ਦੇ ਸਿੱਖ ਉਦੋਂ ਵੀ ਸਰਨਾ ਭਰਾਵਾਂ ਦੀ ਸਪੋਰਟ ਕਰਦੇ ਸੀ ਕਿਉਂਕਿ ਦਿੱਲੀ ਦੇ ਵਿੱਚ ਉਦੋਂ ਉਸੇ ਕਾਂਗਰਸ ਦੀ ਸਰਕਾਰ ਸੀ ਜਿਹੜੀ ਕਾਂਗਰਸ ਦੇ ਉੱਤੇ ਪੰਜਾਬ ਦੇ ਵਿੱਚ ਇੰਨੇ ਵੱਡੇ ਇਲਜ਼ਾਮ ਲੱਗਦੇ ਸਨ। ਹੁਣ ਜਦੋਂ ਹਾਲਾਤ ਬਦਲ ਗਏ ਨੇ, ਸਰਨਾ ਭਰਾਵਾਂ ਨੇ ਆਪਣੇ ਆਪ ਨੂੰ ਪੰਜਾਬ ਦੇ ਮੁੱਦਿਆਂ ਦੇ ਨਾਲ ਜੋੜ ਕੇ ਦਿੱਲੀ ਦੇ ਵਿੱਚ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਲ ਉਹਨਾਂ ਨੂੰ ਬਿਲਕੁਲ ਉਲਟੀ ਪਈ ਕਿਉਂਕਿ ਪੰਜਾਬ ਦੇ ਮੁੱਦੇ ਜਿਹੜੇ ਸੀ ਦਿੱਲੀ ਦੇ ਵਿੱਚ ਕੰਮ ਨਹੀਂ ਕਰ ਸਕੇ। ਦਿੱਲੀ ਦੇ ਸਿੱਖਾਂ ਨੇ ਇੱਕ ਵਾਰ ਫਿਰ ਉਸ ਧਿਰ ਨੂੰ ਹੀ ਜਿੱਤ ਦੇਣ ਦੇ ਵਿੱਚ ਮਦਦ ਕੀਤੀ ਹੈ ਜਿਹਦਾ ਕੇਂਦਰ ਸਰਕਾਰ ਦੇ ਵਿੱਚ ਰਾਜ ਹੈ। ਇਹਦੇ ਤੋਂ ਇੱਕ ਗੱਲ ਬਹੁਤ ਕਲੀਅਰ ਹੋਊਗੀ ਕਿ ਦਿੱਲੀ ਦਾ ਸਿੱਖ ਭਾਈਚਾਰਾ ਆਮ ਤੌਰ ਦੇ ਉੱਤੇ ਸ਼ਾਇਦ ਵਪਾਰਕ ਕਾਰਨਾਂ ਕਰਕੇ, ਸ਼ਾਇਦ ਦੁਕਾਨਦਾਰ ਤਬਕਾ ਹੋਣ ਦੇ ਕਰਕੇ ਬਿਲਕੁਲ ਉਸ ਧਿਰ ਦੇ ਨਾਲ ਨਾਤਾ ਗੰਢਣਾ ਪਸੰਦ ਕਰਦਾ ਜਿਹੜੀ ਧਿਰ
ਸੱਤਾਧਾਰੀ ਕੇਂਦਰ ਸਰਕਾਰ ਦੇ ਵਿੱਚ ਉਹਨਾਂ ਨੂੰ ਹੈਲਪ ਕਰ ਸਕਦੀ ਹੋਵੇ। ਇਹ ਕੱਲ ਵੀ ਮੈਂ ਇੱਕ ਗੱਲ ਕੀਤੀ ਸੀ ਕਿ ਜੇ ਤਾਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਬੰਧ ਗੁਰਦੁਆਰੇ ਦੀ ਹਦੂਦ ਤੱਕ ਸੀਮਤ ਹੋਵੇ ਤਾਂ ਨੁਕਤੇ ਹੋਰ ਤਰ੍ਹਾਂ ਨਾਲ ਵਿਚਾਰੇ ਜਾਂਦੇ ਨੇ, ਪਰ ਜਦੋਂ ਇਸ ਤੋਂ ਬਾਹਰ ਜਾ ਕੇ ਤੁਸੀਂ ਕੋਈ ਕੰਮ ਕਰਨਾ, ਚਾਹੇ ਉਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਹੋਵੇ, ਚਾਹੇ ਹੈਲਥ ਦੇ ਖੇਤਰ ਦੇ ਵਿੱਚ ਹੋਵੇ, ਤਾਂ ਤੁਹਾਨੂੰ ਸੱਤਾਧਾਰੀ ਜਿਹੜੀ ਧਿਰ ਹੈਗੀ, ਖਾਸ ਕਰਕੇ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ, ਉਹਦੇ ਨਾਲ ਤਣਾਅ ਜਾਂ ਫਿਰ ਸਾਂਝ ਦੇ ਰਿਸ਼ਤੇ ਦੇ ਵਿੱਚ ਦੀ ਗੁਜ਼ਰਨਾ ਪੈਂਦਾ। ਔਰ ਦਿੱਲੀ ਦੇ ਸਿੱਖਾਂ ਨੇ ਹਰ ਵਾਰ ਇਸ ਤਰੀਕੇ ਦੀ ਚੋਣ ਕੀਤੀ ਹੈ ਕਿ ਸਾਨੂੰ ਦਿੱਲੀ ਦੇ ਨਾਲ ਤਣਾਅ ਦੇ ਵਿੱਚ ਨਾ ਗੁਜ਼ਰਨਾ ਪਵੇ। ਇਹ ਗੱਲਾਂ ਜਿਹੜੀਆਂ ਨੇ ਸਾਨੂੰ ਜ਼ਰੂਰ ਅੱਗੇ ਨੋਟ ਕਰਨੀਆਂ ਚਾਹੀਦੀਆਂ। ਤੇ ਇੱਕ ਗੱਲ ਆਖਰੀ ਮੈਂ ਅੱਧੇ ਮਿੰਟ ਵਿੱਚ ਜ਼ਰੂਰ ਕਰਨੀ ਚਾਹਾਂਗਾ ਕਿ ਬੇਸ਼ੱਕ ਪਿਛਲੀ ਵਾਰ ਦੇ ਨਾਲੋਂ ਚੋਣਾਂ ਦੇ ਵਿੱਚ ਸ਼ਮੂਲੀਅਤ ਲੋਕਾਂ ਦੀ ਥੋੜੀ ਜਿਹੀ ਵੱਧ ਆ, 1.5-2%, ਪਰ ਜੇ ਅਸੀਂ ਕੁੱਲ ਮਿਲਾ ਕੇ ਸਿੱਖ ਭਾਈਚਾਰੇ ਦੀ VOTING ਨੂੰ ਦੇਖੀਏ, ਪਿਛਲੀ ਵਾਰ ਦੀ ਨੂੰ ਵੀ ਤੇ ਇਸ ਵਾਰ ਦੀ ਨੂੰ ਵੀ ਲਗਭਗ 45% ਦੀ VOTING ਹੋਈ ਹੈ। ਇਹਦਾ ਅਰਥ ਇਹ ਨਿਕਲਦਾ ਵਾ ਕਿ 55% ਸਿੱਖ ਭਾਈਚਾਰੇ ਨਾਲ ਸੰਬੰਧਿਤ ਵੋਟਰ ਜਿਹੜੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੁੰਦੇ ਸਨ, ਉਹ ਨਾ ਸਰਨਾ ਭਰਾਵਾਂ ਦੇ ਵਿੱਚ ਦਿਲਚਸਪੀ ਰੱਖ ਰਹੇ ਨੇ ਤੇ ਨਾ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਕੋਈ ਦਿਲਚਸਪੀ ਰੱਖੀ ਹੈ। ਇਹ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਮੁੱਦਾ, ਔਰ ਮੇਰੇ ਖਿਆਲ ਮੁਤਾਬਕ ਇਹ ਦੋਨਾਂ ਧਿਰਾਂ ਦੇ ਲਈ ਸੋਚਣ ਦਾ ਮੁੱਦਾ ਵਾ ਕਿ ਸਿੱਖ ਭਾਈਚਾਰੇ ਦੀ ਬਹੁ ਗਿਣਤੀ ਇਹਨਾਂ ਚੋਣਾਂ ਦੇ ਵਿੱਚ ਦੂਰ ਰਹਿਣਾ ਕਿਉਂ ਪਸੰਦ ਕਰ ਰਹੀ ਹੈ। ਇਸ ਨੁਕਤੇ ਤੇ ਉਹਨਾਂ ਨੂੰ ਜ਼ਰੂਰ ਸੋਚਣਾ ਪਵੇਗਾ। ਆਖਰਕਾਰ ਜਿਹੜੇ ਲੋਕ ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਦੇ ਨੇ, ਉੱਥੇ ਚੜਾਵਾ ਚੜਾਉਂਦੇ ਨੇ, ਜਦੋਂ ਕੋਈ ਗੁਰਪੁਰਬ ਆਉਂਦਾ ਉਹਦੇ ਵਿੱਚ ਘਰਾਂ ਤੋਂ ਦੁਕਾਨਾਂ ਤੋਂ ਪੈਸੇ ਇਕੱਠੇ ਕਰਕੇ ਲੰਗਰ ਲਾਉਂਦੇ ਨੇ, ਛਬੀਲਾਂ ਲਾਉਂਦੇ ਨੇ, ਵੱਡੀ ਵੱਡੀ ਸ਼ਮੂਲੀਅਤ ਕਰਦੇ ਨੇ, ਇਕੱਠ ਬਹੁਤ ਭਾਰੀ ਹੋ ਜਾਂਦੇ ਨੇ। ਪਿਛਲੇ ਸਮੇਂ ਦੇ ਵਿੱਚ ਵੀ ਉਹ ਕੀ ਕਾਰਨ ਹੈ ਕਿ ਉਹ VOTING ਦੇ ਵਿੱਚ ਸ਼ਾਮਲ ਹੋਣਾ ਪਸੰਦ ਨਹੀਂ ਕਰਦੇ। ਇਹ ਦੋਨਾਂ ਧਿਰਾਂ ਦੇ ਲਈ ਸੋਚਣ ਦਾ ਮੁੱਦਾ। ਜਿਹੜੀਆਂ ਹਾਰ ਗਈਆਂ ਉਹਨਾਂ ਦੇ ਲਈ ਵੀ, ਹਾਲਾਂਕਿ ਹਾਰਨ ਵਾਲੀਆਂ ਧਿਰਾਂ ਦੇ ਵਿੱਚ ਕਈ ਧਿਰਾਂ ਨੇ, ਜੇਤੂ ਇੱਕ ਧਿਰ ਹੈ, ਪਰ ਮੈਂ ਹਾਰ ਜਿੱਤ ਨੂੰ ਦੋ ਧਿਰਾਂ ਦੇ ਵਿੱਚ ਹੀ ਰੱਖ ਕੇ ਗੱਲ ਕਰ ਰਿਹਾ। ਜੇਤੂ ਤੇ ਹਾਰੀਆਂ ਹੋਈਆਂ ਧਿਰਾਂ, ਚਾਹੇ ਉਹ ਪੰਥਕ ਸੇਵਾ ਦਲ ਹੋਵੇ, ਚਾਹੇ ਕੋਈ ਵੀ ਹੋਵੇ, ਸਭ ਨੂੰ ਇਹ ਤਾਂ ਜ਼ਰੂਰ ਸੋਚਣਾ ਪਊਗਾ ਕਿ ਸਿੱਖ ਭਾਈਚਾਰਾ ਦਿੱਲੀ ਦਾ VOTING ਦੇ ਵਿੱਚ ਕਿਉਂ ਉਹਨਾਂ ਤੋਂ ਪਰੇ ਰਹਿ ਜਾਂਦਾ। ਆਖਿਰਕਾਰ ਇਹ ਇੱਕ ਨੁਕਤਾ ਹੈ ਜਿਹਦੇ ਤੇ ਜ਼ਰੂਰ ਚਰਚਾ ਹੋਣੀ ਚਾਹੀਦੀ ਹੈ। ਕਾਫੀ ਵਧੀਆ ਪੁਆਇੰਟ ਰੇਸ ਕੀਤਾ ਸਬਦੀਪ ਜੀ ਤੁਸੀਂ। ਕਿਤੇ ਨਾ ਕਿਤੇ ਸਾਰੇ ਧੜਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਕਿੱਦਾਂ ਵੋਟਰਸ ਨੂੰ ਮੋਟੀਵੇਟ ਕੀਤਾ ਜਾਵੇ। ਜੇ ਪੰਜਾਬ ਜਾਂ ਯੂਪੀ ਇਲੈਕਸ਼ਨ ਦੀ ਗੱਲ ਕਰੀਏ, ਖਾਸ ਕਰਕੇ ਮੈਂ ਪੰਜਾਬ ਤੇ ਜ਼ਿਆਦਾ ਫੋਕਸ ਰੱਖੂੰਗਾ ਕਿਉਂਕਿ ਸਾਡੇ ਦਰਸ਼ਕ ਜ਼ਿਆਦਾ ਪੰਜਾਬ ਤੇ ਇੰਟਰਸਟ ਲੈਂਦੇ ਨੇ। ਕਾਫੀ ਜ਼ਿਲ੍ਹਿਆਂ ਦੇ ਵਿੱਚ ਉੱਥੋਂ ਦੇ ਕਮਿਸ਼ਨਰਸ ਨੇ ਸਪੈਸ਼ਲ ਕੋਈ ਅਭਿਆਨ ਚਲਾਏ, ਜਿੱਦਾਂ ਕਿ ਜਲੰਧਰ ਤੋਂ ਸ਼ਾਇਦ, ਜਲੰਧਰ ਜਾਂ ਲੁਧਿਆਣੇ ਤੋਂ ਸ਼ਾਇਦ ਇੱਕ ਅਜੀਬ ਜੀ ਅਭਿਆਨ, ਅਜੀਬ ਤੇ ਨਹੀਂ ਕਹੂੰਗਾ, ਵੱਖਰਾ ਅਭਿਆਨ ਕਹੂੰਗਾ, ਚਲਾਇਆ ਗਿਆ ਸੀ। ਇਹਦੇ ਵਿੱਚ ਕਿ 2500 ਵੋਟਰਸ ਨੇ ਇਕੱਠੀ ਸੈਲਫੀ ਲਈ ਸੀ ਆਪਣੇ ਵੋਟਰ ਕਾਰਡ ਦੇ ਨਾਲ। ਕਿਤੇ ਨਾ ਕਿਤੇ ਵੋਟਰਸ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਖਾਸ ਕਰਕੇ ਯੂਥ ਵੋਟਰਸ ਨੂੰ, ਕਿ ਜਾਓ ਵੋਟ ਪਾਓ। ਉਦਾਂ ਦੇ ਅਭਿਆਨ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਦੁਆਰਾ ਵੀ ਜ਼ਰੂਰ ਚਲਾਏ ਜਾਣੇ ਚਾਹੀਦੇ ਆ, ਵੋਟਰਸ ਨੂੰ ਮੋਟੀਵੇਟ ਕਰਨਾ ਕਿ ਤੁਸੀਂ ਆਓ ਤੇ ਵੋਟ ਪਾਓ, ਆਪਣੇ ਮਨਪਸੰਦ ਕੈਂਡੀਡੇਟ ਚੁਣੋ। 335 ਕੈਂਡੀਡੇਟ ਨੇ ਲਗਭਗ ਹਿੱਸਾ ਲਿਆ ਸੀ। 26 ਫਰਵਰੀ ਨੂੰ VOTING ਹੋਈ ਸੀ ਤੇ 1 ਮਾਰਚ ਨੂੰ ਰਿਜ਼ਲਟ ਆਇਆ ਵਾ। 3,80,000 ਟੋਟਲ ਵੋਟਰਸ ਰਜਿਸਟਰਡ ਨੇ। ਪਿਛਲੀ ਵਾਰ ਤੋਂ ਲਗਭਗ 70-80 ਹਜ਼ਾਰ ਵੋਟਰਸ ਘੱਟ ਨੇ, ਕਿਉਂਕਿ ਜਾਂ ਤੁਸੀਂ ਕਹਿ ਸਕਦੇ ਹੋ ਵੋਟਾਂ ਕੈਂਸਲ ਕੀਤੀਆਂ ਗਈਆਂ ਨੇ। ਉਹਦੇ ਡਿਫਰੈਂਟ ਰੀਜ਼ਨ ਦਿੱਤੇ ਜਾ ਰਹੇ ਨੇ। ਗੁਰਦੁਆਰਾ ਕਮੇਟੀ ਦੀ ਜੇ ਸੁਣੀਏ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਫੇਕ ਵੋਟਰਸ ਜੋ ਆ ਉਹ ਅਸੀਂ ਕੱਢੇ ਨੇ, ਪਰ ਇੱਥੇ ਵੀ ਕਾਫੀ ਸਵਾਲ ਉੱਠਦੇ ਨੇ ਕਿ ਪਿਛਲੀ ਵਾਰ ਤੁਹਾਡੇ ਕੋਲ ਕਿਹੜਾ ਇਦਾਂ ਦਾ ਸਿਸਟਮ ਸੀ ਤਾਂ ਕਿ ਲੋਕ ਫੇਕ ਵੋਟਾਂ ਬਣਾਉਣ ਵਿੱਚ ਕਾਮਯਾਬ ਹੋ ਗਏ, ਤੇ ਕਿਹੜਾ ਤੁਸੀਂ ਸਿਸਟਮ ਹੁਣ ਯੂਜ਼ ਕਰਨ ਦੇ ਜੋ ਤਾਂ ਕਿ ਤੁਸੀਂ ਵੱਡੀ ਮਾਤਰਾ ਦੇ ਵਿੱਚ ਫੇਕ ਵੋਟਰਸ ਬਾਹਰ ਕੱਢਦੇ। ਦੂਜਾ ਜੋ ਇਸ ਮੁੱਦੇ ਤੇ ਖਾਸ ਕਰਕੇ ਧਰਮ ਪ੍ਰਚਾਰ ਕਮੇਟੀਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਗੁਰਦੁਆਰਾ ਕਮੇਟੀ ਦੀ ਇਲੈਕਸ਼ਨਾਂ ਵਿੱਚੋਂ ਸਿੱਖਾਂ ਦੀਆਂ ਵੋਟਰਾਂ ਦੀ ਗਿਣਤੀ ਘਟਣਾ ਕਿਤੇ ਨਾ ਕਿਤੇ ਇਹ ਤੇ ਨਹੀਂ ਕਿ ਤੁਹਾਡੇ ਪ੍ਰਚਾਰ ਵਿੱਚ ਕੋਈ ਕਮੀ ਰਹਿ ਗਈ ਹੈ, ਜਾਂ ਤੁਸੀਂ ਜੋ ਸਿੱਖਾਂ ਨੂੰ ਆਪਣੇ ਨਾਲ ਜੋੜਨ ਵਿੱਚ ਕਿਸੇ ਨਾ ਕਿਸੇ ਤਰੀਕੇ 'ਚ ਤੁਹਾਡੇ ਕੰਮ ਵਿੱਚ ਕਮੀ ਆ ਰਹੀ ਆ। 1,75,000 ਵੋਟਰਸ ਨੇ ਵੋਟਾਂ ਪਾਈਆਂ ਸੀ ਤੇ ਉਹਦਾ ਰਿਜ਼ਲਟ ਅੱਜ ਅਸੀਂ ਡਿਸਕਸ ਕਰ ਰਹੇ ਹਾਂ। ਪ੍ਰਭਮੀਤ ਸਿੰਘ ਜੀ। ਫੱਟੀ ਜੀ, ਇਸ ਤਰ੍ਹਾਂ ਹੈਗਾ, 26 ਨੇ ਜਿਹੜੀ ਗੱਲ ਕੀਤੀ ਕਿ 53% ਜਿਹੜੀ ਪੋਲਿੰਗ ਆ ਉਹ ਨਹੀਂ ਹੋਈ, ਤੇ
46% ਪੋਲਿੰਗ ਹੋਈ ਹੈ। 46% ਪੋਲਿੰਗ ਦੇ ਵਿੱਚੋਂ ਕਿੰਨੇ ਲੋਕਾਂ ਨੇ ਬਾਦਲ ਨੂੰ ਵੋਟਾਂ ਪਾਈਆਂ, ਕਿੰਨਿਆਂ ਨੇ ਸਰਨਾ ਧਰੇ ਨੂੰ ਪਾਈਆਂ, ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਇਸ ਤੋਂ ਬਾਅਦ ਜਿਹੜਾ ਕੱਲ ਦਾ ਇੱਕ ਚਰਚਾ ਇੱਥੇ ਚੱਲ ਰਹੀ ਹੈ ਕਿ ਦਿੱਲੀ ਇਲੈਕਸ਼ਨਾਂ ਦਾ ਰਿਜ਼ਲਟ ਜਿਹੜਾ ਪੰਜਾਬ ਦੇ ਇਲੈਕਸ਼ਨਾਂ ਦਾ ਰਿਫਲੈਕਸ਼ਨ ਮੰਨਿਆ ਜਾ ਰਿਹਾ, ਜੋ ਜਿਹਦੇ ਨਾਲ ਕਿ ਮੈਂ ਸਹਿਮਤ ਨਹੀਂ ਹੈਗਾ, ਕਿਉਂਕਿ ਦਿੱਲੀ ਦਾ ਸਿਨੈਰੀਓ ਪੰਜਾਬ ਦੇ ਸਿਨੈਰੀਓ ਤੋਂ ਬਹੁਤ ਅਲੱਗ ਹੈ। ਦਿੱਲੀ ਦੇ ਵਿੱਚ ਇੱਕ ਸਪੈਸ਼ਲ ਇੱਕ ਵਿਸ਼ੇਸ਼ ਧਰਮ ਨੇ ਜਿਹੜਾ ਉਹ ਆਪਣੇ ਧਾਰਮਿਕ ਸੰਗਠਨ ਵਾਸਤੇ ਵੋਟਾਂ ਪਾਈਆਂ, ਜਦਕਿ ਪੰਜਾਬ ਦੇ ਵਿੱਚ ਹਰ ਧਰਮ ਦੇ, ਹਰ ਫਿਰਕੇ ਦੇ, ਹਰ ਜਾਤ ਦੇ ਲੋਕਾਂ ਨੇ ਸਰਕਾਰ ਨੂੰ ਬਦਲਣ ਵਾਸਤੇ ਵੋਟਾਂ ਪਾਈਆਂ। ਦਿੱਲੀ ਦੇ ਵਿੱਚ ਜਿਹੜਾ ਸਰਕਾਰ ਨਹੀਂ ਸੀ ਉਹਨਾਂ ਨੇ ਚਲਾਉਣੀ, ਪੰਜਾਬ ਦੇ ਵਿੱਚ ਗਵਰਨਮੈਂਟ ਚਲਾਉਣੀ ਸੀ। ਇਸ ਤੋਂ ਇਲਾਵਾ ਇਹ ਸੀ ਕਿ ਪਿਛਲੇ ਦਿਨਾਂ 'ਚ ਆਪਣੇ ਸ਼ੋਅ ਦੇ ਵਿੱਚ ਸਰਨਾ ਸਾਹਿਬ ਵੀ ਆਏ ਸੀ। ਮੈਂ ਉਹਨਾਂ ਨੂੰ ਵੀ ਇੱਕ ਸਵਾਲ ਪੁੱਛਿਆ ਸੀ ਕਿ ਤੁਸੀਂ 14 ਸਾਲ ਉੱਥੇ ਰਾਜ ਕੀਤਾ ਹੈਗਾ ਦਿੱਲੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ, ਤੇ ਤੁਹਾਨੂੰ ਲੋਕਾਂ ਨੇ ਹਰਾਇਆ ਕਿਉਂ? ਤਾਂ ਕਿਤੇ ਨਾ ਕਿਤੇ ਉਹਨਾਂ ਦੀ ਗੱਲਾਂ ਦੇ ਵਿੱਚ ਇੱਕ ਹੈਂਕੜੀ ਸੀ ਇਸ ਤਰ੍ਹਾਂ ਦੀ ਕਿ ਬਸ ਮੈਂ ਤਾਂ ਜਿੱਤਿਆ ਹੀ ਜਿੱਤਿਆ, ਕਿਉਂਕਿ ਮੇਰਾ ਜਿੱਤਣਾ ਇੱਕ ਨੈਚੁਰਲ ਪ੍ਰੋਸੈਸ ਹੈ ਐਂਟੀ ਇਨਕੰਬੈਂਸੀ ਦੇ ਤਹਿਤ। ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਜਿਹੜੀ ਹੈਂਕੜੀ ਹੈ ਉਹ ਵੀ ਸਿੱਖ ਸੰਗਤ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਹੈਗਾ। ਤੇ ਇਸ ਤੋਂ ਇਲਾਵਾ ਜਿਹੜਾ ਪੰਥਕ ਸੇਵਾ ਦਲ ਹੈਗਾ, ਜਿਹੜਾ ਬਿਲਕੁਲ ਆਪਣਾ ਖਾਤਾ ਵੀ ਨਹੀਂ ਖੋਲ ਸਕਿਆ, ਉਹਦੇ ਵਿੱਚ ਵੀ ਇੱਕ ਪੁਆਇੰਟ ਇਹ ਰੇਜ਼ ਹੁੰਦਾ ਕਿ ਉਹਨੂੰ ਆਪ ਸਮਰਥਕ ਪੰਥਕ ਸੇਵਾ ਦਲ ਕਿਹਾ ਗਿਆ ਸੀ। ਤੇ ਇਹਦਾ ਮਤਲਬ ਇਹ ਹੋਇਆ ਕਿ ਦਿੱਲੀ ਦੀ ਸਿੱਖ ਸੰਗਤ ਨੇ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਨਕਾਰ ਦਿੱਤਾ। ਮੇਰੀ ਕੱਲ ਵੀ ਕੁਝ ਇੱਥੇ ਸਰਕਾਰੀ ਲੋਕਾਂ ਨਾਲ ਜਿਹੜੀ ਗੱਲ ਹੋਈ ਆ, ਉਹਨਾਂ ਨੇ ਵੀ ਇਹੀ ਕਿਹਾ ਕਿ ਇਸ ਵਾਰ ਸਿਚੁਏਸ਼ਨ ਬੜੀ ਡਾਈਸੀ ਜੀ ਹੈ, ਕੁਝ ਸਮਝ ਨਹੀਂ ਆ ਰਿਹਾ ਕਿ ਕੀ ਹੋਏਗਾ ਪੰਜਾਬ ਦੇ ਵਿੱਚ, ਕੀ ਨਹੀਂ ਹੋਏਗਾ। ਇੱਕ ਚੀਜ਼ ਜਿਹੜੀ ਪੁਆਇੰਟ ਉਹਦੇ ਚ ਕਿ ਇਹ ਵੀ ਨਿਕਲ ਕੇ ਆ ਰਿਹਾ ਕਿ ਜੇ ਅਕਾਲੀ ਦਲ ਨੂੰ ਵੋਟਾਂ ਪੈਂਦੀਆਂ ਨੇ ਜ਼ਿਆਦਾ ਪੰਜਾਬ ਦੇ ਵਿੱਚ, ਔਰ ਆਮ ਆਦਮੀ ਪਾਰਟੀ ਦਾ ਵੀ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਕਿ ਪੰਜਾਬ 'ਚ ਕਾਫੀ ਵੋਟਾਂ ਪਈਆਂ ਨੇ, ਤਾਂ ਇਹਦਾ ਮਤਲਬ ਇਹ ਨਿਕਲ ਕੇ ਆ ਰਿਹਾ ਕਿ ਹੋ ਸਕਦਾ ਕਿ ਪੰਜਾਬ ਦੇ ਜਿਹੜੇ ਇਲੈਕਸ਼ਨ ਰਿਜ਼ਲਟ ਨੇ ਉਹਨਾਂ ਦੇ ਵਿੱਚ ਕਾਂਗਰਸ ਨੂੰ ਬਹੁਤ ਜ਼ਿਆਦਾ ਨੁਕਸਾਨ ਸਹਿਣਾ ਪਵੇ। ਔਰ ਕਾਂਗਰਸ ਦਾ ਨੁਕਸਾਨ ਜਿਹੜਾ ਹੈਗਾ ਉਹ ਇਸ ਵਾਰੀ ਕਾਂਗਰਸ ਨੂੰ ਬਿਲਕੁਲ ਪੂਰੀ ਤਰ੍ਹਾਂ ਲੈ ਡੁੱਬੇਗਾ, ਕਿਉਂਕਿ ਕਾਂਗਰਸ ਵਾਸਤੇ ਪੰਜਾਬ ਦੇ ਵਿੱਚ ਕਰੋ ਜਾਂ ਮਰੋ ਦੀ ਜਿਹੜਾ ਸਿਚੁਏਸ਼ਨ ਹੈਗੀ ਹੈ। ਕਿਉਂਕਿ ਜੇਕਰ ਉਹ ਪੰਜਾਬ ਦੇ ਵਿੱਚੋਂ ਵੀ ਸਾਫ਼ ਹੋ ਗਏ ਤਾਂ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਅੱਗੇ ਕਿਤੇ ਉਹ ਆਪਣੇ ਆਪ ਨੂੰ ਸਰਵਾਈਵਲ ਮੋਡ ਦੇ ਵਿੱਚ ਦੇਖ ਪਾਣਗੇ ਜੀ। ਇੱਕ ਸਵਾਲ ਜੋ ਕੱਲ ਤੋਂ ਸਾਨੂੰ ਕਾਲਾਂ ਆ ਰਹੀਆਂ ਨੇ, ਹਰ ਕਾਲਰ ਜਾਨਣਾ ਵੀ ਚਾਹੁੰਦਾ ਹੈ ਕਿ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰਿਜ਼ਲਟ ਨੂੰ ਪੰਜਾਬ ਦੇ ਨਾਲ ਕੰਪੇਅਰ ਕਰਕੇ ਵੇਖ ਸਕਦੇ ਹਾਂ। ਮੈਂ ਚਾਹੂੰਗਾ ਮੇਰੇ ਨਾਲ ਸਾਰੇ ਹੀ ਜੁੜੇ ਪੈਨਲਿਸਟ ਇੱਥੇ ਜਰੂਰ ਕਮੈਂਟ ਕਰਨ, ਖਾਸ ਕਰਕੇ ਕੱਲ ਰਿਜ਼ਲਟ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਦੁਵਿਧਾ ਜੀ ਬਣ ਗਈ ਹੈ ਪੰਜਾਬੀਆਂ ਦੇ ਮਨਾਂ ਵਿੱਚ, ਕਿਤੇ ਇਹ ਨਾ ਹੋਵੇ ਕਿ ਪੰਜਾਬ ਵਿੱਚ ਵੀ ਅਕਾਲੀ ਦਲ ਹੀ ਜੇਤੂ ਹੋਵੇ। ਤੁਹਾਡੇ ਚੋਂ ਕੋਈ ਵੀ ਜੇ ਤੇ ਕਮੈਂਟ ਕਰਨਾ ਚਾਹੇ। ਨਹੀਂ ਜੀ ਨਹੀਂ ਹਰਪ੍ਰੀਤ ਜੀ, ਬਿਲਕੁਲ ਨਹੀਂ। ਪੰਜਾਬ ਦੇ ਦਿੱਲੀ ਦੇ ਰਿਜ਼ਲਟ ਨੂੰ ਮੈਂ ਕਿਉਂ ਨਹੀਂ ਕਰ ਸਕਦੇ? ਮੈਨੂੰ ਰੀਜ਼ਨ ਜ਼ਰੂਰ ਚਾਹੀਦਾ। ਪ੍ਰਭਜੀਤ ਸਿੰਘ ਜੀ ਰੀਜ਼ਨ ਜ਼ਰੂਰ ਦਿਓ, ਕਿਉਂ ਤੁਹਾਨੂੰ ਲੱਗਦਾ ਕਿ ਨਹੀਂ ਕਰ ਸਕਦੇ? ਉਹੀ ਹੁਣੇ ਮੈਂ ਦਿੱਤਾ ਨਾ ਜੀ, ਪੰਜਾਬ ਦੇ ਵਿੱਚ ਜਿਹੜੀ ਉਹਨਾਂ ਨੇ 10 ਸਾਲ ਸਰਕਾਰ ਚਲਾਈ ਹੈ ਉਹ ਹਰ ਇੱਕ ਚੀਜ਼ ਨੂੰ ਕੰਟਰੋਲ ਕਰਦੇ ਰਹੇ ਸੀ। ਦਿੱਲੀ ਦੇ ਵਿੱਚ ਉਹ ਸਰਕਾਰ ਨਹੀਂ ਚਲਾ ਰਹੇ। ਪੰਜਾਬ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਹਰ ਧਰਮ ਦੇ ਵੋਟਰਾਂ ਨੇ ਵੋਟਾਂ ਪਾਈਆਂ ਨੇ, ਹਰ ਜਾਤ, ਹਰ ਫਿਰਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ। ਦਿੱਲੀ ਦੇ ਵਿੱਚ ਸਿਰਫ ਸਿੱਖ ਕਮਿਊਨਿਟੀ ਨੇ, ਉਹਦੇ ਵਿੱਚ ਵੀ ਸਿਰਫ 46% ਸਿੱਖ ਕਮਿਊਨਿਟੀ ਨੇ ਵੋਟਾਂ ਪਾਈਆਂ ਨੇ। ਔਰ ਦਿੱਲੀ ਦੇ ਮੁੱਦੇ ਔਰ ਪੰਜਾਬ ਦੇ ਮੁੱਦੇ ਜਿਹੜੇ ਬਹੁਤ ਜ਼ਿਆਦਾ ਅਲੱਗ-ਅਲੱਗ ਹੈਗੇ ਨੇ। ਔਰ ਕਿਤੇ ਨਾ ਕਿਤੇ ਉਹਦਾ ਇੱਕ ਕਾਰਨ ਇਹ ਵੀ ਜਿਹੜਾ ਨਿਕਲ ਕੇ ਆਉਂਦਾ ਕਿ ਦਿੱਲੀ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਇਲੈਕਸ਼ਨ ਲੜ ਰਹੇ ਸੀ, ਉਹਨਾਂ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਕਿਹਾ ਸੀ ਕਿ ਤੁਸੀਂ ਸਾਡੇ ਤੋਂ ਦੂਰ ਰਹਿਣਾ। ਔਰ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਸਾਹਮਣੇ ਨਿਕਲ ਕੇ ਆ ਰਹੀਆਂ। ਅਕਾਲੀ ਦਲ ਦੇ ਜਿਹੜੇ ਕੁਝ ਸੋ ਕਾਲਡ ਜਥੇਦਾਰ, ਅਹੁਦੇਦਾਰ ਜਿਹੜੇ ਪਿਛਲੇ ਕਈ ਦਿਨਾਂ ਤੋਂ ਲੁਕਦੇ ਫਿਰਦੇ ਸੀ, ਆਪਾਂ ਇਹ ਕਹਿ ਸਕਦੇ ਕਿ ਘੁਰਨਿਆਂ ਦੇ ਵਿੱਚ ਬੈਠੇ ਸੀ, ਕੱਲ ਉਹ ਬੜੀ ਖੁੱਲ ਕੇ ਸਾਹਮਣੇ ਆਏ। ਉਹਨਾਂ ਨੇ ਸੋਸ਼ਲ ਮੀਡੀਆ ਤੇ ਬੜੀਆਂ ਬੜਕਾਂ ਮਾਰੀਆਂ। ਅਦਰਵਾਈਜ਼ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬੜਾ ਹਾਈ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੈਨੂੰ ਇਹ ਲੱਗਦਾ ਕਿ 10 ਦਿਨ ਦਾ ਇੱਕ ਜਿਹੜਾ ਟਾਈਮ ਹੈਗਾ ਇਹ ਉਹਨਾਂ ਵਾਸਤੇ ਖੁਸ਼ ਹੋਣ ਦਾ ਸਮਾਂ, ਤੇ ਬਾਕੀਆਂ ਵਾਸਤੇ ਜਿਹੜਾ ਉਹ ਸੋਚਣ ਦਾ ਸਮਾਂ ਕਿ ਆਉਣ ਵਾਲੇ 10 ਦਿਨਾਂ 'ਚ ਕੀ ਹੋਏਗਾ। ਪੰਜਾਬ ਦੇ ਰਿਜ਼ਲਟ ਨੂੰ ਮੈਂ ਦਿੱਲੀ ਨਾਲ ਕੰਪੇਅਰ ਨਹੀਂ ਕਰ ਸਕਦਾ ਕਿਸੇ ਵੀ ਹਾਲਾਤ ਦੇ ਵਿੱਚ। ਜੇ ਕੋਈ ਹੋਰ ਮੇਰਾ ਸਾਥੀ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ ਬਿਲਕੁਲ ਇੱਥੇ ਇੱਕ ਚੀਜ਼ ਜ਼ਰੂਰ ਨੋਟ ਕਰ ਲੈਣੀ ਚਾਹੀਦੀ ਹੈ ਕਿ ਗੁਰਦੁਆਰਾ ਇਲੈਕਸ਼ਨ ਦੇ ਵਿੱਚ ਜੋ ਰਿਜ਼ਲਟ ਆਏ ਨੇ ਉਹਦੇ ਨਾਲ ਅਕਾਲੀ ਦਲ ਖੇਮੇ ਦੇ ਵਿੱਚ ਜਿਹੜਾ ਮਨੋਬਲ ਦਾ ਜਿਹੜਾ ਵਿਕਾਸ ਕਹਿ ਲਓ, ਜਾਂ ਮਨੋਬਲ ਜਿਹੜਾ ਉਹਨਾਂ ਦੇ ਵਲੰਟੀਅਰ ਦੇ ਵਿੱਚ ਵਧਿਆ ਹੈ, ਕੌਨਫੀਡੈਂਸ ਦੇ ਵਿੱਚ ਫਰਕ ਹੈ। ਮੇਰੇ ਸਵਾਲ ਤੇ ਰਿਓ ਸੀਪੀ ਸਿੰਘ ਜੀ, ਮੇਰਾ ਸਵਾਲ ਤੇ ਰਿਓ। ਮੈਂ ਉੱਥੇ ਆ ਰਿਹਾ ਉਹ ਮਨੋਬਲ ਦੇ ਵਿੱਚ ਜ਼ਰੂਰ ਫਰਕ ਪਏਗਾ। ਲੇਕਿਨ ਜੇ ਅਸੀਂ ਪੰਜਾਬ ਦੇ ਨਾਲ ਇਹਨੂੰ ਕੰਪੇਅਰ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਇਸ ਵਾਰ ਲੜਾਈ ਸੀਗੀ ਉਹ ਤਿਕੋਣੀ ਲੜਾਈ ਸੀਗੀ। ਔਰ ਜੇ ਅਸੀਂ ਗੱਲ ਕਰੀਏ 100% ਵੋਟਾਂ ਦੇ ਵਿੱਚੋਂ 33 ਕਰਕੇ ਜੇ ਅਸੀਂ ਡਿਵਾਈਡ ਕਰੀਏ ਤਾਂ ਉਹਨਾਂ ਦੇ ਖੇਮੇ ਦੇ ਵਿੱਚ ਕਿਤੇ ਨਾ ਕਿਤੇ ਸ਼ੇਅਰ ਜਾਂਦਾ ਸੀਗਾ। ਲੇਕਿਨ ਹੁਣ ਉਹ ਇਸ ਵਾਰ ਜਿਹੜਾ ਇੱਕ ਸਾਇਲੈਂਟ ਫੈਕਟਰ ਕੰਮ ਕੀਤਾ ਪੰਜਾਬ ਦੇ ਵਿੱਚ
ਐਂਟੀ ਇਨਕੰਬੈਂਸੀ ਫੈਕਟਰ ਕੰਮ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਫੈਕਟਰ ਸੀਗਾ, ਜਾਂ ਜਿਹੜੇ ਹੋਰ ਇਦਾਂ ਦੇ ਮੁੱਦੇ ਸੀਗੇ, ਉਸ ਨੇ ਜਿਹੜੇ ਕਿਆਸ ਵੀ ਲਾਉਣੇ ਪੈਂਦੇ ਸੀ ਐਨਾਲਿਸਿਸ ਨੂੰ, ਜਿਹੜੇ ਕਿਆਸ ਵੀ ਐਨਾਲਿਸਿਸ ਲਾਉਂਦੇ ਸੀਗੇ, ਉਹ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਲਾ ਪਾਏ, ਕਿਉਂਕਿ ਇਸ ਵਾਰ ਦੀ ਇਲੈਕਸ਼ਨ ਮੇਰੇ ਖਿਆਲ ਇਤਿਹਾਸ ਦੇ ਵਿੱਚ ਇਦਾਂ ਦੀ ਇਲੈਕਸ਼ਨ ਹੋਈ ਸੀ ਕਿ 2 ਪਾਰਟੀਆਂ ਤੋਂ ਬਾਅਦ ਇੱਕ ਤੀਜੀ ਪਾਰਟੀ ਦੀ ਸ਼ਮੂਲੀਅਤ ਹੋਈ ਸੀ, ਔਰ ਇਸ ਕਰਕੇ ਇਹਦੇ ਵਿੱਚ ਜਿਹੜਾ ਲੜਾਈ ਦਾ ਸੀਗਾ, ਤੇ ਤੁਸੀਂ ਕਹਿ ਲਓ ਤਿੰਨਾਂ ਦੇ ਵਿੱਚ ਮੁੱਦਾ ਸੀਗਾ, ਉਹ ਡਿਫਰੈਂਟ ਸੀਗਾ, ਔਰ ਨੋ ਡਾਊਟ ਆਮ ਆਦਮੀ ਪਾਰਟੀ ਦੀ ਵੇਵ ਵੀ ਬਹੁਤ ਜ਼ਿਆਦਾ ਸੀ, ਉਹ ਵੀ ਫੈਕਟਰ ਕੰਮ ਕੀਤਾ, ਤਾਂ ਹਰ ਇੱਕ ਚੀਜ਼ ਨੇ ਕੰਮ ਕੀਤਾ, ਲੇਕਿਨ 11 ਤਰੀਕ ਤੋਂ ਪਹਿਲਾਂ ਪ੍ਰੋਪਰ ਸੋਲਿਡ ਤਰੀਕੇ ਨਾਲ ਕੋਈ ਵੀ ਐਨਾਲਿਸਿਸ ਨਹੀਂ ਹੋ ਸਕਦਾ। ਸੀਪੀ ਸਿੰਘ ਜੀ, ਜੇ ਮੈਂ ਇਹ ਕਹਾਂ ਕਿ ਹਰ ਇਲੈਕਸ਼ਨ ਡਿਫਰੈਂਟ ਹੁੰਦੀ ਆ, ਪੰਚਾਇਤੀ ਇਲੈਕਸ਼ਨ ਦੇ ਡਿਫਰੈਂਟ ਮੁੱਦੇ ਹੁੰਦੇ ਨੇ, ਡਿਫਰੈਂਟ ਮੁੱਦਿਆਂ ਤੇ ਡਿਫਰੈਂਟ ਕਾਰਨਾਂ ਦੇ ਉਹ ਇਲੈਕਸ਼ਨ ਲੜੀ ਜਾਂਦੀ ਆ। ਐਮਸੀਡੀ ਇਲੈਕਸ਼ਨ, ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਡਿਫਰੈਂਟ ਮੁੱਦੇ ਹੁੰਦੇ ਨੇ, ਡਿਫਰੈਂਟ ਇਸ਼ੂਜ਼ ਤੇ ਇਲੈਕਸ਼ਨ ਲੜੀ ਜਾਂਦੀ ਆ। ਸੇਮ ਗੋਜ਼ ਫॉर ਸਟੇਟ ਐਂਡ ਨੇਸ਼ਨ ਦੇ ਵਾਸਤੇ। ਰਾਜ ਅਤੇ ਦੇਸ਼ ਦੀ ਇਲੈਕਸ਼ਨ ਦੇ ਡਿਫਰੈਂਟ ਮੁੱਦੇ ਹੁੰਦੇ ਨੇ। ਖਾਸ ਤੌਰ ਤੇ ਤੁਸੀਂ ਦੇਖਿਆ ਵਾ ਕਿ ਯੂਪੀ ਦੇ ਵਿੱਚ ਮੋਦੀ ਸਾਹਿਬ ਨੂੰ 80 ਚੋਂ 71 ਸੀਟਾਂ ਮਿਲੀਆਂ ਸੀ, ਪਰ ਹੁਣ ਜੇ ਅੱਜ ਦੀ ਸਥਿਤੀ ਦੇਖੀਏ ਤੇ ਇਹ ਅਸੀਂ ਸਾਫ਼ ਕਹਿ ਸਕਦੇ ਹਾਂ ਕਿ ਉਹ 71 ਸੀਟਾਂ ਨੂੰ ਜੇ ਅਸੀਂ ਵਿਧਾਨ ਸਭਾ ਸੀਟਾਂ ਕੱਢ ਲਈਏ, ਉਹ ਰਿਜ਼ਲਟ ਬੀਜੇਪੀ ਦੇ ਹੱਕ ਵਿੱਚ ਕਦੀ ਨਹੀਂ ਆਊਗਾ। ਮੇਰੇ ਖਿਆਲ ਮੁੱਦਿਆਂ ਦੀ ਬਜਾਏ ਜੇ ਅਸੀਂ ਇਸ ਚੀਜ਼ ਨੂੰ ਏਦਾਂ ਦੇਖਣ ਦੀ ਕੋਸ਼ਿਸ਼ ਕਰੀਏ ਕਿ ਹਰ ਇਲੈਕਸ਼ਨ ਡਿਫਰੈਂਟ ਮੁੱਦੇ ਤੇ ਲੜੀ ਜਾਂਦੀ ਹੈ, ਤੇ ਉਹ ਮੁੱਦਿਆਂ ਦੇ ਆਧਾਰ ਤੇ ਹੀ ਵੋਟਰਸ ਵੋਟ ਪਾਉਂਦੇ ਨੇ। ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਨੂੰ ਸਾਨੂੰ ਪੰਜਾਬ ਦੀ ਇਲੈਕਸ਼ਨ ਦੇ ਰਿਜ਼ਲਟ ਨਾਲ ਮਿਲਾ ਕੇ ਨਹੀਂ ਦੇਖਣਾ ਚਾਹੀਦਾ। ਪੰਜਾਬ ਦੀ ਇਲੈਕਸ਼ਨ ਟੋਟਲੀ ਡਿਫਰੈਂਟ ਤਰੀਕੇ ਨਾਲ ਲੜੀ ਗਈ ਆ। ਮੇਰੇ ਕਹਿਣ ਦੇ ਮੁਤਾਬਿਕ ਮੇਰੇ ਆਪਣੇ ਵਿਚਾਰ ਆ ਕਿ ਬੜੀ ਹੀ ਨਿਚਲੇ ਦਰਜੇ ਦੀ ਰਾਜਨੀਤੀ ਹੋਈ ਆ ਪੰਜਾਬ ਦੀ ਇਲੈਕਸ਼ਨ ਦੇ ਵਿੱਚ, ਤੇ ਉਹਦੇ ਰਿਜ਼ਲਟ ਅਸੀਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰਿਜ਼ਲਟ ਨਾਲ ਸਾਨੂੰ ਬਿਲਕੁਲ ਮਿਲਾ ਕੇ ਨਹੀਂ ਦੇਖਣੇ ਚਾਹੀਦੇ। 11 ਮਾਰਚ ਤੱਕ ਸਾਨੂੰ ਜ਼ਰੂਰ ਵੇਟ ਕਰਨੀ ਚਾਹੀਦੀ ਹੈ ਕਿ ਜਿੱਦਣ ਪੰਜਾਬ ਦੇ ਈਵੀਐਮ ਮਸ਼ੀਨਾਂ ਖੁੱਲਣਗੀਆਂ ਤੇ ਆਪਣੇ ਨੰਬਰਸ ਬਾਹਰ ਕੱਢਣਗੀਆਂ, ਤਾਂ ਕਿ ਸਾਨੂੰ ਰੀਅਲ ਚ ਪਤਾ ਲੱਗ ਸਕੇ ਕਿ ਕੌਣ ਜਿੱਤਿਆ ਕੌਣ ਹਾਰਿਆ ਵਾ। ਸਬਦੀਸ਼ ਜੀ ਬਿਲਕੁਲ ਤੁਸੀਂ ਠੀਕ ਕਹਿੰਦੇ ਹੋ। ਪੰਜਾਬ ਦੇ ਰਿਜ਼ਲਟ ਦੀ ਕਿਆਸ ਹਰਾਈ ਇਹਨਾਂ ਰਿਜ਼ਲਟਾਂ ਤੋਂ ਬਿਲਕੁਲ ਨਹੀਂ ਲਗਾਈ ਜਾ ਸਕਦੀ ਹੈਗੀ। ਉੱਥੇ ਮੁੱਦੇ ਜਿਹੜੇ ਹੈਗੇ ਸੀ ਉਹ ਇੱਕ ਸਰਕਾਰ ਦੇ ਕੰਮ ਕਰਨ ਦੇ ਸੀ, ਸਰਕਾਰ ਨੇ ਆਪਣੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਈਆਂ ਨੇ ਉਸ ਚੀਜ਼ ਦੇ ਸੀ, ਨਾ ਕਿ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਸੋ ਬਿਲਕੁਲ ਹੀ ਇਹਦੇ ਅਨੁਸਾਰ ਹੋਵੇ ਕੋਈ ਰਿਜ਼ਲਟ, ਇਹਦੀ ਤਾਂ ਬਿਲਕੁਲ ਕਿਆਸਰਾਈ ਕਰਨੀ ਮੇਰੇ ਖਿਆਲ ਨਾਲ ਬਿਲਕੁਲ ਗਲਤ ਹੋਏਗੀ। ਪਰ ਔਰ ਇਹਦੇ ਵਿੱਚੋਂ ਅਸੀਂ ਕੁਝ ਇਹ ਨਹੀਂ ਡਰਾ ਕਰ ਸਕਦੇ ਹੈਗੇ ਕਿ ਕਿਹੋ ਜੀ ਮਾਨਸਿਕਤਾ ਉੱਥੇ ਵੋਟਰਾਂ ਦੀ ਸੀ, ਉਹ ਵੀ ਅਸੀਂ ਇਹਦੇ ਵਿੱਚੋਂ ਡਰਾ ਨਹੀਂ ਕਰ ਸਕਦੇ, ਕਿਉਂਕਿ ਉੱਥੇ ਡਿਵੈਲਪਮੈਂਟ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਹੋਰ ਇਸ ਤਰ੍ਹਾਂ ਗਵਰਨੈਂਸ ਨਾਲ ਜੁੜੇ ਹੋਏ ਮੁੱਦੇ ਔਰ ਭ੍ਰਿਸ਼ਟਾਚਾਰ ਨਾਲ ਜੁੜੇ ਹੋਏ ਮੁੱਦੇ ਕਿੰਨਾ ਕੁਝ ਉਹ ਹੈ ਸੀ ਜਿਹੜਾ ਇੱਥੇ ਨਹੀਂ ਸੀ। ਸਿਰਫ ਇੱਕ ਗੱਲ ਇਹਦੇ ਵਿੱਚੋਂ ਡਰਾ ਕੀਤੀ ਜਾ ਸਕਦੀ ਹੈ ਕਿ ਉੱਥੇ ਧਾਰਮਿਕ ਪਲੇਟਫਾਰਮ ਦੇ ਉੱਤੇ ਜਿਹੜੇ ਲੋਕ ਬਾਦਲ ਅਕਾਲੀ ਦਲ ਨਾਲ ਲੜਾਈ ਕਰਕੇ ਉਹਨਾਂ ਨੂੰ ਐਸਜੀਪੀਸੀ ਚੋਂ ਦੂਰ ਕਰਨਾ ਚਾਹੁੰਦੇ ਨੇ, ਸ਼ਾਇਦ ਉਹਨਾਂ ਵਾਸਤੇ ਉਹ ਰਾਹ ਉਹਨਾਂ ਪੱਧਰਾ ਨਾ ਹੋ ਸਕੇ ਜਿੰਨਾ ਉਹ ਕਿਆਸਰਾਈ ਕਰਦੇ ਸੀ, ਜਾਂ ਜੇ ਇੱਥੇ ਉਹ ਧੜਿਆਂ ਨੂੰ ਜਿੱਤ ਹੁੰਦੀ ਤਾਂ ਉਹਨਾਂ ਨੂੰ ਲੱਗਣਾ ਸੀ ਕਿ ਅਸੀਂ ਬਿਲਕੁਲ ਸੌਖੇ ਆਪਣੇ ਨਿਸ਼ਾਨੇ ਤੇ ਪਹੁੰਚ ਗਏ ਹਾਂ। ਇੱਥੇ ਦੀ ਜਿਹੜੀਆਂ ਚੋਣਾਂ ਨੇ ਉਹ ਇੱਕ ਉਹਨਾਂ ਵਾਸਤੇ ਜ਼ਰੂਰ ਇੱਕ ਜਗਾਉਣ ਦੀ ਕਾਲ ਦਿੰਦੀ ਹੈ ਕਿ ਤੁਸੀਂ ਜੇ ਸਰਕਾਰ ਦੀ ਐਂਟੀ ਇਨਕੰਬੈਂਸੀ ਹੈ ਉਹਦੇ ਆਧਾਰ ਤੇ ਧਾਰਮਿਕ ਅਦਾਰਿਆਂ ਦੀਆਂ ਚੋਣਾਂ ਦੀ ਜਿੱਤ ਲੈਣ ਦੀ ਆਸ ਨਹੀਂ ਕਰ ਸਕਦੇ। ਸਰਕਾਰ ਬਣਾਉਣ ਵਾਲੀਆਂ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਨਾਂ ਦੇ ਆਪਣੇ ਮੁੱਦੇ ਨੇ, ਆਪਣਾ ਆਧਾਰ ਹੈ, ਤੇ ਜਿਹੜੇ ਐਸਜੀਪੀਸੀ ਦੀਆਂ ਚੋਣਾਂ ਕੱਲ ਨੂੰ ਕਦੇ ਵੀ ਹੁੰਦੀਆਂ ਨੇ ਉਹਦੇ ਆਪਣੇ ਆਧਾਰ ਹੋਣਗੇ, ਉਹਦੇ ਆਪਣੀਆਂ ਜਿਹੜੀਆਂ ਹੈਗੀਆਂ ਮੁੱਦੇ ਹੋਣਗੇ। ਸੋ ਇਹ ਚੀਜ਼ ਜ਼ਰੂਰ ਡਿਫਰੈਂਸ਼ੀਏਟ ਕਰ ਜਾਂਦੀ ਹੈ ਇਸ ਚੀਜ਼ ਨੂੰ ਕਿ ਉਹਨਾਂ ਐਂਟੀ ਇਨਕੰਬੈਂਸੀ ਦੇ ਉੱਤੇ ਜਾਂ ਪੋਲੀਟੀਕਲ ਮੁੱਦਿਆਂ ਦੇ ਉੱਤੇ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਦੇ ਵਿੱਚ ਕਿਵੇਂ ਲੜਨ ਬਾਰੇ ਜਾਂ ਜਿੱਤਣ ਬਾਰੇ ਕੋਈ ਕਿਆਸਰਾਈਆਂ ਨਹੀਂ ਲਗਾਈਆਂ ਜਾ ਸਕਦੀਆਂ। ਜੇ ਸਬਦੀਸ਼ ਜੀ ਮੇਰੇ ਨਾਲ ਜੁੜ ਚੁੱਕੇ, ਮੈਂ ਉਹਨਾਂ ਦੇ ਵਿਚਾਰ ਵੀ ਇੱਥੇ ਜ਼ਰੂਰ ਚਾਹੂੰਗਾ। ਨਾਲ ਹੀ
ਅਗਲੇ ਮੁੱਦੇ ਤੇ ਵੀ ਮੈਂ ਜਾਣਾ ਚਾਹੂੰਗਾ। ਸਬਦੀਸ਼ ਜੀ ਤੁਸੀਂ ਜੇ ਮੇਰੀ ਆਵਾਜ਼ ਸੁਣ ਪਾ ਰਹੇ ਜੋ? ਆਈ ਥਿੰਕ ਸਬਦੀਸ਼ ਜੀ ਦੀ ਲਾਈਨ ਹਰਪ੍ਰੀਤ ਜੀ ਮੇਰੀ ਆਵਾਜ਼ ਆ ਰਹੀ ਜੀ? ਜੀ? ਪਲੀਜ਼, ਬਿਲਕੁਲ ਆ ਰਹੀ ਹੈ ਜੀ, ਗੋ ਹੈਡ ਜੀ। ਹੈਲੋ, ਹਾਂਜੀ ਗੋ ਹੈਡ। ਹਰਪ੍ਰੀਤ ਜੀ ਮੈਂ ਅੱਧੀ ਕੁ ਗੱਲ ਤਾਂ ਪਹਿਲੇ ਨੁਕਤੇ ਦੇ ਵਿੱਚ ਹੀ ਕਰ ਗਿਆ ਸੀ ਕਿ ਪੰਜਾਬ ਦੇ ਜੋ ਹਾਲਾਤ ਨੇ, ਪੰਜਾਬ ਦੀ ਜੋ ਸਿਚੁਏਸ਼ਨ ਹੈ ਉਹ ਦਿੱਲੀ ਦੀ ਪੋਸਟਰ ਵਾਰ ਦੇ ਵਿੱਚ ਸਹਾਈ ਹੁੰਦੀ ਹੈ, ਪਰ ਦਿੱਲੀ ਦੀ ਜੋ ਰੀਅਲ ਪੋਜੀਸ਼ਨ ਹੈ ਸਿੱਖ ਭਾਈਚਾਰੇ ਦੀ, ਉਹ ਪੰਜਾਬ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਦੀ। ਅਸੀਂ ਇਸ ਤੋਂ ਅੰਦਾਜ਼ਾ ਵੀ ਲਾ ਸਕਦੇ ਹਾਂ ਕਿ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਸੀ ਦਿੱਲੀ ਦੇ ਵਿੱਚ, ਉਹਨਾਂ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ। ਮੈਂ ਨਹੀਂ ਸਮਝਦਾ ਕਿ ਪੰਜਾਬ ਦਿੱਲੀ ਦੀ ਚੋਣ ਨੇ ਕੋਈ ਬਹੁਤ ਜ਼ਿਆਦਾ ਪੰਜਾਬ ਨੂੰ ਪ੍ਰਭਾਵਿਤ ਕਰਨਾ। ਉਂਝ ਵੀ ਪ੍ਰਭਾਵਿਤ ਕਰਨ ਦੀ ਦੋ ਨੁਕਤਿਆਂ ਤੋਂ ਜਿਹੜੀ ਬਹੁਤ ਜ਼ਿਆਦਾ ਸੰਭਾਵਨਾ ਨਹੀਂ। ਪੰਜਾਬੀਆਂ ਦੀ ਦਿੱਲੀ ਦੇ ਵਿੱਚ ਇੱਕ ਚੰਗੀ ਭਰਵੀਂ ਗਿਣਤੀ ਹੈ, ਜਿਹਦੇ ਵਿੱਚ ਲਗਭਗ 10 ਲੱਖ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਦੀ ਮੰਨੀ ਜਾਂਦੀ ਹੈ। ਪਰ 10 ਲੱਖ ਦਾ ਮਤਲਬ ਇਹ ਨਹੀਂ ਕਿ ਉਹ 10 ਲੱਖ ਦਾ 10 ਲੱਖ ਵੋਟਰ ਹੈ, ਉਹਦੀ ਕੁੱਲ ਗਿਣਤੀ 10 ਲੱਖ ਦੇ ਕਰੀਬ ਮੰਨੀ ਜਾਂਦੀ। ਮੈਂ ਕੋਈ ਸਹੀ ਅੰਕੜੇ ਨਹੀਂ ਦੱਸ ਰਿਹਾ, ਬਿਲਕੁਲ ਮੈਂ ਅੰਦਾਜ਼ਨ ਅੰਕੜੇ ਦੱਸ ਰਿਹਾ। ਔਰ 10 ਲੱਖ ਲੋਕ ਜੇ ਬਹੁਤ ਸਰਗਰਮ ਵੀ ਹੋਣ, ਹਾਲਾਂਕਿ ਚੋਣਾਂ ਦੇ ਵਿੱਚ ਉਹਨਾਂ ਦੀ ਸਰਗਰਮੀ ਬਹੁਤ ਸੀਮਤ ਹੱਦ ਤੱਕ ਨਜ਼ਰ ਆਈ ਹੈ, 50% ਤੱਕ ਵੀ ਨਹੀਂ ਗਈ, ਤਾਂ ਉਹ 10 ਲੱਖ ਲੋਕ ਜਿੰਨੇ ਮਰਜ਼ੀ ਸੁਚੇਤ ਹੋ ਜਾਣ, ਪੰਜਾਬ ਦੇ ਕਰੋੜਾਂ ਲੋਕਾਂ ਨੂੰ ਉਹ ਪ੍ਰਭਾਵਿਤ ਨਹੀਂ ਕਰ ਸਕਦੇ। ਔਰ ਇੱਕ ਗੱਲ ਹੋਰ ਵੀ ਨੁਕਤਾ ਵਾ ਕਿ ਹੁਣ ਚੋਣਾਂ ਪੰਜਾਬ ਦੇ ਵਿੱਚ ਪਹਿਲਾਂ ਹੋ ਚੁੱਕੀਆਂ ਵਾ, ਇਸ ਕਰਕੇ ਰਿਜ਼ਲਟ ਹੀ ਲੇਟ ਆ ਰਿਹਾ ਵਾ। ਚੋਣਾਂ 'ਚ ਕੋਈ ਪ੍ਰਭਾਵਿਤ ਹੋਣ ਵਰਗੀ ਕੋਈ ਗੱਲ ਨਹੀਂ, ਮੈਂ ਇਸ ਨੁਕਤੇ ਤੋਂ ਦੇਖਦਾ। ਅਸੀਂ ਲਾਜ਼ਮੀ ਤੌਰ ਤੇ ਪੰਜਾਬ ਦੀ ਰੀਅਲ ਪੋਜੀਸ਼ਨ ਕੀ ਆ ਉਹਦੇ ਬਾਰੇ ਚਰਚਾ 11 ਤਰੀਕ ਨੂੰ ਹੀ ਕਰ ਸਕਾਂਗੇ, ਜਿਵੇਂ ਅਸੀਂ ਇਸ ਨੁਕਤੇ ਦੇ ਉੱਤੇ ਚਰਚਾ ਅੱਜ ਕਰ ਰਹੇ ਹਾਂ ਜਦੋਂ ਰਿਜ਼ਲਟ ਸਾਡੇ ਸਾਹਮਣੇ ਆ ਚੁੱਕੇ ਨੇ। ਕੁਝ ਮੁੱਦੇ ਹੋਰ ਬੜੇ ਇੰਪੋਰਟੈਂਟ ਨੇ, ਮੈਂ ਉੱਤੇ ਜ਼ਰੂਰ ਜਾਣਾ ਚਾਹੂੰਗਾ, ਪਰ ਪ੍ਰਵਨੀਤ ਸਿੰਘ ਜੀ ਕੋਈ ਇੰਪੋਰਟੈਂਟ ਪੁਆਇੰਟ ਰੇਜ਼ ਕਰਨਾ ਚਾਹੁੰਦੇ ਆ? ਪਲੀਜ਼ ਗੋ ਹੈਡ ਪ੍ਰਵਨੀਤ ਸਿੰਘ ਜੀ। ਹਰਪ੍ਰੀਤ ਜੀ ਇਸ ਤਰ੍ਹਾਂ ਹੈਗਾ ਕਿ ਆਪਾਂ ਜਿਵੇਂ ਹੁਣ ਇੱਕ ਗੱਲ ਕਰ ਰਹੇ ਸੀ ਕਿ ਦਿੱਲੀ ਦੀ ਇਲੈਕਸ਼ਨ ਜਿਹੜੀ ਆ ਉਹਦਾ ਪੰਜਾਬ ਤੇ ਰਿਫਲੈਕਸ਼ਨ ਪੈਂਦਾ ਕਿ ਨਹੀਂ ਪੈਂਦਾ। ਮੈਂ ਇੱਕ ਚੀਜ਼ ਜਿਹੜੀ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਦਿੱਲੀ ਦੇ ਵਿੱਚ ਸਿੱਖ ਆਬਾਦੀ ਜਿਹੜੀ ਆ 5% ਹੈ ਕੁੱਲ ਆਬਾਦੀ ਦਾ। ਉਸ 5% ਦੇ ਵਿੱਚੋਂ ਵੀ 46% ਲੋਕਾਂ ਨੇ ਵੋਟਾਂ ਪਾਈਆਂ ਨੇ, ਉਹ ਵੀ ਸਿਰਫ ਸਿੱਖ ਧਰਮ ਦੇ ਲੋਕਾਂ ਨੇ ਗੁਰਦੁਆਰੇ ਦੇ ਮੈਨੇਜਮੈਂਟ ਵਾਸਤੇ। ਜਦਕਿ ਪੰਜਾਬ ਦੇ ਵਿੱਚ ਪੋਪੂਲੇਸ਼ਨ ਜਿਹੜੀ ਆ ਉਹਦੇ 76 ਤੋਂ 70 ਤੋਂ ਮੇਰੇ ਖਿਆਲ 80%। ਮੈਂ ਥੋੜਾ ਜਿਹਾ ਕਰੈਕਟ ਕਰਨਾ ਚਾਹੂੰਗਾ ਪ੍ਰਵਨੀਤ ਸਿੰਘ ਜੀ, ਮੈਂ ਥੋੜਾ ਜਿਹਾ ਤੁਹਾਨੂੰ ਕਰੈਕਟ ਕਰਨਾ ਚਾਹੂੰਗਾ। ਦਿੱਲੀ 'ਚ ਸਿੱਖਾਂ ਦੀ ਪੋਪੂਲੇਸ਼ਨ ਲਗਭਗ 8.5 ਲੱਖ ਆ। ਵੋਟਰਸ ਦੀ ਗਿਣਤੀ ਜੋ ਆ ਉਹ ਤੁਸੀਂ ਕਹਿ ਸਕਦੇ ਜੋ ਕਿ ਜ਼ਰੂਰ 4 ਲੱਖ ਦੇ ਕੋਲ ਆ, ਸੌਰੀ 3,80,000 ਦੇ ਕੋਲ ਆ, ਪਰ ਦਿੱਲੀ ਸਿੱਖਾਂ ਦੀ ਗਿਣਤੀ ਮੈਂ 5% ਕਿਹਾ ਕਿ 5% ਸਿੱਖਾਂ ਦੀ ਗਿਣਤੀ ਹੈਗੀ। ਉਹਦੇ ਵਿੱਚ ਵੋਟਰਸ ਕਿੰਨੇ ਨੇ, ਔਰ ਉਹਨਾਂ ਵੋਟਰਸ ਦੇ ਵਿੱਚੋਂ ਸਿਰਫ 40% ਲੋਕਾਂ ਨੇ ਵੋਟਾਂ ਪਾਈਆਂ ਨੇ। ਇੱਕ ਸਾਨੂੰ ਫੈਕਟਰ ਜ਼ਰੂਰ, ਇੱਕ ਸਾਨੂੰ ਗੁਰਦੁਆਰੇ ਦੇ ਮੈਨੇਜਮੈਂਟ ਵਾਸਤੇ ਵੋਟਾਂ ਪਾਈਆਂ ਨੇ। ਹਾਂਜੀ, ਇੱਕ ਫੈਕਟਰ ਸਾਨੂੰ ਜ਼ਰੂਰ ਡਿਸਕਸ ਕਰਨਾ ਚਾਹੀਦਾ ਹੈ। ਜੇ ਤੁਹਾਨੂੰ ਸਭ ਨੂੰ ਚੇਤਾ ਹੋਵੇ ਤੇ ਜੋ ਸਹਿਜਧਾਰੀ ਬਿੱਲ ਜਾਂ ਸਹਿਜਧਾਰੀ ਮੁੱਦਾ ਆਇਆ ਸੀ ਜਿਹਦੇ ਵਿੱਚ ਕਿ ਸਿਰਫ ਕੇਸ਼ਾਧਾਰੀ ਸਿੰਘ ਹੀ ਵੋਟ ਪਾ ਸਕਦੇ ਆ, ਕਿਤੇ ਨਾ ਕਿਤੇ ਸ਼ਾਇਦ ਉਹ ਵੀ ਇੱਕ ਡੀਮੋਟੀਵੇਟਿੰਗ ਫੈਕਟਰ ਸਾਬਿਤ ਹੋਇਆ ਵਾ। ਕਾਫੀ ਸਿੱਖ ਫੈਮਿਲੀ 'ਚ ਬੋਰਨ ਬੱਚੇ ਬੱਚੀਆਂ ਹੋਣਗੇ ਜੋ ਕੇਸ਼ਾਧਾਰੀ ਹੋਣ ਨਹੀਂ ਨੇ ਪਰ ਸਿੱਖ ਧਰਮ ਦਾ ਪਾਲਨ ਕਰਦੇ ਆ, ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦਾ ਅਸਰ ਜ਼ਰੂਰ ਪੈਂਦਾ। ਸਮ ਪੀਪਲ ਮੇ ਥਿੰਕ ਕਿ ਬਿਕੋਜ਼ ਮੈਂ ਆਪ ਕੇਸ਼ਾਧਾਰੀ ਨਹੀਂ ਆ ਮੈਂ ਉਹਦੇ ਕਾਰਨ ਇਹ ਮੁੱਦਾ ਚੱਕਣ ਡਿਆ ਵਾਂ, ਪਰ ਕਿਉਂਕਿ ਉਹ ਮੁੱਦਾ ਹੈ ਮੈਂ ਤਾਂ ਚੱਕਣ ਡਿਆ ਵਾਂ। ਡਜ਼ਨਟ ਮੈਟਰ ਆਈ ਐਮ ਕੇਸ਼ਾਧਾਰੀ ਔਰ ਨਹੀਂ। ਸਾਡੇ ਨਾਲ ਦਿੱਲੀ ਤੋਂ ਪਰਮਜੀਤ ਸਿੰਘ ਸਰਨਾ ਜੀ ਜੁੜਨ ਜਾ ਰਹੇ ਨੇ, ਉਹਨਾਂ ਨਾਲ ਵੀ ਥੋੜੀ ਜੀ ਗੱਲਬਾਤ ਕਰਾਂਗੇ ਤੇ ਕੁਝ ਮੁੱਦੇ ਮੈਂ ਜ਼ਰੂਰ ਐਡਰੈਸ ਕਰਨੇ ਚਾਹੂੰਗਾ। ਖਾਸ ਕਰਕੇ ਜੋ ਜੀਕੇ ਸਾਹਿਬ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਜੋ ਇਲੈਕਸ਼ਨ ਜਿੱਤੇ ਆਪਣੇ ਕੀਤੇ ਹੋਏ ਕੰਮਾਂ ਤੇ ਜਿੱਤੇ ਨੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਸਰਨਾ ਸਾਹਿਬ ਜੁੜ ਚੁੱਕੇ ਨੇ ਦਿੱਲੀ ਤੋਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਵਾਹਿਗੁਰੂ ਜੀ। ਸਭ ਤੋਂ ਪਹਿਲਾਂ ਸਰ ਥੈਂਕ ਯੂ ਸਾਡੀ ਕਾਲ ਲੈਣ ਵਾਸਤੇ, ਤੇ ਮੈਂ ਤੁਹਾਨੂੰ ਵਧਾਈ ਵੀ ਦੇਣੀ ਚਾਹੂੰਗਾ ਕਿ ਤੁਸੀਂ ਤੁਹਾਡੀ ਜਥੇਬੰਦੀ ਨੇ ਇਲੈਕਸ਼ਨ ਲੜੀ। ਹਾਰ ਜਿੱਤ ਮੈਂ ਇੱਕ ਅੱਡ ਚੀਜ਼ ਬਣੀ ਆ, ਪਰ ਮੈਂ ਤੁਹਾਨੂੰ ਚਾਹੂੰਗਾ ਕਿ ਤੁਸੀਂ ਆਪਣੇ ਵੱਲੋਂ ਜ਼ਰੂਰ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਜਥੇਬੰਦੀ ਦੀਆਂ ਕਿਉਂ ਹੈ ਕਿ ਤੁਹਾਨੂੰ ਘੱਟ ਸੀਟਾਂ ਮਿਲੀਆਂ, ਤੁਹਾਡੀ ਆਪਣੀ ਐਨਾਲਾਈਸਿਸ ਕੀ ਆਂਦੀ ਆ? ਦੇਖੋ ਗੱਲ ਹੈ ਜੀ, ਇਹ ਜਿਹੜੇ ਨਤੀਜੇ ਹੈਗੇ ਇਹ ਨਹੀਂ ਕਿ ਚਲੋ ਸਾਡੀ ਪਾਰਟੀ ਲੜੀ ਤੇ ਅਸੀਂ ਲੜੇ ਆ ਤੇ
ਅਸੀਂ ਕੋਈ ਕਰ ਰਹੇ ਹਾਂ। ਇਹ ਬੜੇ ਹੈਰਾਨੀਜਨਕ ਨਤੀਜੇ ਹੈਗੇ ਜਿਹਦੀ ਕਿ ਅਸੀਂ ਪੜਚੋਲ ਕਰਾਂਗੇ, ਪਰ ਇਸ ਦੀ ਉਮੀਦ ਤਾਂ ਸੁਪਨੇ ਵਿੱਚ ਵੀ ਨਹੀਂ ਸੀ ਜਿਹੜੇ ਨਤੀਜੇ ਨਿਕਲੇ ਨੇ। ਪਰ ਇਹ ਗੱਲ ਜਿਹੜੀ ਇਮੀਡੀਏਟ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈਗੀ ਉਹ ਹੈਗੀ ਕਿ ਜਿਸ ਤਰ੍ਹਾਂ ਪਹਿਲੇ ਕਿਹਾ ਜਾ ਰਿਹਾ ਸੀ ਕਿ ਬਾਦਲ ਨੇ ਹਰਨਾਮ ਸਿੰਘ ਧੁੰਮਣ ਨਾਲ ਰਲ ਕੇ ਆਪਣਾ ਬਲਦੇਵ ਸਿੰਘ ਬਟਾਲਾ ਨੂੰ ਦਿੱਲੀ ਭੇਜਿਆ ਤੇ ਉਸਨੇ ਉਹਦਾ ਨਾਂ ਕੀ ਹੈ ਆਪਣਾ ਜਿਹੜੇ 26-27 ਬੰਦੇ ਖੜੇ ਕੀਤੇ ਸਨ, ਉਹਨਾਂ ਦੇ ਘਰ ਘਰ ਜਾ ਕੇ ਜਿਹੜੇ ਉਹਦੇ ਕੀਰਤਨ ਦੇ ਨੂੰ ਪਸੰਦ ਕਰਦੇ ਸਨ ਉਹਨਾਂ ਕੋਲ ਗਿਆ ਔਰ ਤਕਰੀਬਨ 400 ਤੋਂ ਲੈ ਕੇ 600 650 ਤੱਕ ਵੋਟਾਂ ਜਿਹੜੀਆਂ ਹੈਗੀਆਂ ਉਹਦੇ ਬੰਦੇ ਲੈ ਕੇ, ਔਰ ਕੁਝ ਜਿਹੜੇ ਆਮ ਆਦਮੀ ਪਾਰਟੀ ਨੇ ਬੰਦੇ ਖੜੇ ਕੀਤੇ ਉਹ 100 ਤੋਂ ਲੈ ਕੇ 250 ਤੱਕ ਵੋਟਾਂ ਲੈ ਕੇ ਗਏ। ਇਹਦੇ ਜਿਸ ਦੇ ਕਰਕੇ ਇਹ ਪਾਸਾ ਪਲਟਿਆ। ਔਰ ਤੀਸਰੀ ਗੱਲ ਇਹ ਹੈਗੀ ਸੀ ਕਿ ਆਖਰੀ 2-3 ਦਿਨ ਦੇ ਵਿੱਚ ਇਹਨਾਂ ਨੇ ਖੂਬ ਸ਼ਰਾਬ ਔਰ ਪੈਸਾ ਵਟਿਆ ਔਰ ਜਿਸ ਦੇ ਕਰਕੇ ਇਹ ਨਤੀਜੇ ਤਾਂ ਨਿਕਲੇ। ਇਮੀਡੀਏਟਲੀ ਤੇ ਸਾਨੂੰ ਜਿਹੜੇ 3 ਇਹ ਕਾਰਨ ਨਜ਼ਰ ਆਏ ਨੇ ਸਾਡੀ ਆਪਣੀ ਹਾਰ ਦੇ। ਸਰਨਾ ਸਾਹਿਬ ਕੁਝ ਸੀਟਾਂ ਤੇ ਕੁਝ ਵਾਰਡਾਂ ਤੇ ਰੀਕਾਊਂਟਿੰਗ ਵੀ ਹੋ ਰਹੀ ਆ? ਨਹੀਂ ਕੋਈ ਵੀ ਨਹੀਂ ਕਿਸੇ ਦਾ। ਸਰਨਾ ਸਾਹਿਬ ਇੱਕ ਸਵਾਲ ਹੋਰ ਪੁੱਛੂੰਗਾ ਕਿ ਤੁਹਾਡੀ ਹੁਣ ਜਥੇਬੰਦੀ ਦੀ ਅਗਲੇ 4 ਸਾਲਾਂ ਦੀ ਕੀ ਸਟ੍ਰੈਟਜੀ ਹੋਊਗੀ? ਸੱਤਾ ਵਿੱਚ ਤਾਂ ਤੁਸੀਂ ਨਹੀਂ ਜੋ, ਪਰ ਫਿਰ ਵੀ ਤੁਸੀਂ ਤੁਹਾਡੀ ਜਥੇਬੰਦੀ ਕਿੱਦਾਂ ਕੰਮ ਕਰੂਗੀ ਜਾਂ ਕਿਹੜੇ ਤੁਹਾਨੂੰ ਲੱਗਦਾ ਵਾ ਕਿ ਕਿੱਦਾਂ ਤੁਸੀਂ ਜੋ ਜਥੇਬੰਦੀ ਜਿੱਤ ਗਈ ਆ ਉਹਨਾਂ ਤੇ ਨਿਯੰਤਰਣ ਰੱਖਣ ਦੀ ਜਾਂ ਉਹਨਾਂ ਦੇ ਕੀਤੇ ਗਏ ਕੰਮਾਂ ਤੇ ਧਿਆਨ ਰੱਖੋਗੇ, ਚੈਕਸ ਰੱਖੋਗੇ? ਦੇਖੋ ਮੇਰੀ ਗੱਲ ਸੁਣੋ, ਅਸੀਂ ਧਿਆਨ ਪਿਛਲੇ 4 ਸਾਲ ਪੂਰਾ ਰੱਖਿਆ। ਪੰਥ ਦੇ ਉੱਤੇ ਜਿਹੜੀਆਂ ਵੀ ਗੱਲਾਂ ਆਈਆਂ ਸੀ ਸਾਰੀਆਂ ਉਹਨਾਂ ਦੇ ਕਹੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਗਦਗੀ ਸੀ, ਅਕਾਲ ਤਖ਼ਤ ਦੀ ਗੱਲ ਸੀ, ਹੋਰ ਕਿਤੇ ਮਸਲੇ ਸਨ। ਜਿਹੜਾ RSS ਵੱਲੋਂ ਮੁੱਦਾ ਉਠਾਇਆ ਗਿਆ ਸੀ ਉਹਦੇ ਖਿਲਾਫ ਵੀ ਅਸੀਂ ਸਾਰੇ ਮੁਜ਼ਾਹਰੇ ਕਰਦੇ ਆਏ ਹਾਂ। ਪਰ ਹੁਣ ਮੈਂ ਇਹ ਸਮਝਦਾ ਨਾ ਕਿ ਅਸੀਂ ਇਹਨਾਂ ਦੇ ਉੱਤੇ ਨਜ਼ਰ ਰੱਖਾਂਗੇ ਕਿਉਂ, ਔਰ ਨਜ਼ਰ ਰੱਖ ਕੇ ਅਸੀਂ 1 ਸਾਲ ਬਿਲਕੁਲ ਕੁਝ ਨਹੀਂ ਕਹਿਣਾ ਇਹਨਾਂ ਨੂੰ, ਸਵਾਏ ਸੇ ਨਜ਼ਰ ਰੱਖਾਂਗੇ ਕਿਉਂਕਿ ਇਹਨਾਂ ਦੇ ਕੰਮ ਕੀਤੇ ਕੰਮਾਂ ਦੀ ਦੇਖੋ ਇਹਨਾਂ ਨੇ ਆਪਣੇ ਕੀ ਕੰਮ ਕਰਾਏ। ਇਹਨਾਂ ਨੇ ਕੰਮ ਕਰਾਏ ਨੇ, ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸਥਾਪਤੀ ਬਣਾਈ ਹੈ, ਅਸੀਂ 10ਮ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਬਣਾਇਆ, 350ਵਾਂ ਇੰਡੀਆ ਗੇਟ ਕੀਰਤਨ ਕਰਾਇਆ। ਇਹ ਪ੍ਰਾਪਤੀਆਂ ਨੇ। 150 ਕਰੋੜ ਰੁਪਇਆ 125 ਕਰੋੜ ਰੁਪਏ ਦੀ ਸੜਕ ਗਏ ਸੀ, 50-60 ਕਰੋੜ ਬੱਚਤ ਸੀ ਉਹ ਸਾਰੀ ਸਾਫ। ਕਾਲਜ ਬੰਦ, ਸਕੂਲਾਂ ਦਾ ਬੁਰਾ ਹਾਲ, 2 ਮਹੀਨੇ ਉਹਨਾਂ ਦੀਆਂ ਤਨਖਾਹਾਂ ਨਹੀਂ ਦੇਣ ਹੋ ਰਹੀਆਂ, 70-70 ਹਜ਼ਾਰ ਰੁਪਏ ਦੇ ਚੈੱਕ ਦਿੱਲੀ ਕਮੇਟੀ ਦੇ ਪਹੁੰਚ ਹੋ ਰਹੇ ਨੇ। ਤੇ ਉਸ ਤੋਂ ਬਾਅਦ ਦਿੱਲੀ ਦੀ ਸੰਗਤ ਇਹਨਾਂ ਨੂੰ ਵੋਟ ਪਾਈ ਹੈ ਤੇ ਉਹਦੇ ਭਾਵੇਂ ਨਾ ਕੀ ਹੈਗੇ। ਅਸੀਂ ਇਹਨਾਂ ਗੱਲਾਂ ਤੇ ਧਿਆਨ ਰੱਖਾਂਗੇ। ਮੈਨੂੰ ਕੋਈ ਉਮੀਦ ਨਹੀਂ ਕਿ ਹਾਲੇ ਮੈਂ ਚਲੋ ਹਾਲੇ ਕੋਈ ਗੱਲ ਨਹੀਂ ਕਹਿੰਦਾ, ਪਰ ਮੈਂ ਇਹਨਾਂ ਦੇ 6 ਮਹੀਨੇ ਸਾਲ ਦੇ ਬਾਅਦ ਜਿਹੜੀ ਸੰਗਤ ਬਾਤ ਇਹਨਾਂ ਦੀਆਂ ਸਾਰੀਆਂ ਗੱਲਾਂ ਲੈ ਕੇ ਆਇਆ। ਅਸੀਂ ਪਾਰਟੀ ਹਰ ਲੈਵਲ ਦੇ ਉੱਤੇ ਸਾਡੀ ਤਗੜੀ ਹੈ ਔਰ ਸਾਡੇ ਜਿਹੜੇ ਜਲਸੇ ਹੋਏ ਨੇ ਇਹਨਾਂ ਦੇ ਮੀਟਿੰਗਾਂ ਹੋਈਆਂ ਨੇ ਉਹ ਇਹਨਾਂ ਨਾਲੋਂ ਕਈ ਗੁਣਾ ਵੱਧ ਸਨ। ਔਰ ਜਿਹੜੀ ਆਖਰੀ ਮੀਟਿੰਗ ਸੀ ਫਤਿਹਨਗਰ ਸੀ, ਇਹਨਾਂ ਦੇ ਮਨਜੀਤ ਬੋਲ ਰਿਹਾ 200 ਬੰਦੇ, ਸਾਡੇ ਬੰਦਿਆਂ ਦੀ ਮੀਟਿੰਗ 450 ਤੋਂ ਉੱਪਰ ਦੀ ਹੈ। ਉੱਥੇ ਵੀ ਅਸੀਂ ਹਾਰਦੇ ਪਿਆ। ਸਾਨੂੰ ਤਾਂ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਪਈ ਇਹ ਕੀ ਹੋਇਆ ਕੀ ਹੈਗਾ। ਬਟ ਲੈਟ ਅਸ ਸੀ ਕੀ ਅਸੀਂ ਕਰਨਾ ਕੀ ਨਹੀਂ ਕਰਨਾ। ਵਟ ਵਿਲ ਕੀਪ ਆਵਰ ਆਈਜ਼ ਔਨ ਦੈਮ। ਇਸ ਤਰ੍ਹਾਂ ਨਹੀਂ ਹੈ ਖਾਲੀ ਛੱਡਾਂਗੇ ਇਹਨਾਂ ਨੂੰ। ਸਰਨਾ ਸਾਹਿਬ, ਅਜੀਤ ਸਿੰਘ ਬੋਲ ਰਿਹਾ ਜੀ ਕੈਲਗਰੀ ਤੋਂ। ਤੁਸੀਂ ਇੱਕ ਗੱਲ ਆਖੀ ਹੈ ਕਿ ਬਡਾਲਾ ਸਾਹਿਬ ਤੇ ਹੋਰ ਜਿਹੜੇ ਇਹ ਆਏ ਨੇ ਉਹਨਾਂ ਕਰਕੇ ਤੁਹਾਨੂੰ ਵੋਟਾਂ 'ਚ ਨੁਕਸਾਨ ਹੋਇਆ, ਪਰ ਬਡਾਲਾ ਸਾਹਿਬ ਤੇ ਇਹ ਜਿਹੜੇ ਲੋਕੀ ਸੀ ਇਹ ਤਾਂ ਨਿਰਪੱਖ ਤੌਰ ਤੇ ਬਾਦਲ ਸਾਹਿਬ ਦੀ ਵਿਰੋਧਤਾ ਦੇ ਵਿੱਚ ਆਏ ਸੀ ਔਰ ਪੰਜਾਬ 'ਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਤੇ ਹੋਰ ਇਹਨਾਂ ਗੱਲਾਂ ਦਾ ਪ੍ਰਚਾਰ ਕਰ ਰਹੇ ਸੀ ਜਿਹੜੀਆਂ ਕਿ ਬਾਦਲ ਅਕਾਲੀ ਦਲ ਦੇ ਜੀਕੇ ਸਾਹਿਬ ਦੇ ਵਿਰੁੱਧ ਜਾਂਦੀਆਂ ਸੀ। ਪਰ ਫਿਰ ਵੀ ਤੁਹਾਨੂੰ ਕਿਉਂ ਲੱਗਦਾ ਕਿ ਉਹਦੇ ਨਾਲ ਤੁਹਾਡਾ ਨੁਕਸਾਨ ਹੋਇਆ, ਉਹਨਾਂ ਦਾ ਨਹੀਂ ਹੋਇਆ ਹੈਗਾ? ਠੀਕ ਹੈ ਇਸ ਤਰ੍ਹਾਂ ਹੋਇਆ ਨਾ ਜੀ, ਜਿਹੜਾ ਬਾਦਲ ਦਾ ਵਿਰੋਧੀ ਸਿੱਖ ਸੀ ਹਾਂਜੀ, ਜਿਹੜਾ ਉਹਦਾ ਨਾਂ ਕੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਦਲੀ ਦੇ ਬਾਰੇ ਜਿਹੜੇ ਖਾਸ ਤੌਰ ਤੇ ਚਿੰਤਕ ਸਨ,
ਉਹ ਬਟਾਲਾ ਲੈ ਗਿਆ। ਬਟਾਲੇ ਨੇ ਪੰਜਾਬ ਇਲੈਕਸ਼ਨ 'ਚ ਕੋਈ ਹਿੱਸਾ ਨਹੀਂ ਲਿਆ। ਦਿੱਲੀ ਇਲੈਕਸ਼ਨ 'ਚ ਉਹਨੂੰ ਭੇਜਿਆ ਹੀ ਚਾਸੇ ਗਿਆ ਸੀ ਬਾਬੇ ਧੁੰਮੇ ਨਾਲ ਇੱਟੀ ਬਿੱਟੀ ਕਰਕੇ ਇੱਥੇ ਦਿੱਲੀ 'ਚ, ਬਸ ਉਹਨਾਂ ਦੀਆਂ ਸਿੱਖਾਂ ਦੀਆਂ ਵੋਟਾਂ ਕੱਟ ਤੇ ਫਿਰ ਬਾਕੀ ਅਸੀਂ ਆਪੇ ਨਿਬੜ ਲਾਂਗੇ ਉਹਨਾਂ ਨਾਲ। ਉਹਨਾਂ ਦੀ ਜਿਹੜੀ ਪਾਲਿਸੀ ਸੀ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ ਜੀ। ਬੋਲ ਰਿਹਾ ਜੀ, ਜੇ ਮੇਰੀ ਤੁਹਾਨੂੰ ਆਵਾਜ਼ ਆ ਰਹੀ ਹੋਵੇ ਤਾਂ। ਹੈਲੋ, ਹਾਂਜੀ ਹਾਂਜੀ ਸਰਨਾ ਬਿਲकुल आ ਸਾਹਿਬ। रही है सतीश जी, सवाल पूछो। ਓਕੇ, ਇਹ ਸਰਨਾ ਸਾਹਿਬ ਸਹੀ ਅਰਥਾਂ ਦੇ ਵਿੱਚ ਤਾਂ ਜਦੋਂ ਤੁਸੀਂ ਪੂਰੀ ਪੜਚੋਲ ਕਰ ਲਵੋਗੇ ਉਦੋਂ ਇਹ ਜੋ ਤੁਸੀਂ ਦੱਸੋਗੇ ਅਸੀਂ ਉਹਨੂੰ ਜ਼ਿਆਦਾ ਕਰੈਕਟ ਮੰਨਾਂਗੇ ਅੱਜ ਦੇ ਇਲਜ਼ਾਮਾਂ ਨਾਲੋਂ। ਪਰ ਮੈਂ ਸਿਰਫ ਤੁਹਾਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਕਿ ਦਿੱਲੀ ਦੇ ਸਿੱਖਾਂ ਨੇ ਆਮ ਤੌਰ ਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਪੰਜਾਬ ਦੇ ਮੁੱਦਿਆਂ ਉੱਤੇ ਕੰਨ ਧਰਨ ਦੀ ਬਜਾਏ ਦਿੱਲੀ ਦੇ ਵਿੱਚ ਸੱਤਾਧਾਰੀ ਕੇਂਦਰ ਸਰਕਾਰ ਨਾਲ ਜਿਹੜਾ ਵੱਧ ਸਾਂਝ ਰੱਖ ਸਕਦਾ ਹੋਵੇ, ਜਿਹੜਾ ਦਿੱਲੀ ਦੇ ਸਿੱਖਾਂ ਨੂੰ ਸੱਤਾ ਦੇ ਕੋਲੋਂ ਥੋੜਾ ਵੱਧ ਹੈਲਪ ਦਵਾ ਸਕਦਾ ਹੋਵੇ ਆਪਣੇ ਹੈਲਥ ਦੇ ਜਾਂ ਐਜੂਕੇਸ਼ਨ ਦੇ ਜਾਂ ਹੋਰ ਵੀ ਕਿਸੇ ਕਿਸਮ ਦੇ ਪ੍ਰੋਜੈਕਟਾਂ ਲਈ, ਦਿੱਲੀ ਦੇ ਸਿੱਖ ਆਮ ਤੌਰ ਤੇ ਉਹਨੂੰ ਸਪੋਰਟ ਕਰਦੇ ਆ। ਕੀ ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ ਕਿ ਇਸ ਨੁਕਤੇ ਨੇ ਵੀ ਉਹਨਾਂ ਨੂੰ ਵੋਟਿੰਗ ਪਾਉਣ ਦੇ ਵਿੱਚ ਸਪੋਰਟ ਕੀਤੀ ਹੋਵੇ? ਦੂਜੀ ਗੱਲ ਇਹ ਕਿ ਤੁਸੀਂ ਇਸ ਗੱਲ ਨੂੰ ਰੀਥਿੰਕ ਕਰੋਗੇ ਕਿ ਪੰਜਾਬ ਦੇ ਮੁੱਦਿਆਂ ਦੀ ਬਜਾਏ ਦਿੱਲੀ ਦੇ ਮੁੱਦਿਆਂ ਦੇ ਉੱਤੇ ਲੜੀ ਜਾਵੇ ਅਗਲੀ ਜਦੋਂ ਵੀ ਕਦੇ ਚੋਣ ਆਵੇ? ਦੇਖੋ ਮੇਰੀ ਗੱਲ ਸੁਣੋ, ਅਸੀਂ ਦਿੱਲੀ ਦੇ ਮੁੱਦੇ ਵੀ ਉਠਾਏ। ਦਿੱਲੀ ਦੇ ਮੁੱਦੇ ਸਨ ਤੋੜਿਆ ਕੋਈ ਸਾਲ ਵੇਚ ਕੇ 50 ਸਾਲ ਦੀ ਜਗ੍ਹਾ ਵੇਚ ਕੇ ਉਹਨਾਂ 'ਚ ਕੋਈ ਵੀ ਪ੍ਰੂਫ ਨਹੀਂ ਕਰ ਸਕੇ। ਮੇਰੇ 14.5 ਸਾਲ ਦੇ ਕਾਰਜਕਾਲ ਵਿੱਚ ਇੱਕ ਪੈਸੇ ਦਾ ਮੇਰੇ ਤੇ ਦਾਗ ਨਹੀਂ ਲਾ ਸਕੇ, ਇੱਕ ਪੈਸਾ ਕੱਢ ਨਹੀਂ ਸਕੇ। ਉਹ ਮੁੱਦਾ ਵੀ ਸੀ। ਫਿਰ ਜਿਹੜੇ ਕਾਲਜ ਬੰਦ ਹੋ ਗਏ, ਪ੍ਰਾਈਮ ਇੰਸਟੀਟਿਊਸ਼ਨ ਬੰਦ ਹੋ ਗਏ, ਉਹ ਮੁੱਦਾ ਵੀ ਸੀ। ਫਿਰ ਹਰ ਚੀਜ਼ ਦਾ ਸਟੈਂਡਰਡ ਕਰ ਗਿਆ, ਉਹ ਮੁੱਦਾ ਵੀ ਸੀ। ਤਨਖਾਹਾਂ ਨਹੀਂ ਸੀ ਦਿੱਤੀਆਂ ਜਾਣੀਆਂ, ਉਹ ਮੁੱਦਾ ਵੀ ਸੀ। ਪਰ ਉਹ ਮੁੱਦਿਆਂ ਦੇ ਨਾਲ ਨਾਲ ਇਹਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਪੰਜਾਬ ਦਾ ਮੁੱਦਾ ਨਾ ਸਮਝੋ। ਇਹ ਤੇ ਸੰਸਾਰ ਭਰ ਸਿੱਖਾਂ ਦਾ ਮੁੱਦਾ ਹੈ। ਤੇ ਜਿਹੜੇ ਇਹ ਕਹਿਣ ਲੱਗੇ ਕਿ ਉੱਥੇ ਪੰਜਾਬ 'ਚ ਬੇਇੱਜ਼ਤੀ ਹੋਈ ਹੈ, ਕਈਆਂ ਮੈਂ ਸੁਣਿਆ ਉਹ ਕਹਿੰਦੇ ਜੀ ਇੱਥੇ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਦਿੱਲੀ ਥੋੜ੍ਹੀ ਹੋਈ ਹੈ, ਅਸੀਂ ਕੀ ਲੈਣਾ ਪੰਜਾਬ ਤੋਂ। ਮਤਲਬ ਇੱਥੋਂ ਤੱਕ ਦੀ ਗੱਲ ਚੱਲੀ ਗਈ ਹੈ। ਇਸ ਵਾਸਤੇ ਇਹ ਬੜਾ ਗੰਭੀਰ ਮਸਲਾ ਹੈ। ਵੀ ਹੈਵ ਟੂ ਥਿੰਕ ਓਵਰ ਇਟ, ਕੀ ਕਰਨਾ ਕੀ ਨਹੀਂ ਕਰਨਾ, ਕਿਵੇਂ ਕਰਨਾ ਹੈ। ਬਾਕੀ ਹੁਣ ਕਾਲਪੁਰ ਤੇ ਛੱਡਦੇ ਆ ਬਈ ਉਹਨਾਂ ਨੇ ਜੋ ਉਸਨੂੰ ਭਾਂਦਾ ਉਹ ਠੀਕ ਹੈਗਾ। ਜੋ ਸੰਗਤ ਦਾ ਫੈਸਲਾ ਦੋਵਾਂ ਦਾ ਅਸੀਂ ਹੁਕਮ ਆਪਣਾ ਮੱਥਾ ਟੇਕਦੇ ਹਾਂ। ਕੋਈ ਗੱਲ ਨਹੀਂ। ਸਰਨਾ ਜੀ ਸਰਨਾ ਜੀ ਤੁਹਾਨੂੰ ਇਹ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਵਾਜ਼ ਦੋ ਆਵਾਜ਼ਾਂ ਆ ਰਹੀਆਂ ਜਿਹੜਾ ਸੁਣਨਾ ਪਊਗਾ। ਹੈਲੋ ਸਰ, ਮੈਂ ਸਵਾਲ ਇਹ ਵੀ ਇੱਕ ਹਿੱਸਾ ਇਹ ਵੀ ਸੀ ਕਿ ਕੀ ਦਿੱਲੀ ਦਾ ਸਿੱਖ ਸੱਤਾਧਾਰੀ ਕੇਂਦਰ ਸਰਕਾਰ ਨਾਲ ਸੁਖਾਵੇਂ ਸਬੰਧਾਂ ਦੇ ਆਧਾਰ ਦੇ ਉੱਤੇ ਵੀ ਵੋਟਿੰਗ ਕਰਦਾ ਹੈ? ਨਹੀਂ, ਮੈਨੂੰ ਐਸੀ ਗੱਲ ਨਹੀਂ ਨਜ਼ਰ ਆਉਂਦੀ ਜੀ। ਹੋ ਵੀ ਸਕਦਾ ਹੈ ਪਰ ਐਸੀ ਗੱਲ ਨਹੀਂ ਹੈ। ਥੈਂਕ ਯੂ ਸਰਨਾ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਸਾਡੇ ਸ਼ਾਰਟ ਨੋਟਿਸ ਤੇ ਅਸੀਂ ਫਿਰ ਤੋਂ ਤੁਹਾਨੂੰ ਵਧਾਈਆਂ ਦਿੰਦੇ ਹਾਂ ਤੇ ਉਮੀਦ ਇਹੀ ਕਰਦੇ ਆ ਕਿ ਤੁਸੀਂ ਜੋ ਮੈਨੀਫੈਸਟੋ 'ਚ ਵਾਅਦੇ ਕੀਤੇ ਗਏ ਆ ਉਹ ਤੁਸੀਂ ਉਹਨਾਂ ਤੇ ਨਜ਼ਰ ਬਣਾਈ ਰੱਖੋਗੇ। ਥੋੜੀ ਜਿਹੀ ਮੈਂ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ ਵਾਂ। ਅੱਜ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਰਿਜ਼ਲਟ ਆਉਣ ਤੋਂ ਬਾਅਦ ਕਾਫੀ ਫੇਸਬੁੱਕ ਤੇ ਪੋਸਟ ਦਿਖੀਆਂ ਜਿਹਦੇ ਵਿੱਚ ਕਿ ਮੈਂ NRIs ਦੀ ਗੱਲ ਕਰ ਰਿਹਾ ਜੋ ਪੰਜਾਬ ਤੋਂ ਬਾਹਰ ਨੇ, ਉਹਨਾਂ ਦੀ ਫੇਸਬੁੱਕ ਤੇ ਪੋਸਟ ਮੈਂ ਦੇਖੀਆਂ ਜਿਹਦੇ ਵਿੱਚ ਕਿ ਕਾਫੀ ਲੋਕਾਂ ਨੇ ਜ਼ਿਕਰ ਕੀਤਾ ਸੀ ਕਿ ਦਿੱਲੀ ਦੇ ਲੋਕਾਂ ਨੇ ਇਹ ਕੀ ਕਰਤਾ, ਗੁਰੂ ਮਹਾਰਾਜ ਦੀ ਬੇਅਦਬੀ ਹੋਈ ਸੀ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਈ। ਇੱਥੇ ਕਈ ਸਵਾਲ ਉੱਠਦੇ ਆ, ਚਾਹੇ ਪੰਜਾਬ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ, ਚਾਹੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਦੀ ਗੱਲ ਕੀਤੀ ਜਾਵੇ। ਵੋਟਾਂ ਬਟੋਰਨ ਵਾਸਤੇ ਕਿੱਦਾਂ ਧਾਰਮਿਕ ਮੁੱਦੇ ਦਾ ਇਸਤੇਮਾਲ ਕੀਤਾ ਜਾ ਰਿਹਾ ਵਾ। ਅੱਜ ਤੋਂ 1984 ਤੋਂ ਲੈ ਕੇ ਅੱਜ ਤੱਕ 1984 ਦਾ ਹਮੇਸ਼ਾ ਇਸਤੇਮਾਲ ਹੋਇਆ ਹੈ ਵੋਟਾਂ ਬਟੋਰਨ ਵਾਸਤੇ। ਚਾਹੇ ਇੰਡੀਆ ਹੋਵੇ, ਇੰਡੀਆ ਜਦੋਂ ਵੀ ਪੰਜਾਬ ਜਾਂ ਪੰਜਾਬ ਤੋਂ ਰਿਲੇਟਡ ਕੋਈ ਇਲੈਕਸ਼ਨ ਹੁੰਦੀ ਆ 1984 ਦਾ ਮੁੱਦਾ ਫਿਰ ਤੋਂ ਚੱਕਿਆ ਜਾਂਦਾ ਵਾ। ਹੈਰਾਨੀ ਤੇ ਵੀ ਹੁੰਦੀ ਆ ਅੱਜ ਕੱਲ ਤੇ ਫੋਰਨ ਕੰਟਰੀਆਂ ਵਿੱਚ ਵੀ 1984 ਤੋਂ ਆਪਣੇ ਰਾਜਨੀਤਿਕ ਫਾਇਦੇ ਚੱਕਣ ਦੀ ਕੋਸ਼ਿਸ਼ ਪੰਜਾਬੀ ਪੋਲੀਟੀਸ਼ੀਅਨ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਪੰਜਾਬ 'ਚ। ਪਹਿਲੀ ਗੱਲ ਤੇ ਕਈ ਸਾਨੂੰ ਸਾਰਿਆਂ ਨੂੰ ਬਹਿ ਕੇ ਸੋਚਣ ਦੀ ਲੋੜ ਆ ਕਿ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬ 'ਚ ਬੇਅਦਬੀ ਨਹੀਂ ਹੋਈ ਸੀ।
ਪਹਿਲੀ ਵਾਰ ਪੰਜਾਬ 'ਚ ਇੱਕ ਤਿੰਨ ਤਰਫਾ ਰੇਸ ਹੁੰਦੀ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ, ਪਰ ਅਸੀਂ ਬਿਨਾਂ ਸੋਚੀ ਸਮਝੇ ਸਿਰਫ ਦੋਸ਼ੀ ਅਕਾਲੀ ਦਲ ਨੂੰ ਬਣਾਤਾ ਵਾ। ਹਾਂ, ਇੱਕ ਗੱਲ ਤੇ ਅਕਾਲੀ ਦਲ ਜ਼ਰੂਰ ਦੋਸ਼ੀ ਆ ਕਿ ਅਕਾਲੀ ਦਲ ਨੇ ਕਿਤੇ ਨਾ ਕਿਤੇ ਉਹਨਾਂ ਕੇਸਿਸ ਦੀ ਇਨਕੁਆਇਰੀ ਵਿੱਚ ਪੰਜਾਬ ਪੁਲਿਸ ਨੇ ਕਾਫੀ ਜ਼ਿਆਦਾ ਲਾਪਰਵਾਹੀ ਵਰਤੀ ਆ, ਜਦਕਿ ਅਕਾਲੀ ਦਲ ਨੂੰ ਚਾਹੀਦਾ ਸੀ ਜਾਂ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਸਾਰੇ ਕੇਸਿਸ ਛੇਤੀ ਤੋਂ ਛੇਤੀ ਸੋਲਵ ਕਰਵਾਏ ਜਾਂਦੇ। ਪਰ ਫਿਰ ਵੀ ਬਿਨਾਂ ਜਾਣੇ ਕਿ ਇਹ ਬੇਅਦਬੀ ਦੇ ਪਿੱਛੇ ਕੌਣ ਸੀ, ਅਸੀਂ ਕਿੱਦਾਂ ਫੈਸਲਾ ਉਠਾਤਾ ਵਾ। ਸਵਾਲ ਮੇਰਾ ਇਹ ਆ ਕਿ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਦਾ ਮੁੱਦਾ ਇਲੈਕਸ਼ਨ ਵਿੱਚ ਚੱਕਣ ਦੀ ਕੋਸ਼ਿਸ਼ ਕਰਦੇ ਨੇ, ਕਿ ਉਹਨਾਂ ਨੂੰ ਗੁਰੂ ਗ੍ਰੰਥ ਮਹਾਰਾਜ ਨਾਲ ਸਾਹਿਬ ਨਾਲ ਕੋਈ ਪ੍ਰੇਮ ਆ ਜਾਂ ਸਿਰਫ ਇੱਕ ਪੋਲੀਟੀਕਲ ਮੁੱਦਾ ਬਣਾ ਕੇ ਵੋਟਾਂ ਬਟੋਰਨ ਦੀ ਕੋਸ਼ਿਸ਼ ਹੁੰਦੀ ਆ, ਚਾਹੇ ਉਹ ਪੰਜਾਬ 'ਚ ਬੈਠੇ ਹੋਣ ਚਾਹੇ ਉਹ ਕੈਨੇਡਾ 'ਚ ਬੈਠੇ ਹੋਣ। ਹਰਪ੍ਰੀਤ ਜੀ, ਵਾਕਈ ਬਹੁਤ ਤੁਸੀਂ ਜ਼ਰੂਰੀ ਮੁੱਦਾ ਉਠਾਇਆ। ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਜਿਹੜੇ ਹੈਗੇ ਉਹ ਇਸ ਤਰ੍ਹਾਂ ਵੇਖਦੇ ਨੇ ਕਿ ਸਾਡਾ ਮਾਂ-ਬਾਪ, ਗੁਰੂ, ਇਸ਼ਟ ਦੇਵ ਸਭ ਕੁਝ ਹੈ, ਪਰ ਬੇਅਦਬੀ ਹੋਣ ਤੇ ਬਿਲਕੁਲ ਤੁਸੀਂ ਸਹੀ ਕਿਹਾ, ਅਕਾਲੀ ਦਲ ਦੋਸ਼ੀ ਆ ਨਾ ਦੋਸ਼ੀਆਂ ਨੂੰ ਫੜਨ ਦਾ, ਪਰ ਜਿਹੜੇ ਲੋਕ ਅਕਾਲੀ ਦਲ ਦੀ ਵਿਰੋਧਤਾ ਕਰ ਸਕਦੇ ਸੀ ਉਹ ਤਾਂ ਇੰਨਾ ਵੀ ਨਹੀਂ ਕਰ ਸਕੇ। ਜਿਹਨੂੰ ਰੋਜ਼ ਪਾਣੀ ਪੀ ਕੇ ਕੋਸਦੇ ਆ, ਉਹਨੂੰ ਬਾਬਾ ਰਾਮ ਰਹੀਮ ਨੂੰ, ਉਹਦੇ ਚੇਲਿਆਂ ਦੀ ਰੀਸ ਵੀ ਨਹੀਂ ਕਰ ਸਕੇ। ਮੈਨੂੰ ਅੱਜ ਦਾ ਤਾਂ ਪਤਾ ਨਹੀਂ, ਕੱਲ ਤੱਕ ਉਹ ਜਿਹੜੇ ਦੋ ਉਹਨਾਂ ਦੇ ਬੰਦਿਆਂ ਦਾ ਕਤਲ ਹੋਇਆ ਸੀ, ਉਹ ਬੰਦੇ ਉਹਨਾਂ ਨੂੰ ਲੈ ਕੇ ਸੜਕ ਤੇ ਬੈਠੇ ਸੀ ਕਿ ਜਦ ਤੱਕ ਸੰਸਕਾਰ ਨਹੀਂ ਕਰਦੇ ਜਦ ਤੱਕ ਅਸੀਂ ਇਹਨਾਂ ਦੇ ਦੋਸ਼ੀ ਨਹੀਂ ਫੜੇ ਜਾ ਸਕਦੇ। ਕਿਆ ਸਾਡੇ ਵਿੱਚ ਇਹ ਮਾਦਾ, ਇਹ ਜਜ਼ਬਾ, ਇਹ ਸ਼ਰਧਾ ਹੈ ਨਹੀਂ ਸੀ? ਅਸੀਂ ਸਰਬੱਤ ਖਾਲਸਾ ਕੀਤਾ, ਜਥੇਦਾਰ ਵੀ ਨਵੇਂ ਥਾਪ ਲਏ, ਅਕਾਲੀ ਦਲ ਦੀ ਨਿੰਦਿਆ ਵੀ ਕਰਤੀ, ਪਰ ਕੋਈ ਅੜ ਕੇ ਤੇ ਨਹੀਂ ਬੈਠਿਆ ਕਿ ਜਦ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਆ ਬੈਠੇ ਆ ਅਸੀਂ ਹਿੱਲਾਂਗੇ ਨਹੀਂ। ਵੱਧ ਤੋਂ ਵੱਧ ਕੋਸ਼ਿਸ਼ ਇਹ ਹੋਈ ਹੈ ਕਿ ਉਹਦਾ ਸਿਆਸੀ ਰਾਹ ਕਿਵੇਂ ਲੈਣਾ। ਅਸਲ ਗੱਲ ਨੂੰ ਭੁੱਲ ਗਿਆ। ਜੇ ਅਸਲ ਤੁਸੀਂ ਮੇਰੇ ਤੋਂ ਪੁੱਛੋ, ਸਿੱਖ ਆਪਣੀ ਸ਼ਰਧਾ ਔਰ ਆਪਣੀ ਜਿਹੜੀ ਇੱਕ ਗੁਰੂ ਦੇ ਨਾਲ ਉਹਦੇ ਚਰਨਾਂ ਦੀ ਸਮਰਪਣ ਉਹਨੂੰ ਖੋ ਚੁੱਕੇ ਨੇ। ਸਾਡੇ ਵਾਸਤੇ ਹਰ ਇੱਕ ਚੀਜ਼ ਇੱਕ ਸਿਆਸਤ ਦਾ ਮੁੱਦਾ ਰਹਿ ਗਈ ਹੈ। ਨਹੀਂ ਤਾਂ ਵੇਖ ਲਓ, ਮੈਨੂੰ ਲੱਗਦਾ ਹੋ ਸਕਦਾ ਮੇਰੇ ਕੋਲ ਅੱਜ ਦੇ ਤੱਥ ਸਹੀ ਨਾ ਹੋਣ, ਪਰ ਉਹ ਲੋਕੀ ਇਹਨਾਂ ਨਾਲੋਂ ਪਹਿਲਾਂ ਇਨਸਾਫ ਲੈ ਜਾਣਗੇ, ਦੋਸ਼ੀਆਂ ਆਪਣਿਆਂ ਦੇ ਲੈ ਜਾਣਗੇ, ਕਿਉਂਕਿ ਉਹ ਬੈਠ ਗਏ ਨੇ ਕਿ ਅਸੀਂ ਨਹੀਂ ਹਿੱਲਦੇ ਇੱਥੋਂ, ਸਾਡਾ ਕੋਈ ਨਹੀਂ ਬੈਠ ਸਕਿਆ, ਸਿਆਸਤ ਦਾ ਮਸਲਾ ਪਿੱਛੇ ਰਹਿ ਗਿਆ। ਸੋ ਜਦੋਂ ਨਿਰੋਲ ਸਿਆਸਤ ਹੀ ਪੱਲੇ ਰਹਿ ਗਈ ਹੈ ਤਾਂ ਫਿਰ ਉੱਥੇ ਅਸੀਂ ਆਪਣੇ ਆਪ ਨੂੰ ਜੋ ਕੁਝ ਕਹਿ ਰਹੇ ਹਾਂ ਉਹ ਜੋ ਮਰਜ਼ੀ ਆਖੇ ਜਾਈਏ, ਪਰ ਦੁਨੀਆ ਨੂੰ ਦਿਸਣ ਲੱਗੇਗਾ ਕਿ ਅਸੀਂ ਉਹ ਨਹੀਂ ਜੋ ਅਸੀਂ ਕਹਿ ਰਹੇ ਹਾਂ ਆਪਣੇ ਆਪ ਨੂੰ। ਜੀ, ਮੈਂ ਤਾਂ ਸਿਰਫ ਇੰਨਾ ਹੀ ਕਹੂੰਗਾ ਕਿ ਸ਼ਰਮ ਹੁੰਦੀ ਹੈ ਏਦਾਂ ਦੇ ਲੋਕਾਂ ਤੇ, ਏਦਾਂ ਦੇ ਲੋਕਾਂ ਦੀ ਸੋਚ ਤੇ ਜੋ ਗੁਰੂ ਮਹਾਰਾਜ ਦੀ ਬੇਅਦਬੀ ਤੇ ਉੱਤੇ ਵੀ ਵੋਟਾਂ ਬਟੋਰਨ ਦਾ ਕੰਮ ਕਰਦੇ ਨੇ। ਤੇ ਇਸ ਕਟਗਰੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਅਤੇ NRI ਜੋ ਬਾਹਰ ਬੈਠੇ ਪੰਜਾਬੀ ਨੇ ਉਹ ਜ਼ਰੂਰ ਨੇ। ਮੈਂ ਕਾਫੀ ਫੇਸਬੁੱਕ ਪੋਸਟ ਫਿਲਟਰ ਕੀਤੀਆਂ ਸੀ ਜਿਹਦੇ ਵਿੱਚ ਕਿ ਜੋ ਪੰਜਾਬ ਤੋਂ ਬਾਹਰ ਪੰਜਾਬੀ ਬੈਠੇ ਨੇ ਉਹ ਬਾਰ-ਬਾਰ ਇਹ ਕਹਿ ਰਹੇ ਸੀ ਕਿ ਗੁਰੂ ਗ੍ਰੰਥ ਮਹਾਰਾਜ ਸਾਹਿਬ ਦੀ ਬੇਇੱਜ਼ਤੀ ਹੋਈ ਸੀ, ਵੋਟਾਂ ਫਲਾਣੀ ਪਾਰਟੀ ਨੂੰ ਪਾਓ ਜੀ। 1984 ਕਾਂਗਰਸ ਨੇ ਕੀਤਾ ਸੀ, ਇਹਦੇ ਕਾਰਨ ਵੋਟਾਂ ਸਿਰਫ ਇੱਕ ਪਾਰਟੀ ਨੂੰ ਪਾਓ ਜੀ। ਹੈਰਾਨੀ ਹੁੰਦੀ ਆ ਕਿੱਦਾਂ ਤੁਸੀਂ ਇਹਨਾਂ ਮੁੱਦਿਆਂ ਦਾ ਇਲੈਕਸ਼ਨ ਦੇ ਵਿੱਚ ਆਪਣੇ ਫਾਇਦੇ ਵਾਸਤੇ ਇਸਤੇਮਾਲ ਕਰਦੇ ਹੋ। ਜੋ ਇੱਕ ਗੱਲ ਦੀ ਹੋਰ ਹੈਰਾਨੀ ਹੁੰਦੀ ਆ, ਉਹ ਲੋਕ ਜੋ ਗੁਰਦੁਆਰਾ ਮੈਨੇਜਮੈਂਟ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਨੇ, ਉਹ ਇਹਨਾਂ ਮੁੱਦਿਆਂ ਦਾ ਜ਼ਿਆਦਾ ਇਸਤੇਮਾਲ ਕਰਦੇ ਨੇ। ਪਰ ਸੰਗਤ ਨੂੰ ਤੇ ਪੰਜਾਬੀਆਂ ਨੂੰ ਇਹ ਸਮਝਣਾ ਪਊਗਾ, ਜਦੋਂ ਵੀ ਕੋਈ ਚਾਹੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਬੰਦਾ ਚਾਹੇ ਪੋਲੀਟੀਕਲ ਪਾਰਟੀ ਦਾ ਬੰਦਾ ਇਹ ਮੁੱਦੇ ਚੱਕਦਾ ਵਾ, ਉਹ ਕਿਤੇ ਨਾ ਕਿਤੇ ਆਪਣੇ ਪੋਲੀਟੀਕਲ ਫਾਇਦੇ ਵਾਸਤੇ ਚੱਕਦਾ ਵਾ। ਅਦਰਵਾਈਜ਼ ਉਹਨੂੰ ਆਪਣੀ ਰਾਜਨੀਤੀ ਜਾਂ ਆਪਣੇ ਹਲਕੇ ਵਿੱਚ ਆ ਰਹੇ ਮੁੱਦੇ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ, ਪਰ ਉਹ ਗੱਲਾਂ ਨਾ ਕਰਕੇ ਤੁਹਾਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਵੋਟਾਂ ਆਪਣੇ ਵੱਲ ਪਾਉਣ ਵਾਸਤੇ ਇਹ ਸਾਰੇ ਮੁੱਦੇ ਚੱਕਦਾ ਵਾ। ਸਬਦੀਸ਼ ਜੀ, ਕਿ ਮੈਂ ਬਿਲਕੁਲ ਨੌਨ ਸਿੱਖ ਆ, ਮੈਨੂੰ ਇਹ ਮੰਨਣ ਦੇ ਵਿੱਚ ਕੋਈ ਇਤਰਾਜ਼ ਨਹੀਂ ਆ। ਮੈਂ ਨੌਨ ਸਿੱਖ ਹੀ ਨਹੀਂ, ਮੈਂ ਬਲਕਿ ਕੋਈ ਆਸਥਾਵਾਨ ਬੰਦਾ ਵੀ ਨਹੀਂ ਆ, ਮੇਰੀ ਕਿਸੇ ਖਾਸ ਧਰਮ ਦੇ ਵਿੱਚ ਵੀ ਕੋਈ ਆਸਥਾ ਨਹੀਂ, ਪਰ ਇਹਦੇ ਬਾਵਜੂਦ ਪੰਜਾਬੀ ਹੋਣ ਦੇ ਨਾਤੇ
ਮੇਰੇ ਮਨ ਦੇ ਵਿੱਚ ਹਮੇਸ਼ਾ ਇਹ ਸਵਾਲ ਤਾਜ਼ਾ ਰਹਿੰਦਾ ਕਿ ਪੰਜਾਬ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਮਾਣ ਸਤਿਕਾਰ ਸਿੱਖਾਂ ਤੋਂ ਬਿਨਾਂ ਹਰ ਭਾਈਚਾਰੇ ਦੇ ਲੋਕ ਕਰਦੇ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਔਰ ਡੇਲੀ ਤੁਸੀਂ ਦੇਖ ਸਕਦੇ ਹੋ ਨੌਨ ਸਿੱਖਾਂ ਦੀ ਵੀ ਇੱਕ ਵੱਡੀ ਗਿਣਤੀ ਹੁੰਦੀ ਹੈ। ਇਹਦੇ ਬਾਵਜੂਦ ਪੰਜਾਬ ਦੇ DNA ਦੇ ਵਿੱਚ ਇਹ ਚੀਜ਼ ਕਿੱਥੋਂ ਪੈਦਾ ਹੋਗੀ ਕਿ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਹੋ ਸਕਦੀ ਹੈ। ਮੇਰੇ ਲਈ ਸਭ ਤੋਂ ਵੱਡਾ ਸਵਾਲ ਇਹ ਹੈ, ਇਸ ਤੋਂ ਵੀ ਵੱਡਾ ਸਵਾਲ ਕਿ ਉਹਦੀ ਸਿਆਸੀ ਦੁਰਵਰਤੋਂ ਪਹਿਲਾਂ ਵੀ ਹੁੰਦੀ ਸੀ, ਹੁਣ ਵੀ ਹੁੰਦੀ ਹੈ। ਇਸ ਤੋਂ ਵੀ ਵੱਡਾ ਸਵਾਲ ਹੈ ਕਿ ਇਹ ਨੁਕਤਾ ਕਿਵੇਂ ਸਾਡੇ ਸਮਾਜ ਦੇ ਵਿੱਚ ਪ੍ਰੀਵੇਲ ਕਰ ਗਿਆ ਹੈ। ਜੇ ਅਸੀਂ ਪੁਲਿਸ ਦੀ ਗੱਲ ਮੰਨੀਏ ਤਾਂ ਉਹਨਾਂ ਨੇ 4 ਘਟਨਾਵਾਂ ਬਾਰੇ ਆਪਣੇ ਕਮੈਂਟ ਕੀਤੇ ਨੇ। ਤਾਜ਼ਾ ਖਬਰ ਹੀ ਹੈ ਲਗਭਗ ਕੱਲ ਜਾਂ ਪਰਸੋਂ ਦੀ ਕਿ ਉਹਦੇ ਵਿੱਚ ਜਿਹੜੀ 4 ਘਟਨਾਵਾਂ ਦੀ ਬੇਅਦਬੀ ਦੀ ਰਿਪੋਰਟ ਪੁਲਿਸ ਵੱਲੋਂ ਦੱਸੀ ਗਈ ਆ, ਉਹਦੇ ਮੁਤਾਬਕ ਉਹ ਕੋਈ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਰਿਪੋਰਟ ਨਹੀਂ ਸੀ। ਉਹਦੇ ਪਿੱਛੇ ਜਾਂ ਤਾਂ ਛੋਟੇ ਬੱਚੇ ਸਨ ਜਿਨ੍ਹਾਂ ਨੂੰ ਧਰਮ ਦੀ ਕੋਈ ਸਮਝ ਨਹੀਂ ਸੀ, ਜਾਂ ਫਿਰ ਮਨੋਰੋਗੀ ਸਨ ਜਿਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਪਰ ਘਟਨਾਵਾਂ ਸਿਰਫ 4 ਨਹੀਂ ਵਾਪਰੀਆਂ ਪੰਜਾਬ ਦੇ ਵਿੱਚ, ਘਟਨਾਵਾਂ ਦਾ ਸਿਲਸਿਲਾ ਬਹੁਤ ਲੰਬਾ ਹੈ। ਮੈਂ ਜਦੋਂ ਇਹ ਕਹਿਣਾ ਕਿ ਮੈਂ ਧਾਰਮਿਕ ਬੰਦਾ ਨਹੀਂ ਹਾਂ, ਪਰ ਇਹਦਾ ਅਰਥ ਇਹ ਨਹੀਂ ਹੈ ਕਿ ਮੈਂ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਦੇ ਖਿਲਾਫ ਜੇ ਕੋਈ ਕੰਮ ਹੁੰਦਾ ਤੇ ਉਹਦੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਾਂ, ਕਿਉਂਕਿ ਧਾਰਮਿਕ ਭਾਵਨਾਵਾਂ ਦੀ ਭੜਕਾਟ ਮੇਰੇ ਸਮਾਜ ਦੇ ਵਿੱਚ ਅਸ਼ਾਂਤੀ ਪੈਦਾ ਕਰਦੀ ਹੈ, ਮੇਰੇ ਸਮਾਜ ਦੇ ਵਿੱਚ ਕੁੜੱਤਣ ਪੈਦਾ ਕਰਦੀ ਹੈ, ਮੇਰੇ ਸਮਾਜ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਨਫ਼ਰਤ ਕਰਨੀ ਸਿਖਾਉਂਦੀ ਹੈ। ਇਸ ਕਰਕੇ ਮੈਂ ਇਸ ਕਿਸਮ ਦੀ ਭਾਵਨਾ ਦੇ ਬਿਲਕੁਲ ਖਿਲਾਫ ਹਾਂ, ਚਾਹੇ ਉਹ ਘਟਨਾ ਕਿਸੇ ਵੱਲੋਂ ਵੀ ਕੀਤੀ ਗਈ ਹੋਵੇ। ਔਰ ਉਹਦੀ ਸਿਆਸੀ ਦੁਰਵਰਤੋਂ ਜਿਹੜੇ ਲੋਕ ਕਰਦੇ ਆ, ਤੁਸੀਂ ਬਹੁਤ ਸਖਤ ਸ਼ਬਦ ਇਸਤੇਮਾਲ ਕੀਤਾ ਕਿ ਕੀ ਮੰਨ ਲਿਆ ਜਾਵੇ ਕਿ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚੀ ਆਸਥਾ ਹੈ ਵੀ ਕਿ ਨਹੀਂ। ਇਹ ਕਹਿਣਾ ਬਹੁਤ ਔਖਾ ਹੋ ਜਾਵੇਗਾ ਕਿ ਜਿਹੜੇ ਲੋਕ ਬਾਦਲ ਸਾਹਿਬ ਦੇ ਖਿਲਾਫ, ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਸਵਾਲ ਦੇ ਉੱਤੇ ਮੁੱਦਾ ਉਠਾਉਂਦੇ ਨੇ, ਉਹ ਦਿਲੋਂ ਮਨੋਂ ਇਸ ਭਾਵਨਾ ਦੇ ਕਾਇਲ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹਨਾਂ ਨੂੰ ਸੱਟ ਮਾਰੀ ਆ ਮਾਨਸਿਕ ਤੌਰ ਤੇ ਕਿ ਸਿਆਸੀ ਵਰਤੋਂ ਕਰ ਰਹੇ ਨੇ। ਇਹ ਇੱਕ ਕਾਫੀ ਟੇਢਾ ਮਾਮਲਾ, ਅਸੀਂ ਬਹੁਤ ਆਸਾਨੀ ਨਾਲ ਨਹੀਂ ਕਹਿ ਸਕਦੇ ਕਿ ਕੋਈ ਬੰਦਾ ਸੱਚਮੁੱਚ ਸਿਆਸੀ ਪਖੰਡ ਕਰ ਰਿਹਾ ਕਿ ਉਹ ਦਿਲੋਂ ਇਸ ਘਟਨਾ ਨੂੰ ਜਿਹੜਾ ਵਾ ਉਹ ਫੀਲ ਕਰਦਾ ਹੋਇਆ ਵਿਰੋਧ ਕਰ ਰਿਹਾ। ਕਾਫੀ ਔਖੀ ਗੱਲ ਆ, ਪਰ ਮੈਂ ਫਿਰ ਵੀ ਕਹਾਂਗਾ ਕਿ ਇਹੋ ਜਿਹੇ ਮੁੱਦਿਆਂ ਦੀ ਸਿਆਸੀ ਦੁਰਵਰਤੋਂ ਕਰਨੀ ਕਿਸੇ ਲਈ ਵੀ ਜਸਟੀਫਾਈਡ ਨਹੀਂ ਹੈ, ਕਿਉਂਕਿ ਇਹਨਾਂ ਮੁੱਦਿਆਂ ਦੇ ਨਾਲ ਤੁਸੀਂ ਸਮਾਜ ਦੇ ਵਿੱਚ ਕੁੜੱਤਣ ਪੈਦਾ ਕਰਦੇ ਹੋ। ਸਰਬੱਤ ਖਾਲਸਾ ਦੇ ਮੰਚ ਦੇ ਉੱਤੋਂ ਕੀ ਕਿਹਾ ਗਿਆ, ਮਹੱਤਵਪੂਰਨ ਗੱਲ ਇਹ ਨਹੀਂ ਆ। ਪੰਜਾਬ ਦੇ ਲੋਕਾਂ ਦੀ ਭਾਵਨਾ ਕੀ ਆ, ਉਸ ਗੱਲ ਨੂੰ ਜ਼ਿਆਦਾ ਧਿਆਨ ਦੇ ਵਿੱਚ ਰੱਖਣਾ ਪਵੇਗਾ। ਸਰਬੱਤ ਖਾਲਸਾ ਦੇ ਮੰਚ ਤੋਂ ਤਾਂ ਦੋਨੋਂ ਬਾਦਲ, ਛੋਟਾ ਵੀ ਤੇ ਵੱਡਾ ਵੀ, ਸਿੱਖੀ ਦੇ ਵਿੱਚੋਂ ਖਾਰਜ ਕੀਤੇ ਜਾ ਚੁੱਕੇ ਨੇ, ਪਰ ਪੰਜਾਬ ਦੇ ਲੋਕਾਂ ਦੀ ਮਨੋ ਚੇਤਨਾ ਚੋਂ ਖਾਰਜ ਨਹੀਂ ਹੋਏ। ਇਸ ਕਰਕੇ ਸਰਬੱਤ ਖਾਲਸਾ ਧਿਰਾਂ ਨੂੰ ਵੀ ਸੋਚਣਾ ਪਵੇਗਾ ਕਿ ਉਹ ਮੰਚ ਨੂੰ ਹੀ ਸਰਬੱਤ ਖਾਲਸਾ ਨਾ ਸਮਝਿਆ ਕਰਨ, ਇਹ ਵੀ ਦੇਖਿਆ ਕਰਨ ਕਿ ਪੰਜਾਬ ਦੇ ਲੋਕ ਜਾਂ ਸਿੱਖ ਭਾਈਚਾਰਾ ਇਹਦੇ ਬਾਰੇ ਕਿਵੇਂ ਫੀਲ ਕਰਦਾ। ਅਗਲੀ ਗੱਲ ਚੱਲਦੇ ਵਿੱਚ, ਕਿਉਂਕਿ ਚਾਲ ਹੀ ਨਿਕਲਦੀ ਆ, ਕਿਉਂਕਿ ਡੇਰਾ ਸੱਚਾ ਸੌਦਾ ਦਾ ਵਿਵਾਦ ਖੜਾ ਹੋ ਜਾਂਦਾ। ਮੈਂ ਕੱਲ ਵੀ ਕਿਹਾ ਸੀ, ਜੇ ਕੋਈ ਮੈਨੂੰ ਪੁੱਛੇ ਕਿ ਡੇਰਾਵਾਦ ਚੰਗਾ ਕਿ ਬੁਰਾ, ਤਾਂ ਮੈਂ ਕਹਾਂਗਾ ਬੁਰਾ ਹੈ ਔਰ ਹਰ ਕਿਸਮ ਦੇ ਡੇਰੇ ਦੇ ਮੈਂ ਖਿਲਾਫ ਹੋਵਾਂਗਾ। ਪਰ ਜੇ ਕੋਈ ਕਵੇ ਕਿ ਡੇਰੇ ਨੂੰ ਮੰਨਣ ਵਾਲੇ ਲੋਕਾਂ ਦੀ ਆਸਥਾ ਦੇ ਵਿੱਚ ਦਖਲ ਦੇਣਾ ਜਸਟੀਫਾਈਡ ਹੈ, ਚਾਹੇ ਉਹ ਪੰਥਕ ਜਥੇਬੰਦੀਆਂ ਦੇ ਨਾਂ ਦੇ ਉੱਤੇ, ਸਤਕਾਰ ਕਮੇਟੀਆਂ ਦੇ ਨਾਂ ਦੇ ਉੱਤੇ ਲੋਕਾਂ ਵੱਲੋਂ ਦਿੱਤਾ ਜਾਵੇ, ਉਹਦੇ ਮੈਂ ਹਮੇਸ਼ਾ ਖਿਲਾਫ ਆ। ਜੇ ਸਿੱਖੀ ਦੀਆਂ ਭਾਵਨਾਵਾਂ ਪਵਿੱਤਰ ਨੇ ਤਾਂ ਜਿਹੜੇ ਲੋਕ ਕਿਸੇ ਵੀ ਡੇਰੇ ਦੇ ਵਿੱਚ ਆਸਥਾ ਰੱਖਦੇ ਨੇ, ਚਾਹੇ ਉਹ ਰਾਧਾ ਸੁਆਮੀ ਡੇਰਾ ਹੋਵੇ, ਚਾਹੇ ਉਹ ਡੇਰਾ ਸੱਚਾ ਸੌਦਾ ਹੋਵੇ, ਚਾਹੇ ਡੇਰਾ ਨਾਨਕਸਰ ਹੋਵੇ, ਚਾਹੇ ਕੋਈ ਵੀ ਡੇਰਾ ਕਿਉਂ ਨਾ ਹੋਵੇ, ਅੱਜ ਦੀ ਤਰੀਕ ਦੇ ਵਿੱਚ ਤਾਂ ਮੈਂ ਦਮਦਮੀ ਟਕਸਾਲ ਨੂੰ ਵੀ ਇੱਕ ਡੇਰੇ ਤੋਂ ਵੱਧ ਮਹੱਤਵ ਨਹੀਂ ਦੇਣਾ ਪਸੰਦ ਕਰਦਾ, ਕਿਉਂਕਿ ਜਿਸ ਤਰੀਕੇ ਦੇ ਨਾਲ ਬਾਦਲ ਪੱਖੀ ਉਹ ਸਟੈਂਡ ਲੈਂਦੇ ਨੇ, ਉਹਦੇ ਤੋਂ ਇਹ ਜ਼ਾਹਰ ਹੋ ਜਾਂਦਾ ਕਿ ਉਹ ਵੀ ਆਪਣੀ ਪਰੰਪਰਾ ਗਵਾ ਚੁੱਕੇ ਨੇ। ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਆਸਥਾ ਸਭ ਦੀ ਆਪੋ ਆਪਣੀ ਹੈ, ਚਾਹੇ ਡੇਰੇ ਦੀ ਹੋਵੇ, ਚਾਹੇ ਧਰਮ ਦੀ ਹੋਵੇ, ਚਾਹੇ ਹਿੰਦੂਇਜ਼ਮ ਦੀ ਹੋਵੇ, ਚਾਹੇ ਇਸਲਾਮ ਦੀ ਹੋਵੇ, ਇਹਦੇ 'ਚ ਦਖਲ ਦੇਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ, ਪਰ ਇਹਨਾਂ ਚੀਜ਼ਾਂ ਦੀ ਸਿਆਸੀ ਵਰਤੋਂ ਨਹੀਂ ਹੋਣੀ ਚਾਹੀਦੀ। ਹਰਪ੍ਰੀਤ ਜੀ, ਮੈਂ ਜਿਵੇਂ ਤੁਸੀਂ ਗੱਲ ਥੋੜੀ ਦੇਰ ਪਹਿਲਾਂ ਕਹੀ ਹੈ ਕਿ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਿੱਖਾਂ ਦੇ ਅੰਦਰ ਕੋਈ ਜ਼ਿਆਦਾ ਰਿਐਕਸ਼ਨ ਨਹੀਂ ਦੇਖਣ ਨੂੰ ਆਇਆ। ਮੈਂ ਚੀਜ਼ ਇਕੱਲੇ ਸਿੱਖਾਂ ਦੇ ਨਹੀਂ, ਮੈਂ ਸਾਰਿਆਂ ਤੇ ਹੀ ਕਰਾਂਗਾ, ਕਿਉਂਕਿ ਪੰਜਾਬ ਦੇ ਵਿੱਚ ਮਲੇਰਕੋਟਲਾ ਦੇ ਅੰਦਰ ਕੁਰਾਨ ਸ਼ਰੀਫ ਦੀ ਬੇਅਦਬੀ ਵੀ ਹੋਈ ਹੈ। RSS ਦੇ ਲੀਡਰ ਜਿਹੜੇ ਗਗਨੇਜਾ ਸਾਹਿਬ, ਉਹਨਾਂ ਦਾ ਵੀ ਕਤਲ ਹੋਇਆ, ਉਹਨਾਂ ਦੇ ਵੀ ਜਿਹੜੇ ਦੋਸ਼ੀ ਹਲੇ ਤੱਕ ਫੜੇ ਨਹੀਂ ਗਏ ਨੇ।
ਔਰ ਇਸ ਤੋਂ ਇਲਾਵਾ ਜਿੱਥੋਂ ਤੱਕ ਵੀ ਡੇਰਾ ਪ੍ਰੇਮੀਆਂ ਦੀ ਗੱਲ, ਮੈਂ ਇੱਕ ਅਪਡੇਟ ਦੇਣਾ ਚਾਹੁੰਦਾ ਕਿ ਕੱਲ ਹੀ ਸ਼ਾਮ ਨੂੰ ਇਹ ਨਿਊਜ਼ ਆ ਗਈ ਸੀ ਕਿ ਉਹ ਸੰਸਕਾਰ ਵਾਸਤੇ ਰੈਡੀ ਹੋ ਗਏ ਨੇ, ਮੰਨ ਗਏ ਨੇ। ਔਰ ਇੱਕ ਪੁਆਇੰਟ ਇਹਦੇ ਵਿੱਚ ਇਹ ਵੀ ਇੱਕ ਰੇਜ਼ ਕਰਨ ਵਾਲਾ ਹੈ ਕਿ ਜੀ ਸਾਡੇ ਦਰਸ਼ਕ ਜਿਹੜੇ ਉਹ ਇਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਸਮਝਣ ਕਿ ਮਲੇਰਕੋਟਲੇ ਦਾ ਕਾਂਡ ਹੋਇਆ, ਜਿਹੜਾ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ, ਗਗਨੇਜਾ ਦਾ ਆਰਐਸਐਸ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਕਤਲ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇਹਨਾਂ ਤਿੰਨਾਂ ਘਟਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕਿਹਨਾਂ ਪਾਰਟੀਆਂ ਨੇ ਸਭ ਤੋਂ ਜ਼ਿਆਦਾ ਕੀਤੀ? ਇਹ ਵੀ ਇੱਕ ਸਵਾਲ ਦਾ ਜਿਹੜਾ ਹੈਗਾ ਉਹ ਉੱਠਦਾ, ਔਰ ਲੋਕਾਂ ਨੂੰ ਇਸ ਚੀਜ਼ ਨੂੰ ਸੋਚਣਾ ਪਏਗਾ ਇਸ ਚੀਜ਼ ਬਾਰੇ। ਹਰਪ੍ਰੀਤ ਜੀ, ਇੱਥੇ ਇੱਕ ਚੀਜ਼ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੇ ਇਹ ਮੁੱਦੇ ਉੱਠਦੇ ਨੇ, ਜਿਹੜੇ ਬੇਅਦਬੀਆਂ ਹੁੰਦੀਆਂ, ਇਦਾਂ ਦੀਆਂ ਘਟਨਾਵਾਂ ਹੁੰਦੀਆਂ, ਇਹ ਪੋਲੀਟੀਕਲ ਪਾਰਟੀਆਂ ਵਾਸਤੇ ਨਾ ਇਹ ਬੇਅਦਬੀਆਂ ਨੇ, ਨਾ ਇਹ ਘਟਨਾਵਾਂ ਨੇ, ਨਾ ਹੀ ਇਹ ਮੰਦਭਾਗੀਆਂ ਕੋਈ ਐਪੀਸੋਡ ਹੁੰਦਾ ਹੈ। ਉਹਨਾਂ ਵਾਸਤੇ ਸਿਰਫ ਤੇ ਸਿਰਫ ਇੱਕ ਮੁੱਦਾ ਹੁੰਦਾ ਹੈ, ਜਿਹੜਾ ਕਿ ਤੁਸੀਂ ਦੇਖੋ ਪੰਜਾਬ ਦੇ ਇਲੈਕਸ਼ਨ ਤੋਂ ਪਹਿਲਾਂ ਸਾਰੀਆਂ ਦੀਆਂ ਸਾਰੀਆਂ ਰੈਲੀਆਂ ਦੇ ਵਿੱਚ ਉਠਾਇਆ ਗਿਆ ਸੀਗਾ। ਸੋ ਜੇ ਅਸੀਂ ਦਿੱਲੀ ਨਾਲ ਇਹਨੂੰ ਕੰਪੇਅਰ ਕਰੀਏ, ਮੇਰੇ ਦਿਮਾਗ ਦੇ ਵਿੱਚ ਇੱਕ ਚੀਜ਼ ਹੋਰ ਆ ਰਹੀ ਹੈ ਹਰਪ੍ਰੀਤ ਜੀ। ਦਿੱਲੀ ਦੇ ਵਿੱਚ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇੱਕ ਮੁੱਦਾ ਜਿਹੜਾ ਉਹ ਲੋਕਾਂ ਤੱਕ ਪਹੁੰਚਾਇਆ ਜਾਵੇ, ਪਰ ਦਿੱਲੀ ਹਜੇ ਤੱਕ ਵੀ 1984 ਵਾਲਾ ਐਪੀਸੋਡ ਉਹਦੇ ਵਿੱਚ ਸੁਲਝ ਰਹੀ ਹੈ। ਸ਼ਾਇਦ ਉਹ ਉਹਨਾਂ ਦੇ ਦਿਮਾਗ ਦੇ ਵਿੱਚੋਂ ਨਹੀਂ ਨਿਕਲਿਆ, ਔਰ ਸ਼ਾਇਦ ਇਸੇ ਕਰਕੇ ਜਿਹੜਾ ਕੱਲ ਉਹਨਾਂ ਨੇ ਰਿਜ਼ਲਟ ਦਿੱਤਾ ਹੈ ਲੋਕਾਂ ਦੇ ਸਾਹਮਣੇ, ਉਹ ਵੋਟਾਂ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਰਿਜ਼ਲਟ ਹੈ ਉਹ ਦਿੱਤਾ ਹੈ। ਮੇਰਾ ਖਿਆਲ ਹੈ ਕਿ ਦਿੱਲੀ ਦੇ ਵਿੱਚ 84 ਵਾਲਾ ਐਪੀਸੋਡ, ਔਰ ਤੁਸੀਂ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੈ ਵਰਲਡ ਵਾਈਡ ਦੇ ਵਿੱਚ ਇਹਨੂੰ ਨਿੰਦਿਆ ਗਿਆ ਸੀ। ਇਹ ਨਹੀਂ ਕਹਿ ਸਕਦੇ ਕਿ ਸਿਰਫ ਪੰਜਾਬ ਤੱਕ ਸੀਮਿਤ ਸੀ, ਲੇਕਿਨ ਉਸ ਨਾਲੋਂ, ਕਿਉਂਕਿ ਉਹਦੇ ਵਿੱਚ ਹਲੇ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ ਕੌਣ ਉਹਦੇ ਜ਼ਿੰਮੇਵਾਰ ਸੀਗਾ, ਲੇਕਿਨ 84 ਵਾਲਾ ਦਰਦ ਹੈ ਜਿਹੜਾ ਉਹ ਦਿੱਲੀ ਦੇ ਦਿਲਾਂ ਦੇ ਵਿੱਚੋਂ ਨਹੀਂ ਨਿਕਲਿਆ। ਸ਼ਾਇਦ ਇਸੇ ਕਰਕੇ ਜਿਹੜੇ ਆ ਨਤੀਜੇ ਹੈ ਸਾਨੂੰ ਦੇਖਣ ਨੂੰ ਮਿਲ ਰਹੇ ਨੇ, ਪਰ ਇਸ ਨਤੀਜੇ ਚੌਕੰਨੇ ਕਰਨ ਵਾਲੇ ਜ਼ਰੂਰ ਨੇ, ਲੇਕਿਨ ਮੇਰੇ ਹਿਸਾਬ ਨਾਲ ਮੈਂ ਜੋ ਸੋਚਦਾ ਉਹ ਇਹ ਹੈ ਕਿ 84 ਵਾਲਾ ਦਰਦ ਹਲੇ ਵੀ ਦਿੱਲੀ ਦੇ ਵਿੱਚ ਹੈ। ਪਰ ਜੇ ਮੈਂ ਇਹ ਕਹਾਂ ਕਿ ਦਿੱਲੀ ਦੇ ਲੋਕ ਇਹ ਸ਼ਾਇਦ ਸਮਝ ਚੁੱਕੇ ਨੇ ਕਿ ਇਹ ਮੁੱਦਿਆਂ ਨੂੰ ਵੋਟਾਂ ਬਟੋਰਨ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ, ਤੇ ਉਹਦੇ ਕਾਰਨ ਉਹਨਾਂ ਨੇ ਵੋਟਾਂ ਪਾਉਣ ਵੇਲੇ ਜੋ ਉੱਥੋਂ ਦੇ ਮੁੱਦੇ ਨੇ ਦਿੱਲੀ ਦੇ, ਉਹਨਾਂ ਤੇ ਜ਼ਿਆਦਾ ਧਿਆਨ ਦਿੱਤਾ। ਜੇ ਮੈਂ ਜੀਕੇ ਸਾਹਿਬ ਦੀ ਗੱਲ ਕਰਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀਕੇ ਸਾਹਿਬ ਨੂੰ ਤੁਹਾਡੇ ਨਾਲ ਹੁਣੇ ਰੂਬਰੂ ਕਰਾਉਣ ਦੀ, ਹੁਣੇ ਸਾਡੀ ਟੀਮ ਨਾਲ ਰਾਬਤਾ ਹੋਇਆ ਉਹਨਾਂ ਦਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਉਹਨਾਂ ਨੂੰ ਤੁਹਾਡੇ ਨਾਲ ਰੂਬਰੂ ਕਰੀਏ। ਪਰ ਜੀਕੇ ਸਾਹਿਬ ਦੀ ਗੱਲ ਕਰਾਂ, ਇਲੈਕਸ਼ਨ ਜਿੱਤਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਸਾਡੀਆਂ ਨੀਤੀਆਂ ਤੇ ਸਾਡੇ ਕੀਤੇ ਗਏ ਕੰਮ ਨੂੰ ਕਿਤੇ ਨਾ ਕਿਤੇ ਦਿੱਲੀ ਦੇ ਲੋਕਾਂ ਨੇ ਉਸ ਨੀਤੀਆਂ ਤੇ ਕੰਮਾਂ ਦੇ ਆਧਾਰ ਤੇ ਵੋਟਿੰਗ ਪਾਈ ਆ, ਤੇ ਅਗਲੇ 4 ਸਾਲ ਅਸੀਂ ਜੀ ਜਾਨ ਲਾ ਕੇ ਕੰਮ ਕਰਾਂਗੇ। ਪਰ ਸਵਾਲ ਮੇਰਾ ਇਹੀ ਆ ਕਿ ਜੀਕੇ ਸਾਹਿਬ ਦਾ ਜੋ ਦਾਵਾ ਵਾ ਨੀਤੀਆਂ ਅਤੇ ਕੰਮਾਂ ਤੇ ਵੋਟਿੰਗ ਪਈ ਆ, ਕੀ ਇਹ ਤੋਂ ਤੁਸੀਂ ਸਾਰੇ ਐਗਰੀ ਜੋ? ਕਾਫੀ ਹੱਦ ਤੱਕ, ਕਿਉਂਕਿ ਦਿੱਲੀ ਦੇ ਵਿੱਚ ਜੇ 1% ਇੰਨੀ ਵੋਟਿੰਗ ਹੋਈ ਹੈ ਤਾਂ ਕੁਝ ਚੀਜ਼ ਤਾਂ ਹੈ ਨਾ। ਕੰਮਾਂ ਤੋਂ ਬਿਨਾਂ ਪਰਸਨਲੀ ਤਾਂ ਲੋਕ ਇੰਨੀ ਛੇਤੀ ਪ੍ਰਭਾਵਿਤ ਨਹੀਂ ਹੋ ਸਕਦੇ ਕਿ ਕੁਝ ਏਰੀਆ ਦੇ ਵਿੱਚ ਜਿਹੜਾ ਹੈਗਾ ਆਪਣੀ ਕੰਸਟੀਟੂਐਂਸੀ ਜਾਂ 1-2 ਹੋਰ ਕੰਸਟੀਟੂਐਂਸੀਆਂ ਦੇ ਵਿੱਚ ਤਾਂ ਬੰਦਾ ਆਪਣਾ ਨਿੱਜੀ ਪ੍ਰਭਾਵ ਵਰਤ ਸਕਦਾ ਹੈ, ਪਰ ਜਿਵੇਂ ਪੂਰੀ ਦਿੱਲੀ 'ਚ ਉਹਨਾਂ ਨੂੰ ਜਿੱਤ ਮਿਲੀ ਹੈ ਤਾਂ ਜ਼ਰੂਰ ਇਹ ਪ੍ਰਭਾਵ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦਾ ਹੀ ਹੋ ਸਕਦਾ ਹੈ। ਇਸ ਤੋਂ ਬਿਨਾਂ ਕੋਈ ਹੋਰ ਕਾਰਨ ਨਹੀਂ ਹੋ ਸਕਦਾ ਹੈਗਾ। ਭਾਵੇਂ ਇਹਦੇ ਵਿੱਚ ਕਿਤੇ ਹੋ ਸਕਦਾ ਹੈ ਕਿ ਟੋਕਣਾ ਚਾਹੂੰਗਾ ਅਜੀਤ ਜੀ, ਇੱਕ ਵਾਰੀ ਟੋਕਣਾ ਚਾਹੂੰਗਾ। ਸਾਡੇ ਨਾਲ ਜੀਕੇ ਸਾਹਿਬ ਜੁੜ ਚੁੱਕੇ ਨੇ, ਮਨਜੀਤ ਸਿੰਘ ਜੀ ਜੀਕੇ ਜੀ ਜੁੜ ਚੁੱਕੇ ਨੇ ਦਿੱਲੀ ਤੋਂ। ਜੀਕੇ ਸਾਹਿਬ ਸਵਾਗਤ ਹੈ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਵਧਾਈਆਂ ਦਿੰਦੇ ਹਾਂ, ਤੁਹਾਡੀ ਪਾਰਟੀ ਨੇ ਜਿੱਤ ਹਾਸਿਲ ਕੀਤੀ ਆ। ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਤੁਹਾਨੂੰ ਲੱਗਦਾ ਕਿ ਕਿਹੜੇ ਮੁੱਦਿਆਂ ਦੇ ਆਧਾਰ ਤੇ ਦਿੱਲੀ ਦੀ ਸੰਗਤ ਨੇ ਵੋਟ ਪਾਈ ਆ, ਤੇ ਕਿਹੜੇ ਕਾਰਨ ਸੀ ਜਿਹਦੇ ਕਾਰਨ ਤੁਹਾਨੂੰ ਦਿੱਲੀ ਦੀ ਸੰਗਤ ਨੇ ਤੁਹਾਡੇ ਧੜੇ ਨੂੰ ਐਕਸੈਪਟ ਕੀਤਾ ਤੇ ਦੂਜੇ ਧੜੇ ਨੂੰ ਰਿਜੈਕਟ ਕੀਤਾ ਵਾ? ਮਨਜੀਤ ਸਿੰਘ ਜੀ, ਕਾਲ ਡ੍ਰੌਪ ਹੋ ਗਈ ਆ, ਮੈਂ ਟੀਮ ਨੂੰ ਕਹੂੰਗਾ ਫਿਰ ਤੋਂ ਕਨੈਕਟ ਕਰ ਦੇਣ। ਹਾਂਜੀ ਅਜੀਤ ਜੀ, ਪਲੀਜ਼ ਕੈਰੀ ਔਨ। ਹਾਂ, ਮੈਂ ਇਹ ਕਹਿ ਰਿਹਾ ਸੀ ਕਿ ਇਹ ਕੰਮਾਂ ਦਾ ਹੀ ਹੁੰਦਾ ਹੈ, ਅਦਰਵਾਈਜ਼ ਸਾਰੇ ਦੇ ਸਾਰੇ ਦਿੱਲੀ ਸ਼ਹਿਰ ਬਹੁਤ ਵੱਡਾ ਹੈ, ਉਹਦੇ ਵਿੱਚ ਨਿੱਜੀ ਤੌਰ ਤੇ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ ਸਾਰਿਆਂ ਨੂੰ। ਇਹਨਾਂ ਨੇ ਕਾਫੀ ਐਕਟਿਵਲੀ ਲੋਕਾਂ ਨੂੰ ਇਨਵੋਲਵ ਕਰਕੇ ਜਿਹੜਾ ਹੈਗਾ ਉਹ ਉੱਥੇ ਕੰਮ ਕੀਤੇ ਨੇ, ਔਰ ਕੰਮ ਕਰਨ ਦੇ ਨਾਲ ਨਾਲ ਧਰਮ ਪ੍ਰਚਾਰ ਵੀ, ਕਥਾ ਵਾਰਤਾ, ਉਹ ਸਾਰੇ ਜਿਹੜੇ ਹੈਗੇ ਹਰ ਪਹਿਲੂ ਤੋਂ ਉਹਨਾਂ ਨੇ ਕੰਮ ਕੀਤਾ ਹੈ। ਤੇ ਮੈਨੂੰ ਲੱਗਦਾ ਕਿ ਇਸ ਚੀਜ਼ ਨੇ ਹੀ ਪ੍ਰਭਾਵਿਤ ਕੀਤਾ ਇੰਨਾ, ਤਾਂ ਕਿ ਇਹਨਾਂ ਦੇ ਗਰੁੱਪ ਨੂੰ ਜਿਹੜਾ ਹੈਗਾ
ਉਹ ਇੰਨਾ ਸਮਰਥਨ ਮਿਲਿਆ। ਜੇ ਮੇਰਾ ਕੋਈ ਹੋਰ ਸਾਥੀ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਦੇਖੋ ਫੈਕਟਰ ਦਾ ਕੰਮ ਕੀਤੇ ਨੇ ਜਿਹੜੇ ਬੰਦਾ ਸਿੰਘ ਬਹਾਦਰ ਜੀ ਉਹਨਾਂ ਨੇ ਸਾਡੇ ਨਾਲ ਬਣਾਈ। ਜੁੜ ਚੁੱਕੇ ਨੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਸਵਾਗਤ ਹੈ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਸਭ ਤੋਂ ਪਹਿਲਾਂ ਤੇ ਤੁਹਾਨੂੰ ਵਧਾਈ ਦੇਣਾ ਚਾਹਾਂਗੇ ਕਿ ਤੁਹਾਡੀ ਪਾਰਟੀ ਨੂੰ, ਤੁਹਾਡੇ ਧੜੇ ਨੂੰ ਦਿੱਲੀ ਦੀ ਸੰਗਤ ਨੇ ਇੱਕ ਵਾਰ ਫਿਰ ਤੋਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਭਾਗਤੋੜ ਸਾਂਭੀ ਆ। ਤੇ ਨਾਲ ਹੀ ਮੈਂ ਚਾਹੂੰਗਾ ਕਿ ਕਿਹੜੇ ਮੁੱਦੇ ਸੀ ਜਿਹਦੇ ਆਧਾਰ ਤੇ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦੀ ਸੰਗਤ ਨੇ ਤੁਹਾਡੀ ਪੋਲੀਟੀਕਲ ਪਾਰਟੀ ਨੂੰ ਐਕਸੈਪਟ ਕੀਤਾ ਤੇ ਦੂਜੇ ਧੜਿਆਂ ਨੂੰ ਰਿਜੈਕਟ ਕੀਤਾ ਵਾ। ਗੱਲ ਇਹ ਹੈ ਕਿ ਇਹ ਕੰਮ ਨੂੰ ਲੋਕਾਂ ਨੇ ਵੋਟਾਂ ਪਾਈਆਂ, ਕੰਮ ਨੂੰ ਆਸ਼ੀਰਵਾਦ ਦਿੱਤਾ ਸੰਗਤ ਨੇ। ਔਰ ਜਿਹੜੇ ਕੰਮ ਅਸੀਂ ਧਰਮ ਪ੍ਰਚਾਰ ਖੇਤਰ ਕੀਤੇ ਨੇ, ਜਿਹੜੇ ਕੰਮ ਅਸੀਂ ਐਜੂਕੇਸ਼ਨ ਲਈ ਕੀਤੇ ਨੇ, ਜਿਹੜੇ ਕੰਮ ਅਸੀਂ 1984 ਲਈ ਕੀਤੇ ਨੇ, ਬਾਹਰ ਵਸਦੇ ਸਿੱਖਾਂ ਦੇ ਬਲੈਕ ਲਿਸਟ ਪਹਿਲੀ ਦਫਾ ਰੱਦ ਹੋਈ ਹੈ। ਅਫਗਾਨਿਸਤਾਨ ਤੋਂ ਆਏ ਹਜ਼ਾਰਾਂ ਸਿੱਖਾਂ ਨੂੰ 25-25 ਸਾਲ ਤੋਂ ਸਿਟੀਜ਼ਨਸ਼ਿਪ ਨਹੀਂ ਮਿਲਦੀ ਸੀ। ਇੱਥੇ ਕੋਈ ਉਹਨਾਂ ਦਾ ਪੁੱਛਦਾ ਨਹੀਂ ਸੀਗਾ। ਉਹ ਸਾਰੇ ਕੰਮ ਕੀਤੇ ਨੇ। ਇਸ ਤੋਂ ਇਲਾਵਾ ਜਿਹੜਾ ਇਤਿਹਾਸ ਅਸੀਂ ਅੱਗੇ ਲੈ ਕੇ ਆਏ ਹਾਂ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਲਾਲ ਕਿਲ੍ਹਾ ਫਤਿਹ ਸਿੱਖਾਂ ਨੇ ਕੀਤਾ ਸੀਗਾ। ਗੁਰਦੁਆਰੇ ਸਾਹਿਬਾਨ ਦੀ ਦਿੱਖ ਦੀ ਗੱਲ ਕਰ ਲਈਏ ਕਿ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬਾਨ ਅਸੀਂ ਅੱਗੇ ਨਾਲੋਂ ਜ਼ਿਆਦਾ ਸੋਹਣੇ ਬਣਾਏ ਨੇ, ਔਰ ਜਿਸ ਤਰੀਕੇ ਨਾਲ ਮੈਂ ਸਮਝਦਾ ਵਾਂ ਕਿ ਅਸੀਂ ਜਿਹੜੇ ਜਗ੍ਹਾ ਜ਼ਮੀਨਾਂ ਗੁਰਦੁਆਰਿਆਂ ਦੇ ਖੁਰਦ-ਬੁਰਦ ਕਰਦੀਆਂ ਗਈਆਂ ਸੀ, ਹਸਪਤਾਲ ਵੇਚ ਦਿੱਤੇ ਸੀਗੇ, ਉਹ ਵਾਪਸ ਅਸੀਂ ਲੈ ਕੇ ਆਏ ਹਾਂ। ਤੇ ਸੰਗਤ ਨੇ ਕੰਮਾਂ ਨੂੰ ਆਸ਼ੀਰਵਾਦ ਦਿੱਤਾ ਜੀ। ਇਹ ਬਹੁਤ ਪੱਖੀ ਕੰਮ ਗੁਰੂ ਨੇ ਸਾਡੇ ਕੋਲੋਂ ਲੈ ਲਏ ਨੇ, ਔਰ ਉਹਦਾ ਨਤੀਜਾ ਜੋ ਤੁਹਾਡੇ ਸਾਹਮਣੇ ਅੱਜ ਤੁਸੀਂ ਦੇਖ ਰਹੇ ਹੋ। ਸਰ ਇੱਕ ਸਵਾਲ ਹੋਰ ਪੁੱਛੂੰਗਾ ਤੁਹਾਨੂੰ, ਦੋ ਸਵਾਲ ਹੋਰ ਪੁੱਛੂੰਗਾ। ਇੱਕ ਨੈਗੇਟਿਵ ਪੋਲਿਟਿਕਸ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਵੀ ਅਸੀਂ ਦੇਖਿਆ ਨੈਗੇਟਿਵ ਪੋਲਿਟਿਕਸ ਦਾ ਕਾਫੀ ਇਸਤੇਮਾਲ ਕੀਤਾ ਜਾ ਰਿਹਾ ਸੀ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨਾਂ ਦੇ ਵਿੱਚ ਵੀ ਜੋ ਪੰਜਾਬ ਦੇ ਵਿੱਚ ਘਟਨਾ ਹੋਈਆਂ ਨੇ, ਚਾਹੇ ਡੇਰਾ ਸਰਸੇ ਨੂੰ ਲੈ ਕੇ, ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ, ਉਹਨਾਂ ਸਭ ਮੁੱਦਿਆਂ ਦਾ ਇਸਤੇਮਾਲ ਕੀਤਾ ਗਿਆ ਸੀ। ਪਰ ਫਿਰ ਵੀ ਦਿੱਲੀ ਦੀ ਸੰਗਤ ਨੇ ਤੁਹਾਡੇ ਧੜੇ ਨੂੰ ਚੁਣਿਆ। ਕੀ ਤੁਸੀਂ ਕਹੋਗੇ ਕਿ ਦਿੱਲੀ ਦੀ ਸੰਗਤ ਨੇ ਨੈਗੇਟਿਵ ਪੋਲਿਟਿਕਸ ਨੂੰ ਵੀ ਰਿਜੈਕਟ ਕੀਤਾ ਵਾ? ਦੇਖੋ ਜੀ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਸਾਡੇ ਖਿਲਾਫ ਇਹਦਾ ਜਹਾਜ਼ ਛੇੜਿਆ ਗਿਆ। ਮੈਂ 4 ਸਾਲ ਦਿੱਲੀ ਦਾ ਮੁੱਖ ਸੇਵਾਦਾਰ ਰਿਹਾ, ਪ੍ਰਧਾਨ ਰਿਹਾ। ਮੈਂ 4 ਸਾਲਾਂ ਦੇ ਕੰਮ ਗਿਣਾਉਣਾ ਸ਼ੁਰੂ ਕਰਾਂ 3 ਘੰਟੇ ਚਾਹੀਦੇ ਤੁਹਾਡੇ ਚੈਨਲ ਤੇ ਮੈਂ ਬੋਲਾਂਗਾ। ਜਿਹੜੇ ਮੇਰੇ ਖਿਲਾਫ ਸੀ ਸਰਨਾ ਸਾਹਿਬ, ਉਹ 2 ਸਾਲ ਇੱਕ ਵਾਰੀ ਔਰ 12 ਸਾਲ ਇੱਕ ਵਾਰੀ, 14 ਸਾਲ ਪ੍ਰਧਾਨ ਰਹੇ ਨੇ। ਉਹਨਾਂ ਕੋਲ ਕੋਈ ਏਜੰਡਾ ਹੀ ਨਹੀਂ ਸੀ ਦੱਸਣ ਦਾ ਸਿੱਖਾਂ ਨੂੰ, ਸੰਗਤ ਨੂੰ, ਕਿ ਮੈਂ 14 ਸਾਲਾਂ ਕੀ ਕੀਤਾ। ਉਹ ਮੇਰੇ ਪਰਸਨਲ, ਮੇਰੇ ਪਰਿਵਾਰ ਤੱਕ ਉਹਨਾਂ ਨੇ ਐਲੀਗੇਸ਼ਨ ਲਗਾ ਦਿੱਤੇ, ਮੇਰੇ ਤੇ ਲਗਾ ਦਿੱਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਾਰਾ ਕੁਛ ਇਹਨਾਂ ਲਾਤਾ। ਲੇਕਿਨ ਦਿੱਲੀ ਦੀ ਸੰਗਤ ਸਭ ਜਾਣਦੀ ਸੀਗੀ, ਔਰ ਤੁਹਾਡੇ ਸਾਹਮਣੇ ਨਤੀਜਾ ਹੁਣ ਮੈਨੂੰ ਇਹਨਾਂ ਗੱਲਾਂ ਤੇ ਕਹਿਣ ਦੀ ਕੋਈ ਲੋੜ ਨਹੀਂ, ਸੰਗਤ ਨੇ ਮੋਹਰ ਲਾ ਦਿੱਤੀ। ਮਨਜੀਤ ਸਿੰਘ ਜੀ ਇੱਕ ਸਵਾਲ ਹੋਰ ਪੁੱਛੂੰਗਾ। ਮੈਨੀਫੈਸਟੋ ਦੀ ਗੱਲ ਜ਼ਰੂਰ ਕਰੂੰਗਾ। ਮੈਨੀਫੈਸਟੋ ਵਿੱਚ ਅੱਜ ਕੱਲ ਜਦੋਂ ਵੀ ਇਲੈਕਸ਼ਨ ਹੁੰਦੀ ਆ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਬਾਅਦ ਵਿੱਚ ਪੋਲੀਟੀਕਲ ਪਾਰਟੀਆਂ ਜਾਂ ਜੋ ਚੋਣਾਂ ਲੜਨ ਵਾਲੇ ਧੜੇ ਨੇ ਉਹ ਕਿਤੇ ਨਾ ਕਿਤੇ ਚੂਕ ਜਾਂਦੇ ਨੇ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ ਪੂਰੇ ਕਰਨ ਵਾਸਤੇ। ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਜੋ ਤੁਸੀਂ ਮੈਨੀਫੈਸਟੋ 'ਚ ਵਾਅਦੇ ਕੀਤੇ ਆ, ਕੀ ਤੁਸੀਂ ਉਹ ਸਾਰੇ ਵਾਅਦੇ ਪੂਰੇ ਕਰਨ ਦੀ ਪੂਰੀ ਕੋਸ਼ਿਸ਼ ਕਰੋਗੇ? ਹਾਂ, ਇਸ ਤਰ੍ਹਾਂ ਹੈਗਾ ਜੀ, ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿਹੜੇ ਇਹ ਪੋਲੀਟੀਕਲ ਵਾਅਦੇ ਕੀਤੇ ਜਾਂਦੇ ਨੇ, ਜਿਹੜੇ ਮੈਨੀਫੈਸਟੋ ਲੋਕਾਂ ਨੂੰ ਦਿੱਤੇ ਜਾਂਦੇ ਨੇ, ਉਹ 5 ਸਾਲ ਮਿੱਟੀ ਜਲਦੀ ਮੈਨੀਫੈਸਟੋ को ਦੇਖਦਾ ਨਹੀਂ। ਮੈਨੂੰ ਇਹ ਮਾਣ ਦੀ ਗੱਲ ਹੈ ਕਿ ਜੇ ਮੈਂ 4 ਸਾਲਾਂ 'ਚ ਜੋ ਆਖਿਆ ਨਾ, 85% ਕੰਮ ਆਪਣੇ ਜੋ ਵਾਅਦੇ ਕੀਤੇ ਸੀ ਪੂਰੇ ਕੀਤੇ ਨੇ। ਕਈ ਕੰਮ ਐਸੇ ਕੀਤੇ ਜਿਹੜੇ ਮੈਨੀਫੈਸਟੋ 'ਚ ਨਹੀਂ ਵੀ ਸੀਗੇ। ਤੇ ਮੈਂ ਸਮਝਦਾ ਵਾਂ ਕਿ ਲੋਕਾਂ ਨੇ ਕੰਮਾਂ ਨੂੰ ਵੋਟਾਂ ਦਿੱਤੀਆਂ, ਔਰ ਜਿਹੜੇ ਹੁਣ ਮੈਂ ਕੰਮ ਕਹੇ ਨੇ ਮੈਨੀਫੈਸਟੋ ਦੇ ਵਿੱਚ, ਉਹ ਪਹਿਲੇ ਨਾਲੋਂ ਵੀ ਜ਼ਿਆਦਾ ਟਫ ਔਰ ਵੱਡੇ ਨੇ। ਪਰ ਮੈਂ ਸਮਝਦਾ ਵਾਂ ਕਿ ਹੁਣ ਮੈਨੂੰ ਜਿਹੜਾ ਤਜਰਬਾ ਜਾਂ ਮੈਨੂੰ ਜਿਹੜਾ ਸਹਿਯੋਗ ਸੰਗਤ ਦਾ ਮਿਲਿਆ, ਔਰ ਜੋ ਮੈਂ ਸਰਕਾਰਾਂ ਤੋਂ ਇਨਫਲੂਐਂਸ ਨਾਲ ਕੰਮ ਕਰਾ ਸਕਦਾ ਵਾਂ, ਮੈਂ ਸਮਝਦਾ ਕਿ ਇਹ ਕੰਮ ਪੂਰੇ ਕਰਾਂਗੇ। ਸਰ ਮੈਨੂੰ ਪਤਾ ਤੁਸੀਂ ਕਾਫੀ ਘੱਟ ਸਮੇਂ ਵਾਸਤੇ ਜੁੜੇ ਜੋ, ਪਰ ਜੇ ਤੁਹਾਡੇ ਕੋਲ ਇੱਕ ਅੱਧਾ ਮਿੰਟ ਹੋ ਰਿਹਾ, ਮੇਰਾ ਇੱਕ ਹੋਰ ਸਾਥੀ ਤੁਹਾਡੇ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ, ਬਟ ਜੇ ਤੁਹਾਡੇ ਕੋਲ ਟਾਈਮ ਹੈ ਫਿਰ ਇਸੇ ਪੁੱਛਾਂਗੇ। ਹਾਂਜੀ ਸ਼ਬਦੀਸ਼ ਜੀ ਪਲੀਜ਼ ਗੋ ਹੈਡ। ਹਾਂਜੀ ਹਰਪ੍ਰੀਤ ਜੀ, ਮੋਹਾਲੀ ਤੋਂ ਸ਼ਬਦੀਸ਼ ਬੋਲ ਰਿਹਾ ਜੀ ਕੇ ਸਾਹਿਬ। ਸਰ ਮੈਂ 2 ਸਵਾਲ ਸਿਰਫ ਛੋਟੇ ਛੋਟੇ ਤੁਹਾਨੂੰ ਕਰਨੇ ਚਾਹਾਂਗਾ।
ਹੈ। ਜ਼ਰੂਰੀ ਨਹੀਂ ਕਿ ਉਹਨਾਂ ਦੇ ਜਵਾਬ ਤੁਸੀਂ ਬਹੁਤ ਡਿਟੇਲ 'ਚ ਦਿਓ। ਇੱਕ ਤਾਂ ਮੇਰਾ ਸਵਾਲ ਇਹ ਹੈ ਕਿ 45-46% ਸਿੱਖ ਭਾਈਚਾਰੇ ਦੇ ਵੋਟਰਾਂ ਨੇ ਸ਼ਮੂਲੀਅਤ ਕੀਤੀ ਹੈ। ਜੇ ਅਸੀਂ ਬਹੁ ਗਿਣਤੀ ਨੂੰ ਦੇਖੀਏ ਉਹ ਦੂਰ ਰਹੇ ਨੇ, ਹੈ ਉਹ ਕਿਵੇਂ ਇਸ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਫਰਦਰ ਸਰਗਰਮ ਹੋਣਗੇ, ਉਹਦੇ ਲਈ ਤੁਸੀਂ ਕੀ ਯਤਨ ਜਟਾਓਗੇ? ਇੱਕ ਤਾਂ ਮੇਰਾ ਸਵਾਲ ਇਹ ਹੈ। ਦੂਸਰਾ ਮੇਰਾ ਸਵਾਲ ਇਹ ਹੈ ਕਿ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਤਾਜ਼ਾ ਕਰ ਰਹੇ ਹੋ, ਬਹੁਤ ਮਹਾਨ ਕੰਮ ਆ, ਪਰ ਕੀ ਇੱਕ ਸਵਾਲ ਮੇਰਾ ਇਹਦੇ ਬਾਰੇ ਇੰਨਾ ਵਾ ਛੋਟਾ ਜਿਹਾ, ਮੈਂ ਇਹ ਵੀ ਨਹੀਂ ਚਾਹਾਂਗਾ ਤੁਸੀਂ ਤੁਰੰਤ ਜਵਾਬ ਦਿਓ, ਉਹਦੇ ਬਾਰੇ ਜੇ ਤੁਸੀਂ ਫਰਦਰ ਕੋਈ ਕੰਮ ਕਰ ਸਕੋ। 18ਵੀਂ ਸਦੀ ਦੇ ਵਿੱਚ ਸ਼ਹਾਦਤ ਤੋਂ ਬਾਅਦ 20ਵੀਂ ਸਦੀ ਦੇ 1975 ਤੱਕ ਜਦੋਂ ਤੱਕ ਗੰਡਾ ਸਿੰਘ ਦੀ ਕਿਤਾਬ ਨਹੀਂ ਸੀ ਆਈ, ਬੰਦਾ ਸਿੰਘ ਬਹਾਦਰ ਇੱਕ ਤਰ੍ਹਾਂ ਨਾਲ ਖਲਨਾਇਕ ਰਹੇ, ਉਹਦੇ ਲਈ ਕੌਣ ਜ਼ਿੰਮੇਵਾਰ ਸੀ? ਇਹ ਤੱਥ ਇਤਿਹਾਸ ਦੇ ਕਦੇ ਸਾਹਮਣੇ ਲਿਆਓਗੇ ਕਿ ਨਹੀਂ? ਸਬਦੀਸ਼ ਜੀ ਤੁਹਾਡੀ ਆਵਾਜ਼ ਖਰਾਬ ਆ ਰਹੀ ਹੈ, ਤੁਸੀਂ ਫੋਨ ਲਾਈਨ ਮਿਊਟ ਕਰਕੇ ਸਵਾਲ ਪੁੱਛੋ ਪਲੀਜ਼। ਹੁਣ ਤਾਂ ਮੇਰਾ ਮਿਊਟ ਸੀ। ਚਲੋ ਨੋ ਪ੍ਰੋਬਲਮ, ਕੋਈ ਟਾਈਮ ਨਹੀਂ, ਆਪਾਂ ਛੱਡ ਦਿੰਦੇ। ਹਾਂ ਮਨਜੀਤ ਸਿੰਘ ਜੀ, ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਸਵਾਲ ਮੈਨੂੰ ਤੁਹਾਨੂੰ ਸਮਝ ਆ ਰਹੀ। ਹੈਲੋ ਹਰਪ੍ਰੀਤ ਜੀ। ਹਾਂਜੀ ਪਲੀਜ਼ ਗੋ ਹੈਡ। ਆਵਾਜ਼ ਆ ਰਹੀ ਜੀ? ਬਿਲਕੁਲ ਆ ਰਹੀ ਹੈ ਜੀ। ਜੀ ਕੇ ਸਾਹਿਬ, ਮੈਂ ਨਾ ਦੁਬਾਰਾ ਮੈਨੂੰ ਰਿਪੀਟ ਕਰਨੇ ਪੈਣਗੇ ਸਵਾਲ। ਇੱਕ ਤਾਂ ਮੈਂ ਇਹ ਚਾਹਾਂਗਾ ਕਿ 45-46% ਸਿੱਖ ਭਾਈਚਾਰੇ ਦੇ ਵੋਟਰਾਂ ਨੇ ਵੋਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ, ਬਹੁ ਗਿਣਤੀ ਬਾਹਰ ਰਹਿ ਗਈ, ਉਹਨਾਂ ਨੂੰ ਵੀ ਸਰਗਰਮ ਕਰਕੇ ਅਗਲੀ ਚੋਣ ਦੇ ਵਿੱਚ ਉਹ ਆ ਸਕਣ, ਉਹਦੇ ਲਈ ਤੁਸੀਂ ਕੀ ਯਤਨ ਕਰੋਗੇ, ਕਿਵੇਂ ਉਹਦੇ ਲਈ ਕੰਮ ਕਰੋਗੇ? ਇੱਕ ਤਾਂ ਇਹ ਹੈ ਸਵਾਲ। ਦੂਜਾ ਮੇਰਾ ਸਵਾਲ ਇਹ ਹੈ ਕਿ 18ਵੀਂ ਸਦੀ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ 1975 ਤੱਕ, ਯਾਨੀ 20ਵੀਂ ਸਦੀ ਦੇ 1975 ਤੱਕ ਲਗਭਗ ਉਹ ਇਹ ਹਿੱਸੇ ਦੇ ਵਿੱਚ ਖਲਨਾਇਕ ਮੰਨੇ ਜਾਂਦੇ ਰਹੇ ਨੇ। ਬੰਦਈ ਸਿੱਖ ਤੱਤ ਖਾਲਸਾ ਦੀ ਸ਼ਕਲ ਦੇ ਵਿੱਚ ਉਹਨਾਂ ਦੇ ਖਿਲਾਫ ਕਈ ਕਿਸਮ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਹੁਣ ਜਦੋਂ ਤੁਸੀਂ ਉਹਨਾਂ ਦੀ ਯਾਦਗਾਰ ਬਣਾ ਰਹੇ ਹੋ, ਕੀ ਉਹਨਾਂ ਇਤਿਹਾਸਕ ਕਾਰਨਾਂ ਨੂੰ, ਉਹਨਾਂ ਦੋਸ਼ੀਆਂ ਨੂੰ ਵੀ ਕਟਹਿਰੇ ਦੇ ਵਿੱਚ ਇਤਿਹਾਸਦਿਆਂ ਨੂੰ ਖੜੇ ਕਰੋਗੇ ਜਿਨ੍ਹਾਂ ਕਰਕੇ ਉਹ ਖਲਨਾਇਕ ਮੰਨੇ ਜਾਂਦੇ ਨੇ? ਇੱਕ ਸਵਾਲ ਛੋਟਾ ਜਿਹਾ ਹੈ ਕਿ ਬਘੇਲ ਸਿੰਘ ਹੋਣਾ ਨੇ ਪਹਿਲੀ ਵਾਰ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਚਲਾਇਆ। ਬੰਦਾ ਸਿੰਘ ਬਹਾਦਰ ਤਾਂ ਜੰਗ ਦੇ ਵਿੱਚ ਹਾਰ ਕੇ ਇਸ ਸੱਤਾ ਤੋਂ ਵਿਦਾ ਹੋ ਗਏ। ਕੀ ਕਾਰਨ ਸੀ ਕਿ ਬਘੇਲ ਸਿੰਘ ਚੁੱਪ ਚਪੀਤੇ ਸੱਤਾ ਛੱਡ ਕੇ ਚਲੇ ਗਏ? ਉਹਨੂੰ ਤੁਸੀਂ ਕਿਵੇਂ ਫੀਲ ਕਰਦੇ ਹੋ? ਇਹ ਮੇਰੇ 3 ਸਵਾਲ ਨੇ। ਪਹਿਲੇ ਦਾ ਜਵਾਬ ਤੁਸੀਂ ਜ਼ਰੂਰ ਡਿਟੇਲ 'ਚ ਦਿਓ, ਦੂਜੇ ਬਾਰੇ ਚਾਹੇ ਮੈਂ ਨਹੀਂ ਚਾਹਾਂਗਾ ਕਿ ਡਿਟੇਲ 'ਚ ਮੈਨੂੰ ਸਵਾਲ ਦਿੱਤੇ ਜਾਣ, ਸਿਰਫ ਉਹਨਾਂ ਨੂੰ ਬਚਣ ਦੀ ਗੱਲ ਹੈ। ਪੋਲੀਟੀਕਲ ਅਸਾਈਲਮ ਜਿਹੜੇ ਲੈ ਕੇ ਗਏ ਨੇ ਉਹਨਾਂ ਨੂੰ ਇੱਥੇ ਹਿੰਦੁਸਤਾਨ 'ਚ ਵੀਜ਼ੇ ਨਹੀਂ ਮਿਲਦੇ। ਹੁਣ ਅਗਲੀ ਲੜਾਈ ਮੇਰੀ ਉਹ ਚੱਲਦੀ ਪਈ ਹੈ, ਇਹ ਹੱਲ ਕਰਾਵਾਂਗੇ ਜਿੱਦਾਂ ਅਸੀਂ ਅਫਗਾਨਿਸਤਾਨ ਦੇ ਸਿੱਖਾਂ ਦੀ ਕਰਾਈ ਹੈ ਔਰ ਉਹਨਾਂ ਨੇ ਵੋਟਾਂ ਪਾਈਆਂ, ਤੁਸੀਂ ਵੀ ਦਿੱਲੀ ਆ ਕੇ ਵੋਟਾਂ ਪਾ ਸਕੋਗੇ। ਤੁਸੀਂ ਗੱਲ ਕੀਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਕਿ ਅਸੀਂ ਉਹਨਾਂ ਦੀ ਸ਼ਤਾਬਦੀ ਮਨਾਈ ਹੈ। ਮੈਂ ਸਮਝਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਅਣਗੌਲਿਆ ਗਿਆ ਕਿ ਸਾਡਾ ਐਸੇ ਇਤਿਹਾਸ ਸਿੱਖਾਂ ਨੇ ਇਤਿਹਾਸ ਹਮੇਸ਼ਾ ਕਾਇਮ ਕੀਤਾ ਹੈ, ਲੇਕਿਨ ਨਾ ਲਿਖਿਆ ਤੇ ਨਾ ਸਾਂਭਿਆ। ਲਿਖਿਆ ਸਾਡੇ ਦੁਸ਼ਮਣਾਂ ਨੇ, ਵਿਰੋਧੀਆਂ ਨੇ, ਉਹਨਾਂ ਨੇ ਸਾਡੇ ਇਤਿਹਾਸ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ। ਇਹ ਗੱਲ ਵੱਖਰੀ ਕਿ ਸਾਡੀਆਂ ਸ਼ਹਾਦਤਾਂ ਇੰਨੀਆਂ ਉੱਚੀਆਂ ਸੀਗੀਆਂ ਕਿ ਉਸ ਨੂੰ ਨੀਵਾਂ ਕਰ ਨਹੀਂ ਸਕੇ। ਮੈਂ ਸਮਝਦਾ ਵਾਂ ਕਿ ਤੁਸੀਂ ਜਿਹੜੀ ਗੱਲ ਕੀਤੀ ਬੰਦਈ ਸਿੱਖਾਂ ਦੀਆਂ ਕਿਸੇ ਦੀ, ਦੇਖੋ ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕਰਕੇ ਸਾਰੇ ਸਮਾਜ ਜੋੜੇ ਸੀਗੇ। ਅੱਜ ਕਿਤੇ ਨਾ ਕਿਤੇ ਅਸੀਂ ਮੇਨ ਸਟ੍ਰੀਮ ਦੇ ਵਿੱਚੋਂ, ਹੁਣ ਤੁਸੀਂ ਦੇਖੋ ਘਮਾਖਰੂ ਸਮਾਜ ਦੇ ਵਿੱਚ ਲਬਾਣੇ ਆਉਂਦੇ ਨੇ, ਜਿਹਦੇ 'ਚ ਬੰਜਾਰੇ ਆਉਂਦੇ ਨੇ, ਜਿਹਦੇ 'ਚ ਰੰਗਰੇਟੇ ਆਉਂਦੇ ਨੇ, ਸਿੱਕਲੀ ਘਰ ਆਉਂਦੇ ਨੇ, ਇਸੇ ਤਰੀਕੇ ਨਾਲ ਬਾਜ਼ੀਗਰ ਆਉਂਦੇ ਨੇ, ਰਾਹ ਸਿੱਖ ਆਉਂਦੇ ਨੇ। ਅਸੀਂ ਕਿਤੇ ਨਾ ਕਿਤੇ ਦੂਰ ਕਰ ਦਿੱਤੇ। ਅੱਜ ਲੋੜ ਹੈ ਗੁਰੂ ਨਾਨਕ ਦੇ ਉਹ ਸਾਰੇ ਪਰਿਵਾਰ ਨੂੰ ਇਕੱਠਾ ਕਰਨ ਦੀ। ਸਿਰਫ ਸਾਡੀ ਆਬਾਦੀ ਹਿੰਦੁਸਤਾਨ 'ਚ 2% ਨਹੀਂ ਹੋਏਗੀ, 10% ਹੋਏਗੀ ਜਿਹੜੇ ਕੰਮ ਨੂੰ ਮੈਂ ਸ਼ੁਰੂ ਕੀਤਾ। ਦੂਜੀ ਗੱਲ, ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਨੇ ਇਨਸਾਫ ਨਹੀਂ ਕੀਤਾ, ਮੇਰਾ ਕੰਮ ਇਹ ਨਹੀਂ ਕਿ ਉਹਨਾਂ ਨੂੰ ਮੈਂ ਦੋਸ਼ੀ ਠਹਿਰਾਵਾਂ ਕਿ ਨਾ ਠਹਿਰਾਵਾਂ। ਮੇਰਾ ਕੰਮ ਇਹ ਹੈ ਕਿ ਮੈਂ ਆਪਣੇ ਇਤਿਹਾਸ ਨੂੰ ਅੱਗੇ ਲੈ ਕੇ ਆਵਾਂ। ਮੇਰੀ ਲਕੀਰ ਵੱਡੀ ਹੋ ਜਾਏਗੀ, ਗੱਲਾਂ ਵਿੱਚੇ ਰੌਲੇ 'ਚ ਰਹਿ ਜਾਣ ਕਿ ਕਿੰਨੇ ਉਹਦਾ ਨੁਕਸਾਨ ਕੀਤਾ। ਅੱਜ ਬਾਬਾ ਬੰਦਾ ਸਿੰਘ ਬਹਾਦਰ ਦੁਨੀਆ ਨੂੰ ਪਤਾ ਲੱਗ ਗਿਆ। ਬਾਬਾ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸੀ, ਕਿਸੇ ਨੂੰ ਨਹੀਂ ਪਤਾ ਸੀਗਾ। ਇਹ ਇਤਿਹਾਸ ਹੀ ਅਸੀਂ ਅੱਜ ਤੋਂ 4 ਸਾਲ ਪਹਿਲੇ ਲੈ ਕੇ ਆਏ ਸੀ। ਔਰ ਕਈ ਜਿਹੜਾ ਮਹੀਨਾ ਚੜਿਆ ਮੇਰੀ ਇਲੈਕਸ਼ਨ ਕਰਕੇ ਲੇਟ ਹੋ ਗਿਆ, ਨਹੀਂ ਤਾਂ ਦੁਬਾਰਾ ਫਤਿਹ ਦਿਵਸ ਹੋਣਾ ਸੀ। ਬਾਬਾ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਹੋਰ ਜਰਨੈਲ ਜਿਹੜੇ ਨਾਲ ਆਏ ਸੀ। ਇਹਨਾਂ ਤੋਂ ਇਲਾਵਾ ਮੈਂ ਸਮਝਦਾ ਵਾਂ ਕਿ ਅਕਾਲੀ ਬਾਬਾ ਫੂਲਾ ਸਿੰਘ, ਹਰੀ ਸਿੰਘ ਨਲਵਾ, ਐਸੇ ਇਤਿਹਾਸ ਸਾਡੇ ਕੋਲ ਪਏ ਨੇ ਜਦੋਂ ਲੈ ਕੇ ਆਵਾਂਗੇ। ਅੱਜ ਦੀ ਪਨੀਰੀ, ਅੱਜ ਮੈਨੂੰ 5 ਸਾਲ ਦਾ ਬੱਚਾ ਆ ਕੇ ਕੁੜਤਾ ਫੜ ਕੇ ਮੇਰਾ प्रोग्राम से पूछा कि अंकल वो लाल किले वाला प्रोग्राम कब आ रहा है। इसका मतलब है कि आज असीं पनीरी तक पहुंच गए हैं अपना इतिहास लैके और इसकी लोड़ है बहुत वड्डी प्लेटफॉर्म करन दी। इसको पूरी तनदेही ना करांगे। थैंक यू सर, थैंक यू मनजीत सिंह जी, तुसीं साडे नाल जुड़े। ਅਸੀਂ ਇਹੀ ਉਮੀਦ ਕਰਦੇ ਹਾਂ ਤੁਸੀਂ ਜੋ ਮੈਨੀਫੈਸਟੋ 'ਚ ਵਾਅਦੇ ਕੀਤੇ ਆ ਉਹ ਸਾਰੇ ਜ਼ਰੂਰ ਪੂਰੇ ਕਰੋ। ਐਂਡ ਵੀ ਵਿਸ਼ ਯੂ ਗੁੱਡ ਲੱਕ ਫਰਮ ਚੱਕ ਦੇ ਟੀਵੀ ਸਰ। ਥੈਂਕ ਯੂ ਫॉर ਜੁਆਇਨਿੰਗ ਅਸ ਸਰ।
ਇਹ ਸਨ ਮਨਜੀਤ ਸਿੰਘ ਜੀ ਜੀਕੇ ਜੋ ਕਿ ਆਪਣੇ ਪਾਰਟੀ ਦਾ ਪੱਖ ਸਾਡੇ ਸਾਹਮਣੇ ਰੱਖ ਰਹੇ ਸੀ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਹੋਰ ਜਾਰੀ ਰੱਖੀਏ। ਇੱਥੇ ਅਸੀਂ ਲਵਾਂਗੇ ਛੋਟੀ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ।